ਤੇ ਜੋ ਉਸ ਦਿਨ ਹੋਇਆ, ਪੁਲਿਸ ਵਾਲੇ ਵੀ ਕਈ ਜ਼ਖਮੀ ਹੋਏ, ਤੁਹਾਨੂੰ ਉਸ ਇਨਸੀਡੈਂਟ ਦੇ ਲਈ ਕੋਈ ਪਛਤਾਵਾ ਰਿਹਾ? ਪਛਤਾਉਣਾ ਮੈਨੂੰ ਲੱਗਦਾ ਵੀ ਇਹ ਬੜਾ ਗਲਤ ਜਿਹਾ ਵਰਡ ਹੈ। ਇਹ ਜਿਹੜਾ ਕਿਹਾ ਜਾ ਰਿਹਾ ਵੀ ਪੁਲਿਸ ਤੇ ਹਮਲਾ ਕਰ ਦਿੱਤਾ, ਇਹ ਬਹੁਤ ਨੌਨਸੈਂਸ ਗੱਲ ਹੈ। ਚਾਹੁੰਦੇ ਸੀ ਸਾਡੀ ਤੜ ਚੈੱਕ ਕਰਨਾ ਵੀ ਤੁਸੀਂ ਦੱਸੋ ਤੁਸੀਂ ਕੀ ਕਰ ਸਕਦੇ ਜੀ ਹੈ। ਅਸੀਂ ਸੰਗਤ ਨੂੰ ਉੱਥੇ ਇਕੱਠਿਆ ਕੀਤਾ, ਅਸੀਂ ਦੱਸਿਆ ਤੇ ਉਹ ਫਿਰ ਨਾਲ ਦੀ ਨਾਲ FIR ਵੀ ਰੱਦ ਹੋ ਗਈ। ਇਸ ਨਿੱਜੀ ਮਸਲੇ ਨੂੰ ਤੁਸੀਂ ਪੰਥਕ ਇਸ਼ੂ ਬਣਾ ਦਿੱਤਾ। ਨਿੱਜੀ ਕਿੱਦਾਂ ਮਸਲਾ? ਕਈ ਤਾਂ ਫਿਰ ਇਹ ਵੀ ਕਹਿ ਰਹੇ ਨੇ ਕਿ ਇਹੋ ਜਿਹਾ ਬਹੁਤ ਸਾਰੇ ਫੇਕ FIRs ਹੋਈਆਂ ਹੋਣਗੀਆਂ ਕਿ ਅੰਮ੍ਰਿਤਪਾਲ ਸਿੰਘ ਫਿਰ ਥਾਣਿਆਂ ਨੂੰ ਇਸੇ ਤਰ੍ਹਾਂ ਘੇਰਨਗੇ, ਹੋਰ ਵੀ ਜਿਹੜੇ ਸਿੰਘ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਇਸੇ ਤਰ੍ਹਾਂ ਰਿਹਾ ਕਰਵਾਉਣਗੇ, ਸਿਰਫ ਆਪਣੇ ਸਾਥੀ ਦੇ ਲਈ ਐਸਾ ਕੀਤਾ ਉਹਨਾਂ ਨੇ। ਹਰ ਬੰਦਾ ਹਰ ਪ੍ਰੋਬਲਮ ਦਾ ਸੋਲੂਸ਼ਨ ਤਾਂ ਦੇ ਨਹੀਂ ਸਕਦਾ। ਪਰ ਤੁਹਾਨੂੰ ਹੈਰਾਨੀ ਨਹੀਂ ਹੋਈ ਤੁਹਾਡਾ ਨਾਮ FIR 'ਚ ਤੂਫਾਨ ਸਿੰਘ ਨੂੰ ਅਰੈਸਟ ਕਰਦੇ ਨੇ? ਅਣਪਛਾਤਿਆਂ ਕਰਕੇ ਉਹਨਾਂ ਨੇ ਕਿਸੇ ਨੂੰ ਵੀ ਕਰ ਸਕਦੇ, ਪਰ ਤੁਹਾਡਾ ਨਾਮ FIR 'ਚ ਪੁਲਿਸ ਤੁਹਾਡੇ ਨਾਲ ਦੇ ਵਿੱਚ FIR ਦੇ ਵਿੱਚ ਕੋਈ ਬਹੁਤ ਸੋਲਿਡ ਬੇਸਿਸ ਤੇ FIR ਨਹੀਂ ਸੀ ਹੈ। ਕਈ ਕਹਿੰਦੇ ਨੇ ਪੰਜਾਬ ਦੇ CM ਕਾਫੀ ਹੈਲਪਲੈਸ ਵਿਖਾਈ ਦੇ ਰਹੇ ਨੇ, ਤੁਹਾਡੇ ਖਿਲਾਫ ਐਕਸ਼ਨ ਨਹੀਂ ਲੈ ਰਹੇ। ਨਹੀਂ, ਮੇਰੇ ਖਿਆਲ ਨਾਲ ਮੇਰੇ ਖਿਲਾਫ ਐਕਸ਼ਨ ਲੈਣ ਲਈ ਇੱਕ ਸੋਲਿਡ ਗਰਾਊਂਡ ਹੋਣੀ ਚਾਹੀਦੀ ਹੈ। ਕਹਿੰਦੇ ਇੰਚ ਦੀ ਪਿਕਚਰ ਐਕਸੈਪਟੇਬਲ ਨਹੀਂ ਹੈ, ਕੋਈ ਵੀ ਥਾਣੇ ਜਾ ਕੇ ਆਪਣੇ ਸਾਥੀ ਨੂੰ ਛੁਡਵਾ ਲੇਗਾ ਇਸ ਤਰ੍ਹਾਂ ਜੋ ਪਾਵਰ ਸ਼ੋ। ਥਾਣੇ ਦੇ ਵਿੱਚ ਹਵਾਲਾ ਚੋਂ ਤਾਂ ਨਹੀਂ ਕੱਢਿਆ ਸਾਥੀ ਨੂੰ ਛੱਡਣ ਦੇ ਆਰਡਰ ਕੋਰਟ ਨੇ ਦਿੱਤੇ ਆ, ਜੱਜ ਦੇ ਕਿਹੜਾ ਵੀ ਅਸੀਂ ਮੋਢੇ ਤੇ ਬਲੂਕ ਕਹਿੰਦੇ ਪ੍ਰੈਸ਼ਰ ਇੰਨਾ ਤੁਸੀਂ ਬਣਾ ਦਿੱਤਾ। ਪ੍ਰੈਸ਼ਰ ਤੇ ਦੇਖੋ ਸਾਰੇ ਹੀ ਬਣਾਉਂਦੇ। ਅਜਨਾਲਾ ਕਾਂਡ ਤੇ ਪੰਜਾਬ ਪੁਲਿਸ ਭਗਵੰਤ ਮਾਨ ਸਰਕਾਰ FIR ਦਰਜ ਕਰਦੀ ਹੈ ਤੁਹਾਡੇ ਖਿਲਾਫ, ਫਿਰ ਕੋਈ ਨਹੀਂ, ਉਹ ਸਮੇਂ ਤੇ ਫਿਰ ਸਮਾਂ ਦੇਖਾਂਗੇ ਅਸੀਂ। ਤੁਹਾਨੂੰ ਲੱਗਦਾ ਉਸ ਦਿਨ ਮਤਲਬ ਅਜਨਾਲਾ ਵਾਲੀ ਸਿਚੁਏਸ਼ਨ ਅਵੋਇਡ ਨਹੀਂ ਕੀਤੀ ਜਾ ਸਕਦੀ? ਤੁਸੀਂ ਇਹ ਕਹਿ ਰਹੇ ਹੋ ਸਾਡੇ ਵੱਲੋਂ ਅਵੋਇਡ ਨਹੀਂ ਸੀ ਕੀਤੀ ਜਾ ਸਕਦੀ, ਪੁਲਿਸ ਵੱਲੋਂ ਕੀਤੀ ਜਾ ਸਕਦੀ ਸੀ। ਪੁਲਿਸ ਜਿਹੜੀ ਇਹ ਕਹਿ ਰਹੀ ਵੀ ਰਿਸਪੈਕਟ ਕੀਤੀ, ਕਿਹੜਾ ਉਹਨਾਂ ਵਿਸ਼ਾਈ ਕੀਤੀ? ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਆ ਰਹੇ ਸੀ ਫੁੱਲਾਂ ਦੀ ਵਰਖਾ ਕਰਨੀ। ਪਾਲਕੀ ਸਾਹਿਬ ਤੁਸੀਂ ਗੱਲ ਕੀਤੀ ਹੈ, ਲੋਕ ਕਹਿੰਦੇ ਕਿ ਤੁਸੀਂ ਢਾਲ ਕਿਉਂ ਬਣਾਇਆ? ਅਕਾਲ ਤਖਤ ਸਾਹਿਬ ਸਵੇਰੇ ਸਾਨੂੰ ਕਹਿਣ ਵੀ ਤੁਸੀਂ ਇੰਨੀ ਤਰੀਕ ਨੂੰ ਉੱਥੇ ਪਹੁੰਚੋ, ਅਸੀਂ ਪਹੁੰਚਾਂਗੇ। ਜੇ ਉਹਨਾਂ ਨੂੰ ਵਾਕਿਆ ਲੱਗੂਗਾ ਵੀ ਨਹੀਂ ਜੀ ਅਸੀਂ ਠੀਕ ਨਹੀਂ ਹੈ, ਸਜ਼ਾ ਲਾ ਦੇਣ ਸਾਨੂੰ ਜਿਹੜੀ ਲਾਉਣੀ ਹੈ। ਫਿਰ ਅਸੀਂ ਭਾਂਡੇ ਤੇ ਨਹੀਂ ਮੰਨਦੇ, ਕੋਰੜਾ ਲੈ ਕੇ ਜਾਵਾਂਗੇ, ਸਾਨੂੰ ਕੋਰੜੇ ਮਾਰਨ ਫੜ ਕੇ। ਬਾਲੀਵੁੱਡ ਐਕਟਰੈਸ ਕੰਗਨਾ ਰਣੌਤ ਨੇ ਕਿਹਾ ਕਿ ਮੈਂ ਡਿਸਕਸ਼ਨ ਕਰਨਾ ਚਾਹੁੰਦੀ ਹਾਂ ਪਰ ਮੈਨੂੰ ਗੋਲੀ ਨਾ ਮਾਰਨ ਇਹ ਜੋ ਖਾਲਿਸਤਾਨੀ ਨੇ, ਮੈਂ ਗੱਲ ਕਰਾਂਗੀ। ਪਰ ਤੁਸੀਂ ਕਿਹਾ ਕਿ ਨਹੀਂ, ਮੈਂ ਇਹਨਾਂ ਨੂੰ ਕਿਹਾ ਵੀ ਸ਼ੀ ਕੈਨ ਕਮ ਹੇਅਰ, ਸੇਫਟੀ ਦਾ ਕੋਈ ਇਸ਼ੂ ਨਹੀਂ ਹੈਗਾ, ਤੁਸੀਂ ਇੱਥੇ ਹੋ ਜਦੋਂ ਕਿਹੜਾ ਸੇਫਟੀ ਇਸ਼ੂ ਹੈ। ਹਾਂ, ਉਹਨੇ ਜਿਹੜਾ ਲਾਸਟ ਤੇ ਗੱਲ ਹੀ ਕਰ ਦਿੱਤੀ ਮੈਨੂੰ ਕੋਈ ਗੋਲੀ ਨਾ ਮਾਰੇ, ਉਹ ਤਾਂ ਡਿਸਕਸ਼ਨ ਕਰਨਾ ਨਹੀਂ, ਉਹਦਾ ਅਰਥ ਹੈ ਵੀ ਸਾਨੂੰ ਡੀਫੇਮ ਕਰਨਾ ਵੀ ਇਹ ਬੰਦੇ ਨੂੰ ਗੋਲੀ ਮਾਰ ਦਿੰਦੇ। ਇੱਦਾਂ ਦੀ ਕੋਈ ਗੱਲ ਨਹੀਂ, ਜੇ ਉਹ ਆਉਣਾ ਚਾਹੁੰਦੀ ਹੈ ਮੋਸਟ ਵੈਲਕਮ। ਤੁਹਾਨੂੰ ਇਹ 'ਚੋਂ ਕੁਝ ਗੱਲਾਂ ਨਹੀਂ ਲੱਗਦਾ ਕਿ ਪੁਰਾਣੇ ਦੌਰ ਵੱਲ ਪੰਜਾਬ ਨੂੰ ਪੁਰਾਣੇ ਦੌਰ ਵੱਲ ਪੰਜਾਬ ਨੂੰ ਧਕੇਲੂਗਾ ਤੇ ਹਕੂਮਤ ਧਕੇਲੂਗੀ, ਅਸੀਂ ਨਹੀਂ ਧਕੇਲਣਾ। ਅਸੀਂ ਜਿਹੜਾ ਅੱਜ ਦਾ ਦੌਰ ਹੈ ਇਹਨੂੰ ਕਿੰਨਾ ਕੁ ਇੰਜੋਏ ਕਰਦੇ ਨੇ। ਤੇ ਸਿੱਖ ਕੌਮ ਦੇ ਜਰਨੈਲ ਜੋ ਤੁਹਾਡੇ ਸਾਥੀ ਤੁਹਾਨੂੰ ਉਪਾਧੀ ਦੇ ਰਹੇ ਨੇ, ਉਸ ਨੂੰ ਤੁਸੀਂ ਐਕਸੈਪਟ ਕਰਦੇ? ਨਹੀਂ, ਮੈਂ ਇਦਾਂ ਕੋਈ ਐਕਸੈਪਟ ਨਹੀਂ ਕਰੂੰਗਾ। ਆਪ ਕੋਈ ਉਪਾਧੀ ਨਹੀਂ ਐਕਸੈਪਟ ਕਰਦੇ। ਮੈਂ ਇਹ ਥੋੜੀ ਵੀ ਉਹਦੀ ਗੱਲ ਨੂੰ ਚਿੱਟੇ ਵਿੱਚ ਵਾਲਿਆਂ ਨੂੰ ਮਾਝੇ ਦਾ ਜਰਨੈਲ ਬਣ ਕੇ ਬਹਿ ਜਾਵਾਂ। ਕਈ ਇਲਜ਼ਾਮ ਇਹ ਵੀ ਲੱਗਦੇ ਨੇ ISI ਤੁਹਾਨੂੰ ਫੰਡਿੰਗ ਕਰ ਰਿਹਾ ਹੈ, ਪਲਾਂਟੀ ਡੈਮ ਅੰਮ੍ਰਿਤਪਾਲ ਸਿੰਘ ਇੱਕ ਪਲਾਨ ਦੇ ਨਾਲ ਚੱਲ ਰਿਹਾ ਹੈ। ਇਹ ਕਿਹਦੇ ਤੇ ਨਹੀਂ ਲੱਗਦਾ? ਏਜੰਸੀਜ਼ ਦਾ ਬੰਦਾ ਨਹੀਂ, ਇਹ ਨਾ ਅਸਲ 'ਚ ਪਹਿਲਾਂ ਤੁਹਾਨੂੰ ਤੈਅ ਕਰਨਾ ਵੀ ਕਿਹੜੀ ਏਜੰਸੀ, ਇੱਕ ਏਜੰਸੀ ਤੇ ਪਿੰਨ ਪੁਆਇੰਟ ਕਰਨੀ ਵੀ ਆਹ ਹੀ ਕਰ ਰਹੀ ਹੈ, ਸਾਰੇ ਬੰਦੇ ਰਲ ਕੇ ਮੀਟਿੰਗ ਕਰ ਲੈਣ, ਸਲਾਹ ਕਰ ਲੈਣ, ਫਿਰ ਮੈਨੂੰ ਦੱਸਣ ਵੀ ਕਿਹੜੀ ਏਜੰਸੀ, ਮੈਂ ਵੀ ਉਹਨੂੰ ਸੰਪਰਕ ਕਰਾਂ। ਹੈਰਾਨਗੀ ਤਾਂ ਹੋਈ ਕਿ 6 ਮਹੀਨੇ 'ਚ ਅੰਮ੍ਰਿਤਪਾਲ ਸਿੰਘ ਦੇ ਨਾਲ ਇੱਕ ਭੀੜ ਤਾਂ ਜੁਟ ਰਹੀ ਹੈ ਅਜਨਾਲਾ 'ਚ, ਜਿਵੇਂ ਤੁਸੀਂ ਇੱਕ ਪਾਵਰ ਸ਼ੋ ਕੀਤਾ ਜੋ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ, ਇਵਨ ਨੈਸ਼ਨਲ ਮੀਡੀਆ ਤੱਕ ਪੁੱਛ ਰਹੇ ਨੇ ਅੰਮ੍ਰਿਤਪਾਲ ਕੌਣ ਹੈ। ਉਹ ਤਾਂ ਸਾਹਿਬ ਹੱਥ ਵੜੇ ਆਈਆਂ ਜਿਸ ਭਾਵੇਂ ਜਿਸਦੇ ਉਹ ਕੀੜੀ ਨੂੰ ਪਾਤਸ਼ਾਹ ਥਾਪ ਸਕਦਾ। ਜੇ ਆਪਾਂ ਉਹਦੀ ਕਲਾ ਤੇ ਯਕੀਨ ਰੱਖੀਏ ਤਾਂ ਫਿਰ ਹੈਰਾਨੀ ਨਹੀਂ ਹੋਣੀ ਚਾਹੀਦੀ। ਸਤਿ ਸ਼੍ਰੀ ਅਕਾਲ, ਮੈਂ ਹਰਸ਼ਦੀਪ ਕੌਰ, ਤੁਸੀਂ ਦੇਖ ਰਹੇ ਹੋ ਪੰਜਾਬ ਤੱਕ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਜੀ ਸਾਡੇ ਨਾਲ ਨੇ। ਆਪਣੇ ਸਾਥੀ ਤੂਫਾਨ ਸਿੰਘ ਨੂੰ ਛੁਡਵਾਉਣ ਲਈ ਅਜਨਾਲਾ 'ਚ ਤੂਫਾਨ ਲੈ ਆਏ। ਵੱਡੀ ਗਿਣਤੀ 'ਚ ਲੋਕਾਂ ਨੇ ਖਿਲਾਫਤ ਵੀ ਕੀਤੀ ਤੇ ਕੁਝ ਕਹਿ ਰਹੇ ਨੇ ਬਿਲਕੁਲ ਠੀਕ ਕੀਤਾ, ਕੁਝ ਲੋਕ ਇਹਨਾਂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਰਹੇ ਨੇ, ਪਰ ਕੁਝ ਕਹਿ ਰਹੇ ਨੇ ਏਜੰਸੀਆਂ ਦਾ ਬੰਦਾ ਹੈ, ਸਭ ਪਲੈਨਿੰਗ ਦੇ ਤਹਿਤ ਹੋ ਰਿਹਾ ਹੈ। ਅੰਮ੍ਰਿਤਪਾਲ ਸਿੰਘ ਜੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਪੂਰੀ ਕਹਾਣੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਵਾਰ ਮੁੜ ਤੋਂ ਇਹਨਾਂ ਦੇ ਮਕਸਦ ਦੀ ਗੱਲ ਕਰਦੇ ਹਾਂ, ਕਿਉਂ ਇਹ ਦੁਬਈ ਤੋਂ ਪੰਜਾਬ ਆਏ ਨੇ, ਕਿਉਂ ਇਸ ਤਰ੍ਹਾਂ ਵਿਚਰ ਰਹੇ ਨੇ। ਅੰਮ੍ਰਿਤਪਾਲ ਸਿੰਘ ਜੀ, ਬਹੁਤ ਬਹੁਤ ਸਵਾਗਤ ਪੰਜਾਬ ਤੱਕ ਤੇ ਤੁਹਾਡਾ। ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ਼ੁਰੂਆਤ ਤੋਂ ਗੱਲ ਕਰਦੇ ਹਾਂ, ਵਰਿੰਦਰ ਦੇ ਨਾਲ ਕੁੱਟਮਾਰ ਕਿਉਂ ਕੀਤੀ? ਦੇਖੋ ਨਹੀਂ, ਇਹ ਐਲੀਗੇਸ਼ਨਸ ਨੇ, ਐਲੀਗੇਸ਼ਨ ਤਾਂ ਕੋਈ ਵੀ ਕਿਤੇ ਵੀ ਲਾ ਸਕਦਾ ਹੈ, ਪਰ ਹੈਰਾਨੀ ਦੀ ਗੱਲ ਹੈ ਵੀ ਜਿੱਥੇ ਲੋਕਾਂ ਦੀ FIR ਦਰਜ ਨਹੀਂ ਹੁੰਦੀਆਂ, ਸਾਡੇ ਖਿਲਾਫ ਕਿਸੇ ਨੇ ਐਲੀਗੇਸ਼ਨ ਲਾਇਆ ਤੇ ਉਹ ਬਿਨਾਂ ਗੱਲਬਾਤ ਤੋਂ ਉਹ 'ਚ ਵਕੀਲਾਂ ਨੇ ਡਿਸਕਲੋਜ਼ ਵੀ ਕੀਤਾ ਵੀ FIR ਹੀ ਕਦੀ ਇੱਦਾਂ ਦੀ ਨਹੀਂ ਵੇਖੀ ਜਿਹੜੀ ਇੱਦਾਂ ਦੀ ਬੋਗਸ FIR ਹੋਵੇ। ਸੋ ਕੋਈ ਵੀ ਬੰਦਾ ਐਲੀਗੇਸ਼ਨ ਲਾ ਸਕਦਾ ਵੀ ਸਾਡੀ ਕਿਸੇ ਨੇ ਕੁੱਟਮਾਰ ਕਰ ਦਿੱਤੀ ਹੈ। ਜਿਹੜਾ ਬੰਦਾ ਲੰਮੇ ਸਮੇਂ ਤੋਂ ਸਾਡਾ ਵਿਰੋਧ ਕਰ ਰਿਹਾ ਹੋਵੇ, ਜਿਹੜਾ ਬੰਦਾ ਸਾਡੇ ਜੱਥੇ ਦੇ ਸਿੰਘਾਂ ਦੇ ਇਲਜ਼ਾਮ ਲਾ ਰਿਹਾ ਹੋਵੇ ਵੀ ਉਹਨਾਂ ਨੇ ਮੈਨੂੰ ਮਾਰ ਦੇਣਾ, DGP ਤੱਕ ਨੂੰ ਚਿੱਠੀਆਂ ਲਿਖ ਦਿੱਤੀਆਂ ਹੋਣ, ਮੈਨੂੰ ਲੱਗਦਾ ਵੀ ਉਹਦੇ 'ਚ ਕੁਛ ਹੱਦ ਤੱਕ ਇੱਕ
ਜਿਹੜਾ ਉਹ ਸਟੇਬਲ ਨਹੀਂਗਾ ਬੰਦਾ। ਵਰਿੰਦਰ ਨੇ ਪਹਿਲਾਂ ਤੁਹਾਡੀ ਪ੍ਰਸ਼ੰਸਾ ਵੀ ਕੀਤੀ ਸੀ, ਕਾਫੀ ਤਾਰੀਫ ਕੀਤੀ ਜਿਸ ਤਰ੍ਹਾਂ ਤੁਸੀਂ ਵਿਚਰੇ ਸ਼ੁਰੂਆਤ 'ਚ ਜਦੋਂ ਤੁਸੀਂ ਇੱਥੇ ਆਏ। ਤੁਸੀਂ ਜਾਣਦੇ ਹੋ ਵਰਿੰਦਰ ਸਿੰਘ ਨੂੰ? ਨਹੀਂ, ਮੈਂ ਪਰਸਨਲੀ ਨਹੀਂ ਜਾਣਦਾ, ਮਤਲਬ। ਪਰ ਤੁਹਾਨੂੰ ਯਾਦ ਹੈ ਮਿਲੇ ਹੋਣ ਤੁਹਾਨੂੰ ਕਦੀ? ਨਹੀਂ, ਇਦਾਂ ਵੀ ਮੈਨੂੰ ਯਾਦ ਨਹੀਂ। ਉਹਨਾਂ ਨੇ ਕੋਸ਼ਿਸ਼ ਇੱਕ ਦੀ ਜ਼ਰੂਰ ਕੀਤੀ ਸਿੰਘ ਵਾਲੇ ਮੈਨੂੰ ਮਿਲਣ ਦੀ, ਪਰ ਉਦੋਂ ਮੇਰੀ ਨਜ਼ਰਬੰਦੀ ਹੋਣ ਕਰਕੇ ਉਦੋਂ ਸਾਡੀ ਮੁਲਾਕਾਤ ਨਹੀਂ ਹੋ ਪਈ। ਮੇਰੇ ਨਾਲ ਦੇ ਸਿੰਘ ਜ਼ਰੂਰ ਮਿਲੇ ਸੀ, ਉਹਨਾਂ ਜਿਹੜੀਆਂ ਗੱਲਾਂ ਕੀਤੀਆਂ ਸੀ ਉਹਨਾਂ ਕੋਲ ਐਵੀਡੈਂਸ ਮੰਗੇ ਸੀ ਜਿਹੜੇ ਉਹਨਾਂ ਪੇਸ਼ ਨਹੀਂ ਕੀਤੇ। ਸੋ ਉਸ ਕਰਕੇ ਅਸੀਂ ਉਹਨਾਂ ਦੀ ਗੱਲ ਨੂੰ ਇਗਨੋਰ ਕੀਤਾ, ਕਿਉਂਕਿ 100 ਬੰਦੇ ਇਹੋ ਜਿਹੇ ਦਿਹਾੜੀ ਸਾਨੂੰ ਫੋਨ ਕਰਦੇ ਨੇ ਇੱਦਾਂ ਕਰਕੇ। ਤੇ ਉਹਨਾਂ ਨੇ ਬਾਅਦ 'ਚ ਕਾਫੀ ਹੱਦ ਤੱਕ ਮੈਨੂੰ ਲੱਗਦਾ ਵਾ ਵੀ ਡੀਜੀਪੀ ਨੇ ਇੱਕ ਚਿੱਠੀ ਲਿਖੀ ਸੀ, ਉਹਦੇ 'ਚ ਵੀ ਉਹਨਾਂ ਨੇ ਇੱਕ ਸੈਂਸੇਸ਼ਨਲ ਚੀਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਨੇ ਕਿਹਾ ਸੀ ਤੁਹਾਡੀ ਜਾਨ ਨੂੰ ਖਤਰਾ ਹੈ। ਔਰ ਉਹ ਜਿਹੜੇ ਸਿੰਘਾਂ ਤੇ ਇਲਜ਼ਾਮ ਲਾਉਂਦੇ ਸੀ ਉਹ ਮੇਰੀ ਜਾਨ ਦੀ ਰਾਖੀ ਕਰਨ ਵਾਲੇ ਸਿੰਘ ਨੇ। ਸੋ ਮੈਨੂੰ ਲੱਗਦਾ ਵੀ ਆਪਾਂ ਨੂੰ ਇਹ ਕੋਈ ਪਰਸਨਲ ਲੜਾਈ ਤੇ ਹੈ ਨਹੀਂ, ਇਹ ਕੋਈ ਇਹਦੇ 'ਚ ਪਿੱਛੇ ਹੋਰ ਮੋਟਿਵ ਲੱਗਦਾ ਕਿ ਉਹ ਬੰਦਾ ਜਿਹੜਾ ਆਲਰੇਡੀ ਇਦਾਂ ਬਿਹੇਵ ਕਰ ਲਿਆ ਹੋਵੇ, ਉਹ ਕਿਸੇ ਦੇ ਹੱਥ ਦੀ ਕਠਪੁਤਲੀ ਬਣ ਜਾਵੇ ਬਾਅਦ ਚੋਂ ਤੇ ਉਹ ਇਦਾਂ ਦੀਆਂ ਗੱਲਾਂ ਕਰਨ ਲੱਗ ਪਏ। ਸੋ ਇਹ ਚੀਜ਼ ਦੇ ਪਿੱਛੇ ਕਿਹਦੀ ਕਠਪੁਤਲੀ? ਕੁਝ ਤਾਂ ਫਿਰ ਤੁਹਾਨੂੰ ਸਮਝ ਆਇਆ ਹੋਊਗਾ ਇਸ ਪੂਰੀ ਕਹਾਣੀ 'ਚ। ਮੈਂ ਪਤਾ ਕੀ ਸਮਝਦਾ ਵੀ ਇੱਕ ਤੇ ਨਾ ਜਦੋਂ ਮਸਲਾ ਨਿਬੇੜ ਲਈ ਹੈ ਨਾ, ਉਸ ਤੋਂ ਬਾਅਦ 'ਚ ਆਪਾਂ ਇਹਨੂੰ ਗੱਡੇ ਮੁਰਦੇ ਨਹੀਂ ਪੁੱਟੀ ਦੇ। ਪੰਥਕ ਧਿਰਾਂ ਦੇ ਆਪਸੀ ਰੌਲੇ ਬਹੁਤ ਹੁੰਦੇ ਨੇ, ਪਰ ਅਸੀਂ ਇਹੋ ਹੀ ਨਤੀਜੇ ਤੇ ਪਹੁੰਚੇ ਹਾਂ ਵੀ ਆਪਾਂ ਆਪਸੀ ਰੌਲਿਆਂ ਨੂੰ ਜਿਹੜਾ ਵਾ ਭੁਲਾ ਕੇ ਅੱਗੇ ਵਧਣ। ਤੁਹਾਨੂੰ ਲੱਗਦਾ ਹੈ ਪੰਥਕ ਧਿਰਾਂ ਦਾ ਮੁੱਦਾ ਸੀ? ਮੈਨੂੰ ਲੱਗਦਾ ਵੀ ਜਿਹੜਾ ਉਹ ਬੰਦਾ ਸੀ ਉਹ ਕਿਸੇ ਗਲਤ ਢਿੱਕੇ ਚੜ ਗਿਆ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਸਾਰਿਆਂ ਦੇ ਕੰਟਰੋਲ ਤੋਂ ਬਾਹਰ ਹੋ ਗਿਆ। ਬਾਅਦ 'ਚ ਜੋ ਕੁਝ ਵਾਪਰਿਆ ਉਹ ਅਵੋਇਡ ਕੀਤਾ ਜਾ ਸਕਦਾ ਸੀ ਜੇ ਕੋਈ ਬੰਦੇ ਸਿਆਣਪ ਤੋਂ ਕੰਮ ਲੈਂਦੇ ਤੇ। ਕੀ ਅਵੋਇਡ ਕੀਤਾ ਜਾ ਸਕਦਾ ਸੀ? ਅਜਨਾਲਾ ਵਾਲੀ ਘਟਨਾ ਅਜਨਾਲਾ ਵਾਲੀ ਨਹੀਂ, ਸਾਰਾ ਕੁਝ ਹੀ ਜੋ ਆਫਟਰ ਮੈਥ ਹੈ। ਦੇਖੋ, ਅਜਨਾਲਾ ਵਾਲੀ ਘਟਨਾ ਤੇ ਕਿਸੇ ਚੀਜ਼ ਦਾ ਰਿਜ਼ਲਟ ਹੈ ਨਾ, ਕਿਸੇ ਐਕਸ਼ਨ ਦਾ ਰਿਐਕਸ਼ਨ ਹੈ। ਫੇਕ FIR ਹੁੰਦੀ ਹੈ, ਸਾਡਾ ਬੰਦਾ ਚੱਕਿਆ ਜਾਂਦਾ, ਟੌਰਚਰ ਹੁੰਦਾ, ਉਹਦੇ ਲਈ ਸਾਨੂੰ ਪ੍ਰੋਟੈਸਟ ਕਰਨਾ ਪੈਂਦਾ। ਇਹ ਸਾਰਾ ਕੁਝ ਜੋ ਹੋ ਰਿਹਾ ਹੈ ਉਹਦਾ ਇੱਕ ਸਟਾਰਟਿੰਗ ਪੁਆਇੰਟ ਤੇ ਹੈਗਾ। ਹਰ ਚੀਜ਼ ਦਾ ਇੱਕ ਸਟਾਰਟਿੰਗ ਪੁਆਇੰਟ ਹੁੰਦਾ। ਵਰਲਡ ਵਾਰਾਂ ਸ਼ੁਰੂ ਹੋਈਆਂ, ਉਹਦਾ ਤੇ ਇੱਕ ਸਟਾਰਟਿੰਗ ਇਨਸੀਡੈਂਟ ਹੋਏ, ਉਹਨਾਂ ਤੋਂ ਸ਼ੁਰੂ ਹੁੰਦਾ ਸਾਰਾ ਕੁਝ। ਤੋਂ ਬਾਅਦ ਤੇ ਆਪਾਂ ਇਹੋ ਹੀ ਸੋਚਦੇ ਹਾਂ ਵੀ ਸਾਰਾ ਕੁਝ ਕੰਟਰੋਲ ਕੀਤਾ ਜਾਣਾ ਚਾਹੀਦਾ ਸੀ, ਪਰ ਕਿਹਨੇ ਕੀਤਾ ਕਿਹਨੇ ਨਹੀਂ ਕੀਤਾ ਇਹ ਤਾਂ ਚਲੋ ਇਤਿਹਾਸ ਦੇ ਵਿੱਚ ਦਰਜ ਹੋ ਗਿਆ। ਤੇ ਮੈਂ ਵੀ ਹੁਣ ਮੀਡੀਆ 'ਚ ਨਾਂ ਲੈਂਦਾ ਫਿਰਦਾ, ਮੇਰੀ ਇਹੋ ਜਿਹੀ ਆਦਤ ਨਾ ਪਹਿਲਾਂ ਕਦੀ ਲਾਏ ਨਾ ਗਾਂ ਲੈਣੇ। ਵਰਿੰਦਰ ਸਿੰਘ ਨੂੰ ਤੁਸੀਂ ਨਿੱਜੀ ਤੌਰ ਤੇ ਨਹੀਂ ਜਾਣਦੇ, ਪਰ ਤੁਹਾਡੇ ਵੱਲੋਂ ਇਹ ਕਿਹਾ ਗਿਆ ਕਿ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਪਰ ਉਸ ਦੇ ਨਾਲ ਕੁੱਟਮਾਰ ਤਾਂ ਹੋਈ, ਇਸ ਨੂੰ ਵੀ ਅਸੀਂ ਡਿਨਾਈ ਨਹੀਂ ਕਰ ਸਕਦੇ। ਕੀਤੀ ਹੈ ਕੁੱਟਮਾਰ, ਕਿਉਂ ਕੀਤੀ ਹੈ? ਹੁਣ ਮੈਂ ਤੁਹਾਨੂੰ ਦੱਸਾਂ ਵੀ ਇਲਜ਼ਾਮ ਲਾ ਦੇ ਉਹ ਜਿਹੜੇ ਐਲੀਗੇਸ਼ਨਸ ਨੇ ਵੀ 35 ਬੰਦਿਆਂ ਨੇ 3 ਘੰਟੇ ਕੁੱਟਮਾਰ ਕੀਤੀ, ਉਹ ਸਵੀਅਰ ਐਲੀਗੇਸ਼ਨ ਹੁੰਦਾ ਵੀ ਉਹਦੇ ਨਾਲ ਬੰਦੇ ਦੇ ਬਚਣ ਦੇ ਚਾਂਸਸ ਕਿੰਨੇ ਕੁ ਰਹਿੰਦੇ। 3 ਘੰਟੇ ਲਗਾਤਾਰ ਕਿਸੇ ਦੀ ਕੁੱਟਮਾਰ ਹੋਣੀ 35 ਬੰਦਿਆਂ ਵੱਲੋਂ, ਮੈਨੂੰ ਐਂ ਲੱਗਦਾ ਵੀ ਜੋਕ ਜ਼ਿਆਦਾ ਹੈ ਤੇ ਬਾਕੀ ਗੱਲਾਂ ਘੱਟ ਹੈ। ਹੁਣ ਉਹ ਕੀ ਪਤਾ ਕੀ ਹੋਇਆ ਕੀ ਨਹੀਂ ਹੋਇਆ, ਇਨਸੀਡੈਂਟ ਪੂਰਾ ਹੋਣ ਤੇ ਉਹ ਦੱਸਣਾ ਚਾਹੀਦਾ ਉਹਨੂੰ। ਕਿਉਂਕਿ ਅਸੀਂ ਤਸਵੀਰਾਂ ਦੇਖਿਓ ਹਸਪੀਟਲ 'ਚ ਜਦੋਂ ਦਾਖਲ ਸੀ ਉਹਨਾਂ ਦੇ ਸਰੀਰ ਤੇ ਉਹ ਵੀ 24 ਘੰਟੇ ਬਾਅਦ ਹਸਪੀਟਲ ਦਾਖਲ ਹੋਏ ਆ। ਪਹਿਲੇ 24 ਘੰਟੇ ਪਤਾ ਨਹੀਂ ਕਿੱਥੇ ਸੀ, 24 ਘੰਟੇ ਬਾਅਦ MRL ਕੱਟੀ ਗਈ। ਸੋ ਬਹੁਤ ਫਲॉज ਨੇ ਉਸ FIR ਸਾਰੀ ਦੇ ਵਿੱਚ। ਸੋ ਮੈਨੂੰ ਲੱਗਦਾ ਵੀ ਉਹਦੀ ਡਿਸਕਸ਼ਨ ਛੱਡ ਕੇ ਆਪਾਂ ਨੂੰ ਅੱਗੇ ਵਧਣਾ ਚਾਹੀਦਾ। ਵਰਿੰਦਰ ਸਿੰਘ ਇੰਪੋਰਟੈਂਟ ਨਹੀਂ, ਇੰਪੋਰਟੈਂਟ ਇਹ ਆ ਵੀ ਕਿਉਂਕਿ ਅਜਨਾਲਾ ਵਾਲੀ ਗੱਲ ਤੋਂ ਪਹਿਲਾਂ ਵਰਿੰਦਰ ਸਿੰਘ ਹੀ ਆਉਂਦੇ ਨੇ। ਅਜਨਾਲਾ ਉਹਦਾ ਮੋਢਾ ਵਰਤ ਕੇ ਕਿਹਨੇ ਕੀ ਕੁਛ ਕਰਨ ਦੇ ਯਤਨ ਕੀਤਾ, ਇਹ ਇੰਪੋਰਟੈਂਟ ਮਸਲਾ ਹੈ। ਸਟੇਟ ਨੇ ਇਹਦੇ ਤੇ ਕਿਵੇਂ ਰਿਐਕਟ ਕੀਤਾ, ਇੱਕ ਬਹੁਤ ਜਿਹੜੀ ਕੋਈ ਐਵੀਡੈਂਸ ਨਹੀਂ ਮੇਰੀ ਪ੍ਰੈਜ਼ੈਂਸ ਦਾ ਜਾਂ ਬਾਕੀ ਜਿਹੜੇ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀ ਪ੍ਰੈਜ਼ੈਂਸ ਤੇ ਸਰਕਾਰ ਮੰਨੀ ਵੀ ਕੋਈ ਐਵੀਡੈਂਸ ਨਹੀਂ ਹੈਗਾ ਸਾਡੇ ਕੋਲ। ਇਨਫ ਐਵੀਡੈਂਸ ਨੇ ਸਾਨੂੰ ਉੱਥੋਂ ਦੂਰ ਕਰਨ ਦੇ ਵੀ ਜਿਹੜਾ ਅਸੀਂ ਉੱਥੇ ਨਹੀਂ ਸੀ ਮੌਕੇ। ਫਿਰ ਵੀ ਉਹ ਜਿਹੜਾ ਸਾਰਾ ਕੁਝ ਕੀਤਾ ਗਿਆ ਹੈ ਇਹ ਕਿਹਦੀ ਸ਼ਾਇਦ ਤੇ ਹੋਇਆ, ਇਹ ਸਵਾਲ ਹੈ ਕਿ ਸਰਕਾਰ ਕਿਉਂ ਜਿਹੜਾ ਧਰਮ ਦਾ ਪ੍ਰਚਾਰ ਇਹਨੂੰ ਰੋਕਣਾ ਚਾਹੁੰਦੀ ਹੈ। ਸਰਕਾਰ ਨਸ਼ਿਆਂ ਦੇ ਖਿਲਾਫ ਸਾਡੀ ਮੁਹਿੰਮ ਜਿਹੜੀ ਹੈ, ਜਿਹੜਾ ਸਰਕਾਰ ਦਾ ਕੰਮ ਹੈ ਉਹ ਕਰਨ ਵਾਲੇ ਲੋਕਾਂ ਨੂੰ ਕਿਉਂ ਰਾਹ 'ਚ ਰੁਕਾਵਟਾਂ ਖੜੀਆਂ ਕਰਨੀ ਚਾਹੁੰਦੀ। ਸਵਾਲ ਤੇ ਇਹ ਵੀ ਕਰਨ ਵਾਲਾ ਹੈ, ਕੌਣ ਹੈ? ਸੈਂਟਰਲ ਏਜੰਸੀਆਂ ਕਰ ਰਹੀਆਂ, ਸਰਕਾਰ ਕਰ ਰਹੀ ਹੈ, ਇਹ ਵਿਚਾਰਨ ਵਾਲਾ ਸਵਾਲ ਹੈ। ਪਰ ਜਿਹੜੀ FIR ਦਰਜ ਹੋਈ ਸੀ ਸਭ ਤੋਂ ਪਹਿਲਾਂ ਉਸ 'ਚ ਤੁਹਾਡਾ ਨਾਮ ਹੈ, ਅੰਮ੍ਰਿਤਪਾਲ ਸਿੰਘ ਦਾ ਨਾਮ ਹੈ, ਪਰ ਤੁਹਾਡੀ ਗ੍ਰਿਫਤਾਰੀ ਨਹੀਂ ਹੋਈ ਇਸ ਕੇਸ 'ਚ। ਤੁਸੀਂ ਥਾਣੇ ਵੀ ਜਾਂਦੇ ਹੋ, ਜਿਨ੍ਹਾਂ ਦਾ ਨਾਮ ਉਹਦੇ 'ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਗ੍ਰਿਫਤਾਰੀ ਅਣਪਛਾਤਿਆਂ ਦੇ ਵਿੱਚ ਤੂਫਾਨ ਸਿੰਘ ਦੀ ਕੀਤੀ ਗਈ ਹੈ, ਔਰ ਤੂਫਾਨ ਸਿੰਘ ਦੀ ਇੰਟਰੋਗੇਸ਼ਨ ਵੀ ਉਸ ਕੇਸ ਨੂੰ ਲੈ ਕੇ ਨਹੀਂ ਸਗੋਂ ਜਥੇਬੰਦੀ ਦੀ ਐਕਟੀਵਿਟੀਜ਼ ਨੂੰ ਲੈ ਕੇ ਕਰੀ ਗਏ ਨੇ। ਤੁਹਾਨੂੰ ਪੁਲਿਸ ਨੇ ਕੀ ਕਿਹਾ ਜਦੋਂ ਤੂਫਾਨ ਸਿੰਘ ਦੀ ਗ੍ਰਿਫਤਾਰੀ ਹੋਈ? ਕਿਸ ਕੇਸ 'ਚ ਹੋਈ? ਮੈਂ ਉਹਨਾਂ ਨੂੰ ਕਿਹਾ ਵੀ ਉਹ ਕਹਿੰਦੇ ਵੀ ਇਸੇ ਕੇਸ 'ਚ ਹੋਈ ਹੈ, ਪਰ ਮੈਂ ਉਹਨਾਂ ਨੂੰ ਕਿਹਾ ਵੀ ਬੰਦੇ ਦੀ ਇਨਵੋਲਵਮੈਂਟ ਕੀ ਹੈ, ਸਾਡੇ ਕੋਲ ਇਨਫ ਐਵੀਡੈਂਸ ਹੈ, ਤੁਸੀਂ ਨਾ ਕਰੋ, ਇਨਕੁਆਇਰੀ ਬਿਠਾਓ ਇਹਦੀ ਕੋਈ। ਹੁਣ ਕੋਈ ਵੀ ਬੰਦਾ ਕੱਲ ਨੂੰ ਕਿਸੇ ਤੇ ਵੀ ਐਲੀਗੇਸ਼ਨ ਲਾ ਦੇਵੇ, ਇਦਾਂ ਤੇ ਨਹੀਂ ਹੁੰਦਾ ਨਾ ਕਿ ਤੁਸੀਂ ਬੰਦਿਆਂ ਦੇ ਨਾਂ ਤੇ ਪਰਚੇ ਕੱਟ ਦਿਓ। ਕੋਈ ਇਨੀਸ਼ੀਅਲ ਜਾਂਚ ਪੜਤਾਲ ਤੇ ਹੁੰਦੀ ਹੈ ਜਿਹੜੀ ਉਹਨਾਂ ਨੇ ਸਕਿਪ ਕੀਤੀ, ਔਰ ਉਹਨਾਂ ਮੰਨਿਆ ਵੀ ਇਹ ਹਰੀ 'ਚ ਹੋਇਆ। ਸਾਰੇ ਬੰਦਿਆਂ ਨੇ ਮੰਨ ਲਿਆ ਵੀ ਪਰਚਾ ਕਾਹਲੀ 'ਚ ਕਰ ਬੈਠੇ ਆ, ਔਰ ਉਸ ਤੋਂ ਬਾਅਦ ਪੋਲੀਟੀਕਲ ਪ੍ਰੈਸ਼ਰ ਵੀ ਬਣਿਆ ਇਸ ਚੀਜ਼ ਦਾ, ਹੈ ਨਾ। ਸੋ ਮੈਨੂੰ ਇਹ ਲੱਗਦਾ ਵੀ ਇਹ ਸਾਰੇ ਵਰਤਾਰੇ ਨੂੰ ਆਪਾਂ ਨੂੰ ਇੱਕ ਚੀਜ਼ ਸਮਝਣੀ ਚਾਹੀਦੀ ਹੈ ਵੀ ਪੁਲਿਸ ਨੂੰ ਕਦੇ ਵੀ ਪੋਲੀਟੀਕਲ ਦਬਾਅ 'ਚ ਆਣ ਕੇ ਕੁਝ ਐਸੇ ਪਰਚੇ ਨਹੀਂ ਕਰਨੇ ਚਾਹੀਦੇ। ਪੁਲਿਸ ਨੇ ਮੰਨਿਆ ਪੋਲੀਟੀਕਲ ਦਬਾਅ 'ਚ ਸਭ ਕੁਝ ਹੋਇਆ? ਪੁਲਿਸ ਇਹ ਥੋੜੀ ਮੰਨਦੀ ਹੁੰਦੀ ਪੋਲੀਟੀਕਲ ਦਬਾਅ 'ਚ ਹੋਇਆ। ਜੇ ਮੰਨ ਲੈਣਗੇ ਤਾਂ ਫਿਰ ਸਾਰੀ ਖੇਡ ਹੀ ਵਿਗੜ ਜਾਂਦੀ ਹੈ। ਪਰ ਉਹਨਾਂ ਨੇ ਇਹ ਤਾਂ ਮੰਨਿਆ ਵੀ ਅਸੀਂ ਗਲਤ ਬੰਦਾ ਚੱਕ ਲਿਆ, ਗਲਤ ਬੰਦੇ ਨੂੰ ਡੈਰੋਗੇਟ ਕੀਤਾ, ਉਹਨੂੰ ਜੇਲ੍ਹ 'ਚ ਭੇਜਿਆ, ਰਿਲੀਜ਼ ਆਰਡਰ ਹੋਏ, ਉਹਨੂੰ ਜੱਜ ਨੇ ਰਿਲੀਜ਼ ਕੀਤਾ। ਕਿ ਜਦੋਂ ਤੁਸੀਂ ਥਾਣੇ ਦੇ ਅੰਦਰ ਮੌਜੂਦ ਸੀ, ਤੁਹਾਡੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਈ ਜਦੋਂ ਤੁਸੀਂ ਪੁਲਿਸ ਨੂੰ ਧਮਕਾ ਰਹੇ ਹੋ, ਜਦੋਂ ਤੁਸੀਂ ਪੁਲਿਸ ਨੂੰ ਕਹਿ ਰਹੇ ਹੋ ਕਿ ਮੈਂ ਇੱਥੇ ਖਲੋਤਾ, ਮੇਰੇ ਗੋਲੀ ਮਾਰ ਕੇ ਨਹੀਂ। ਉਹ ਤਾਂ ਮੈਂ ਧਮਕਾ ਨਹੀਂ ਰਿਹਾ, ਮੈਂ ਸਗੋਂ ਕਹਿ ਰਿਹਾ ਵੀ ਤੁਹਾਡਾ ਇੰਟੈਂਸ਼ਨ ਜੇ ਇਹੋ ਹੀ ਆ ਅੰਤ ਨੂੰ ਵੀ ਜੇ ਤੁਸੀਂ ਮੇਰੇ ਤੇ FIR ਕਰਨੀ ਆ ਤਾਂ ਮੇਰਾ ਇੱਕੋ ਵਾਰੀ ਕੰਮ ਨਿਬੇੜੋ। ਵੀ ਜੇ ਮੈਂ ਨਸ਼ਿਆਂ ਦੇ ਖਿਲਾਫ ਕੰਮ ਕਰ ਰਿਹਾ
ਤੇ ਜੇ ਤੁਹਾਨੂੰ ਨਹੀਂ ਪਸੰਦ ਹੈਗਾ, ਤੁਹਾਡੇ ਆਪਣੇ ਬੱਚੇ ਨਸ਼ਿਆਂ 'ਚ ਫਸ ਗਏ, ਤੁਹਾਡੇ ਆਪਣੇ ਬੱਚੇ ਪੁਲਿਸ ਵਾਲਿਆਂ ਦੇ ਰੋਜ਼ ਮੇਰੇ ਕੋਲ ਆਉਂਦੇ ਨੇ ਮੇਰੇ ਕੋਲ ਚੰਗੇ ਤਗੜੇ ਅਫਸਰਾਂ ਦੇ ਬੱਚੇ ਇੱਥੇ ਰਹਿ ਰਹੇ ਨੇ ਜਿਹੜੇ ਨਸ਼ੇ 'ਚ ਫਸ ਗਏ ਨੇ, ਉਹਨਾਂ ਨੂੰ ਚਲੋ ਇੱਕ ਦੋ ਨਸ਼ੇ ਛੱਡ ਵੀ ਗਏ ਉਹਨਾਂ 'ਚੋਂ, ਪਰ ਉਹ ਪ੍ਰੋਬਲਮ ਇਹ ਸੀ ਵੀ ਜਿਨ੍ਹਾਂ ਨੇ ਸਾਰਾ ਕੁਝ ਕੰਟਰੋਲ ਕਰਨਾ ਸੀ ਉਹ ਆਪ ਫਸੇ ਫਿਰਦੇ ਇਸ ਮਸਲੇ 'ਚ। ਤੇ ਜੇ ਉਹਨਾਂ ਨੂੰ ਇਹਨਾਂ ਨੇ ਮੇਰੇ ਤੇ ਝੂਠੀਆਂ FIR ਕਰਨੀਆਂ ਤੇ ਫਿਰ ਇੱਕੋ ਵਾਰੀ ਕੰਮ ਨਿਬੇੜ ਲਈ ਨੇ, ਮਾਰ ਦਿਓ ਗੋਲੀ ਮੈਨੂੰ, ਫਿਰ ਗੱਲ ਖਤਮ ਕਰ ਪਰ ਪੁਲਿਸ ਨੇ ਤੁਹਾਨੂੰ ਹੱਥ ਨਹੀਂ ਲਗਾਇਆ ਸੀ, ਤੂਫਾਨ ਸਿੰਘ ਦੀ ਗ੍ਰਿਫਤਾਰੀ ਹੋਈ ਸੀ। ਨਹੀਂ, ਪਰ ਦੇਖੋ ਗੱਲ ਮੇਰੇ ਸਿੰਘ ਦੀ ਇੱਕ ਦੀ ਗ੍ਰਿਫਤਾਰੀ ਹੋ ਜਾਣੀ ਤੇ ਫਿਰ ਆਪਾਂ ਇਹ ਮੰਨ ਲਈਏ ਵੀ ਜਿਹੜੇ ਮੇਰੇ ਨਾਲ ਦੇ ਸਿੰਘ ਚੱਕ ਕੇ ਅੰਦਰ ਬਹਿ ਜਾਣ ਤੇ ਮੈਂ ਆਰਾਮ ਨਾਲ ਬੈਠਾ ਰਹਾਂ, ਇਹ ਵੀ ਤਾਂ ਗਲਤ ਮੈਸੇਜ ਆਉਂਦਾ ਨਾ। ਲੋਕ ਕਈ ਕਹਿੰਦੇ ਇਸ ਨਿੱਜੀ ਮਸਲੇ ਨੂੰ ਤੁਸੀਂ ਪੰਥਕ ਇਸ਼ੂ ਬਣਾ ਦਿੱਤਾ। ਨਿੱਜੀ ਕਿੱਦਾਂ ਮਸਲਾ ਹੈ? ਜੇ ਕੋਈ ਸਾਡੇ ਤੇ ਐਲੀਗੇਸ਼ਨ ਲਾਉਂਦਾ, ਤੁਸੀਂ ਸੁਣਿਆ ਕਦੀ ਇਹੋ ਜਿਹੀ ਨਿੱਜੀ FIR ਪੰਜਾਂ ਬੰਦਿਆਂ ਤੇ ਇਹੋ ਜਿਹੀ ਛੋਟੀ 2000 ਦੀ ਲੁੱਟ? ਤੁਸੀਂ ਹੈਰਾਨ ਹੋਗੇ ਵੀ 2000 ਰੁਪਏ ਦੀ ਲੁੱਟ ਤੇ 600 ਰੁਪਏ ਉਹ ਕਹਿੰਦਾ ਮੈਨੂੰ ਵਾਪਸ ਕਰ ਦਿੱਤਾ ਉਹਨੇ FIR ਦੇ ਵਿੱਚ ਲਿਖਿਆ। ਮਤਲਬ ਮੈਨੂੰ ਹੈਰਾਨਗੀ ਹੁੰਦੀ ਹੈ ਵੀ ਜਦੋਂ ਬੰਦੇ ਕੋਈ ਇਹੋ ਜਿਹੇ ਐਲੀਗੇਸ਼ਨ ਲਾਉਂਦੇ ਤੇ ਰਿਐਕਸ਼ਨ ਹੋ ਜਾਂਦਾ, ਪੁਲਿਸ ਵੱਲੋਂ ਐਕਸ਼ਨ ਕੀਤਾ ਜਾਂਦਾ। ਸੋ ਨਿੱਜੀ ਤੇ ਤਾਂ ਕਹੀਏ ਵੀ ਜੇ ਮੈਂ ਨਿੱਜੀ ਕਾਰਜ ਕਰਦਾ ਮੇਰੇ ਨਾਲ ਕੋਈ ਲੜਾਈ ਝਗੜਾ ਹੋਇਆ ਹੋਵੇ, ਗੱਲ ਸਾਰੀ ਪੰਥ ਤੇ ਆਣ ਕੇ ਖੜ ਜਾਂਦੀ ਹੈ ਨਾ। ਹੁਣ ਜੇ FIRਾਂ ਤੇ ਕੋਈ ਵੀ ਕਰ ਸਕਦਾ ਬੰਦਾ, ਤੂਫਾਨ ਸਿੰਘ ਨੂੰ ਨਿੱਜੀ ਕਿਹੜਾ ਪੈਲੀ ਦਾ ਰੌਲਾ ਉਹਦੇ ਕਿਸੇ ਦਾ? ਪੰਥਕ ਮਸਲਿਆਂ 'ਚ ਅਸੀਂ ਐਕਟਿਵ ਹਾਂ, ਤਾਂ ਹੀ ਸਾਡੇ ਖਿਲਾਫ ਸ਼ਾਸਨਾਂ ਹੋ ਰਹੀਆਂ ਨੇ। ਜੇ ਕੋਈ ਪੰਥਕ ਧਿਰ ਸਾਡੇ ਖਿਲਾਫ ਭੁਗਤੀ ਹੈ ਜਾਂ ਹੱਕ ਤੇ ਭੁਗਤੀ ਹੈ, ਇਸ ਕਰਕੇ ਭੁਗਤੀ ਹੈ ਨਾ ਵੀ ਪੰਥ 'ਚ ਐਕਟਿਵ ਹਾਂ ਅਸੀਂ। ਸਾਰਾ ਕੁਝ ਪੋਲਿਟਿਕਸ ਹੀ ਹੁੰਦਾ ਅੰਤਰ। ਜਿਹੜੀ ਫੇਕ FIR ਹੈ, ਜਿਹਨੂੰ ਮੰਨ ਲਿਆ ਪੁਲਿਸ ਨੇ ਫੇਕ FIR, ਫਿਰ ਉਹ ਨਿੱਜੀ ਕਿਵੇਂ ਹੋਗੀ? ਤੁਹਾਨੂੰ ਲੱਗਦਾ ਕਿ ਜੋ ਉਸ ਦਿਨ ਸਿਨੈਰੀਓ ਬਣਿਆ, ਪੁਲਿਸ ਨੇ ਪ੍ਰੈਸ਼ਰ 'ਚ ਆ ਕੇ ਤੂਫਾਨ ਸਿੰਘ ਨੂੰ ਰਿਹਾ ਕਰਨ ਦਾ ਫੈਸਲਾ ਲਿਆ, ਜੋ ਉਸ ਦਿਨ ਮਾਹੌਲ ਬਣਿਆ ਸੀ? ਪਰ ਮੈਨੂੰ ਲੱਗਦਾ ਵੀ ਜਦੋਂ ਕੋਈ ਸੱਚੀ FIR ਹੁੰਦੀ, ਪੁਲਿਸ ਨੂੰ ਕਦੇ ਰੱਦ ਨਹੀਂ ਕਰਦੀ, ਭਾਵੇਂ ਪ੍ਰੈਸ਼ਰ ਵੀ ਪੈ ਜਾਏ, ਕੁਝ ਵੀ ਹੋ ਜਾਏ। ਜਦੋਂ ਉਹਨਾਂ ਨੂੰ ਪਤਾ ਵੀ ਜੇ ਕੱਲ ਨੂੰ ਮਸਲਾ ਵੱਧਦਾ ਤੇ ਸਾਡੇ ਕੋਲ ਐਵੀਡੈਂਸ ਨਹੀਂ ਹੈਗੇ FIR ਨੂੰ ਬੈਕ ਕਰਨ ਵਾਸਤੇ, ਉਦੋਂ ਉਹਨਾਂ ਨੂੰ ਰੱਦ ਕਰਨੀ ਪੈਂਦੀ ਹੈ। ਸੋ ਇਹ ਚੀਜ਼ ਜਿਹੜੀ ਹੁੰਦੀ ਹੈ, ਇਹਨੂੰ ਇਹ ਕਹਿਣਾ ਵੀ ਉਹਨਾਂ ਨੇ ਪ੍ਰੈਸ਼ਰ 'ਚ ਨਹੀਂ ਆਏ ਹੋ, ਪਰ ਬਕਾਇਦਾ ਤੌਰ ਤੇ ਉਹਨਾਂ ਨੂੰ ਅਸੀਂ ਐਵੀਡੈਂਸ ਦਿੱਤੇ ਆ ਵੀ ਆਹ ਦੇਖੋ ਜੀ। ਉਹ ਐਵੀਡੈਂਸ ਤੁਸੀਂ ਉਸੇ ਦਿਨ ਦਿੱਤੇ, ਉਸ ਤੋਂ ਪਹਿਲਾਂ ਦੇ ਚੁੱਕੇ? ਦਿੱਤੇ ਹੋਏ ਸੀ। ਫਿਰ ਤਾਂ ਉਸ ਦਿਨ ਪ੍ਰੈਸ਼ਰ ਹੀ ਅਸੀਂ ਕਹਿ ਸਕਦੇ ਹਾਂ ਜਨਾਲਾ, ਜਿਵੇਂ ਤੁਸੀਂ ਉਸ ਦਿਨ ਭੀੜ ਲੈ ਕੇ ਗਏ। ਸਾਡੇ ਮੁਲਕ ਦੇ ਵਿੱਚ ਕੁਝ ਵੀ ਕਰਾਉਣਾ ਹੋਵੇ ਪ੍ਰੈਸ਼ਰ ਦੀ ਲੋੜ ਪੈਂਦੀ ਹੈ। ਬਿੱਲ ਵਾਪਸ ਕਰਾਉਣ ਲਈ ਸਾਰੇ ਆਰਗੂਮੈਂਟ ਕਿਸਾਨਾਂ ਕੋਲ ਹੈਗੇ ਸੀ, ਪਰ ਕਦੋਂ ਹੋਇਆ? ਜਦੋਂ ਪ੍ਰੈਸ਼ਰ ਬਿਲਡ ਹੋਇਆ। ਅਗਜੀਰੇ ਮੋਰਚੇ ਦੇ ਵਿੱਚ ਸਰਕਾਰ ਨੂੰ ਨਹੀਂ ਪਤਾ ਵੀ ਲਿਕਰ ਦੀ ਫੈਕਟਰੀ ਗੰਦ ਪਾ ਰਹੀ ਹੈ, ਇੱਥੇ ਇਲਾਕੇ ਨੂੰ ਗੰਦਾ ਕਰ ਰਹੀ ਹੈ, ਪਰ ਕਦੋਂ ਹੋਇਆ? ਜਦੋਂ ਮੋਰਚਾ ਲੱਗਾ 6 ਮਹੀਨੇ। ਸੋ ਮੈਨੂੰ ਇਹ ਲੱਗਦਾ ਵੀ ਪ੍ਰੈਸ਼ਰ ਤੋਂ ਬਿਨਾਂ ਕੰਮ ਕਿਹੜਾ ਹੁੰਦਾ ਇਸ ਤੇ। ਕਈ ਤਾਂ ਫਿਰ ਇਹ ਵੀ ਕਹਿ ਰਹੇ ਨੇ ਕਿ ਇਹੋ ਜਿਹਾ ਬਹੁਤ ਸਾਰੇ ਫੇਕ FIRs ਹੋਈਆਂ ਹੋਣਗੀਆਂ ਕਿ ਅੰਮ੍ਰਿਤਪਾਲ ਸਿੰਘ ਫਿਰ ਥਾਣਿਆਂ ਨੂੰ ਇਸੇ ਤਰ੍ਹਾਂ ਘੇਰਨਗੇ, ਜਾਂ ਹੋਰ ਵੀ ਜਿਹੜੇ ਸਿੰਘ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਇਸੇ ਤਰ੍ਹਾਂ ਰਿਹਾ ਕਰਵਾਉਣਗੇ, ਸਿਰਫ ਆਪਣੇ ਸਾਥੀ ਦੇ ਲਈ ਐਸਾ ਕੀਤਾ ਉਹਨਾਂ ਨੇ? ਹਰ ਬੰਦਾ ਹਰ ਪ੍ਰੋਬਲਮ ਦਾ ਸੋਲੂਸ਼ਨ ਤੇ ਦੇ ਨਹੀਂ ਸਕਦਾ ਹੈ। ਹੁਣ ਕੱਲ ਨੂੰ ਮੈਂ ਤੇ ਦੇਖੂੰਗਾ ਵੀ ਜਿਹੜਾ ਮੇਰੀ ਨਿਗਾਹ 'ਚ ਮਸਲਾ ਆਉਂਦਾ, ਜਾਂ ਜਿਹੜਾ ਮੇਰੇ ਨਾਲ ਰਿਲੇਟ ਕਰਦਾ ਮਸਲਾ ਹੈ, ਜਾਂ ਸਾਡੇ ਪੰਥਕ ਸੰਘਰਸ਼ ਤੇ ਜਿਹੜੇ ਸੰਘਰਸ਼ ਕਰਨ ਵਾਲੇ ਸਾਥੀ ਨੇ, ਉਹਨਾਂ ਤੇ ਕੋਈ ਮੁਸ਼ਕਲ ਇਸ ਕਰਕੇ ਹੁਣ ਤੂਫਾਨ ਸਿੰਘ ਘਰ ਬੈਠਾ ਹੁੰਦਾ ਤੇ ਕਿਹੜੀ ਮੁਸ਼ਕਲ ਆ ਜਾਣੀ? ਰਸਤੇ ਤੇ ਤੁਰਿਆ ਤੇ ਮੁਸ਼ਕਲ ਆਈ ਹੈ ਨਾ, ਇਸ ਪੰਥ ਦੇ ਮਾਰਗ ਤੇ ਤੁਰਨਾ ਸਾਡੇ ਤੇ। ਹੁਣ ਮੈਂ ਜੇ ਘਰ ਬੈਠਾ ਹੋਣਾ ਵਾ ਤੇ ਜਾਂ ਮੈਂ ਨਾ ਕਰਦਾ, ਮੈਨੂੰ ਕਿਸੇ ਨੇ ਕਹਿਣਾ ਸੀ ਵੀ ਇੱਥੇ ਆਣ ਕੇ ਭਾਵੇਂ ਮੈਂ ਕ੍ਰਾਈਮ ਹੀ ਕਰ ਜਾਂਦਾ ਮਾੜਾ ਮੋਟਾ, ਤਾਂ ਵੀ ਇੱਥੇ FIR ਨਹੀਂ ਦਰਜ ਹੁੰਦੀਆਂ। ਪਰ ਸਾਡੇ ਤੇ ਮੁਸ਼ਕਲਾਂ ਤਾਂ ਆਈਆਂ, ਪੰਥਕ ਮਾਰਗ ਤੇ ਤੁਰੇ ਆ। ਸੋ ਮੈਨੂੰ ਜੇ ਕੱਲ ਨੂੰ ਕੋਈ ਮੈਨੂੰ ਲੱਗੂਗਾ ਵੀ ਮੇਰੀ ਕੈਪੈਸਿਟੀ 'ਚ ਕੁਝ ਹੈਗਾ ਤੇ ਮੈਂ ਕਰੂੰਗਾ। ਜੇ ਕਿਸੇ ਨਾਲ ਜਸਟਿਸ ਹੁੰਦਾ ਹੈ ਤੇ ਮੇਰੀ ਹੈਲਪ ਦੇ ਨਾਲ ਜਾਂ ਮੇਰੀ ਜੋ ਸੇਵਾ ਦੇ ਨਾਲ ਮੇਰੇ ਨਾਲ ਉਹ ਕੋਈ ਮਸਲਾ ਹੱਲ ਹੋ ਸਕਦਾ ਤੇ ਮੈਂ ਅੱਗੇ ਵੀ ਤੇ ਕਰ ਹੀ ਰਿਹਾ ਨਾ। ਅੱਗੇ ਵੀ ਜੇ ਨੌਜਵਾਨ ਨਸ਼ੇ ਛੱਡਦੇ, ਮੇਰਾ ਪਰਸਨਲ ਮਸਲਾ ਤਾਂ ਨਹੀਂ ਹੈਗਾ। ਹੁਣ ਤੁਸੀਂ ਦੱਸੋ, ਨੌਜਵਾਨ ਨੂੰ ਨਸ਼ੇ ਛਡਾਉਣਾ ਮੇਰਾ ਪਰਸਨਲ ਮਸਲਾ? ਜੇ ਕੋਈ ਮੇਰਾ ਪਰਸਨਲ ਬੰਦਾ ਲੱਗਾ ਹੋਵੇ ਤੇ ਮੇਰਾ ਇੰਟੈਂਸ਼ਨ ਹੋ ਸਕਦਾ। ਜਿਹੜੇ ਬੰਦੇ ਮੈਨੂੰ ਜਾਣਦੇ ਹੀ ਨਹੀਂ, ਉਹਨਾਂ ਬੰਦਿਆਂ ਦੇ ਲਈ ਅਸੀਂ ਸੰਘਰਸ਼ ਕਰਦੇ ਹੋਏ ਸੜਕਾਂ ਤੇ ਤੁਰੇ ਫਿਰੀਏ, ਵਹੀਰ ਕੱਢੀਏ, ਉਹ ਪਰਸਨਲ ਕੀ ਉਹਦੇ 'ਚ? ਕੁਛ ਵੀ ਨਹੀਂ। ਹਾਂ, ਇਹ ਜ਼ਰੂਰ ਹੈ ਕੌਮ ਦੇ ਹਰ ਮਸਲੇ ਨੂੰ ਮੈਂ ਪਰਸਨਲ ਸਮਝਦਾ। ਕੌਮ ਦੀ ਹਰ ਲੜਾਈ ਨੂੰ ਮੈਂ ਨਿੱਜੀ ਲੜਾਈ ਬਣਾ ਕੇ ਲੜਦਾ ਵੀ, ਤਾਂ ਜੋ ਮੈਨੂੰ ਮਹਿਸੂਸ ਹੋਵੇ ਵੀ ਇਹ ਮੇਰੀ ਆਪਣੀ ਲੜਾਈ ਹੈ। ਇਹ ਨਹੀਂ ਵੀ ਕੌਮ ਦਾ ਕੋਈ ਨੌਜਵਾਨ ਚੱਕਿਆ ਜਾਵੇ ਤੇ ਅਸੀਂ ਹੱਥ ਧਰ ਕੇ ਬੈਠੇ ਰਹੀਏ। ਹੁਣ ਬੰਦੀ ਸਿੰਘ ਵਾਲਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਪਰਸਨਲ ਹੋਊ, ਕੋਈ ਕਹਿ ਦੂਗਾ ਵੀ ਤਾਂ ਤੁਹਾਡਾ ਨਿੱਜੀ ਮਸਲਾ ਹੈ ਸਿੱਖਾਂ ਦਾ ਮਸਲਾ। ਤੇ ਦੇਖੋ, ਉਹਦੇ ਬੰਦੀ ਸਿੰਘਾਂ ਦੇ ਪਰਿਵਾਰਾਂ ਲਈ ਹੋਰ ਹੋ ਸਕਦਾ, ਪਰ ਕੌਮ ਵੀ ਤਾਂ ਬੰਦੀ ਸਿੰਘਾਂ ਨੂੰ ਆਪਣਾ ਪਰਿਵਾਰ ਹੀ ਮੰਨਦੀ ਹੈ ਨਾ। ਹੁਣ ਉਹਨਾਂ ਦੇ ਵੀ ਕਈ ਝੂਠੀਆਂ FIRs ਦਰਜ ਕੀਤੀਆਂ ਗਈਆਂ। ਕਈ ਕਹਿਣਗੇ ਵੀ ਦੇਖੋ ਆਮ ਦਿਨਾਂ 'ਚ ਕੀ ਹੁੰਦਾ ਸੀ, ਖਾੜਕੂਵਾਦ ਤੋਂ ਪਹਿਲਾਂ ਵੀ ਤੇ ਬਾਅਦ 'ਚ ਵੀ, ਜਿਹੜੇ ਬੰਦੇ ਨਾਲ ਸਰਕਾਰ ਦੀ ਲਾਗਤਬਾਜ਼ੀ, ਉਹਨਾਂ ਦੇ ਪਰਸਨਲ ਮਸਲੇ ਪਾਏ ਜਾਂਦੇ ਆ। ਉਹਨਾਂ ਦੇ ਘਰਾਂ ਦੀ ਕੰਧ ਦੀ ਲੜਾਈ ਪਾ ਲਈ, ਕਦੀ ਕਿਸੇ ਦੀ ਲੜਾਈ ਪਾ ਲਈ। ਹੁਣ ਕਹਿਣ ਨੂੰ ਤਾਂ ਸਾਰੇ ਪਰਸਨਲ ਹੁੰਦੇ, ਪਰ ਹੁੰਦੇ ਪੋਲੀਟੀਕਲੀ ਮੋਟੀਵੇਟਡ ਹੈ। ਸੋ ਜਦੋਂ ਪੰਥ ਦੇ ਮਾਰਗ 'ਤੇ ਤੁਰ ਜਾਈਏ ਫਿਰ ਪਰਸਨਲ ਮਸਲਾ ਕੋਈ ਨਹੀਂ ਹੁੰਦਾ। ਮੇਰੀ ਪਰਸਨਲ ਲਾਈਫ ਕੀ ਹੈ? ਆਮ ਬੰਦੇ ਦਾ ਕੋਈ ਵਿਆਹ ਸ਼ਾਦੀ ਹੋਵੇ, ਤੁਸੀਂ ਦੇਖਿਆ ਮੀਡੀਆ ਭੱਜਿਆ ਫਿਰ ਉੱਥੇ ਅੱਗੇ ਪਿੱਛੇ। ਤੇ ਇਦਾਂ ਕਰਕੇ ਪਰਸਨਲ ਲਾਈਫ ਕੁਛ ਨਹੀਂ ਹੁੰਦੀ। ਜਦੋਂ ਤੁਸੀਂ ਪੰਥ ਦੇ ਮਾਰਗ 'ਤੇ ਤੁਰ ਪਓ, ਤੁਹਾਡੇ ਜਿਹੜੇ ਪਰਚੇ ਪੈਂਦੇ ਚੰਗੀਆਂ ਮਾੜੀਆਂ ਸਭ ਪੰਥਕ ਹੀ ਹੋ ਜਾਂਦੀਆਂ, ਪਰਸਨਲ ਨਹੀਂ ਰਹਿੰਦੀਆਂ। ਤੇ ਜੋ ਉਸ ਦਿਨ ਹੋਇਆ, ਪੁਲਿਸ ਵਾਲੇ ਵੀ ਕਈ ਜ਼ਖਮੀ ਹੋਏ, ਤੁਹਾਨੂੰ ਉਸ ਇਨਸੀਡੈਂਟ ਦੇ ਲਈ ਕੋਈ ਪਛਤਾਵਾ ਰਿਹਾ? ਨਹੀਂ, ਪਛਤਾਉਣਾ ਹੋਰ ਚੀਜ਼ ਹੁੰਦੀ ਹੈ। ਕਿਸੇ ਦਾ ਵੀ ਜ਼ਖਮੀ ਹੋਣਾ ਚੰਗੀ ਗੱਲ ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਵੀ ਆਪਾਂ ਜ਼ਖਮੀ ਹੋਣ ਨੂੰ ਸੈਲੀਬ੍ਰੇਟ ਕਰੀਏ। ਪਰ ਪਛਤਾਉਣਾ ਮੈਨੂੰ ਲੱਗਦਾ ਵੀ ਇਹ ਬੜਾ ਗਲਤ ਜਿਹਾ ਵਰਡ ਹੈ। ਪਛਤਾਈਏ ਤਾਂ ਜੇ ਅਸੀਂ ਉਹਨੂੰ ਮੌਕਾ ਨਾ ਦਿੱਤਾ ਹੋਵੇ ਕਿਸੇ ਨੂੰ। ਪਛਤਾਵਾ ਸਾਨੂੰ ਜ਼ਰੂਰ ਹੋਵੇ ਜੇ ਅਸੀਂ ਕੋਈ ਕਾਹਲੀ 'ਚ ਕਦਮ ਚੁੱਕਿਆ ਹੋਵੇ। ਪਰ ਤੁਸੀਂ ਵੱਡੀ ਭੀੜ ਲੈ ਕੇ ਗਏ, ਤੁਸੀਂ ਨਾਲ ਇਹ ਵੀ ਕਹਿ ਰਹੇ ਸੀ ਕਿ ਜਿੱਥੇ ਪੁਲਿਸ ਸਾਨੂੰ ਰੋਕੇਗੀ ਅਸੀਂ ਉੱਥੇ ਬੈਠ ਜਾਵਾਂਗੇ, ਅਸੀਂ ਧਰਨਾ ਲਗਾ ਦੇਵਾਂਗੇ। ਪਰ ਜੋ ਅਸੀਂ ਵੀਡੀਓਸ ਦੇਖੀਆਂ, ਨਹੀਂ ਉੱਥੇ ਦੇਖੋ, ਜੇ ਪੁਲਿਸ ਸਾਨੂੰ ਅਜਨਾਲੇ ਤੱਕ ਕਿਤੇ ਰੋਕਦੀ, ਅਸੀਂ ਬਹਿੰਦੇ ਉੱਥੇ। ਨਹੀਂ ਰੋਕਿਆ ਪੁਲਿਸ ਨੇ ਤੁਹਾਨੂੰ? ਨਹੀਂ ਸਾਨੂੰ ਰੋਕਿਆ ਪੁਲਿਸ। ਤੁਸੀਂ ਇੱਥੋਂ ਜੱਲੂਪੁਰ ਖੇੜਾ ਚੋਂ ਨਿਕਲੇ ਆ, ਸਾਡੇ ਨਾਲ ਮੈਨੂੰ ਲੱਗਦਾ 35 40 50 ਗੱਡੀਆਂ ਹੋਣਗੀਆਂ, ਠੀਕ ਹੈ।
ਮਹਾਰਾਜ ਦੀ ਪਾਲਕੀ ਦੂਜੇ ਨੰਬਰ ਤੇ ਸੀ, ਉਹ ਤੋਂ ਅੱਗੇ ਜਿਹੜੀ ਨਗਾਰੇ ਵਾਲੀ ਗੱਡੀ ਸੀ, ਉਹ 50 ਗੱਡੀਆਂ ਦੇ ਵਿੱਚ ਸਾਨੂੰ ਅਜਨਾਲੇ ਤੱਕ ਨਹੀਂ ਰੋਕਿਆ ਗਿਆ। ਅਜਨਾਲੇ ਦੇ ਪਹਿਲੇ 2 ਬੈਰੀਕੇਡਿੰਗ ਸੰਗਤਾਂ ਨੇ ਸਾਡੇ ਜਾਣ ਤੋਂ ਪਹਿਲਾਂ ਹੀ ਚੱਕਤੇ ਸੀ। 3 ਲੇਅਰ ਦੀ ਬੈਰੀਕੇਡਿੰਗ ਸੀ, 2 ਲੇਅਰ ਦੀ ਬੈਰੀਕੇਡਿੰਗ ਸੰਗਤਾਂ ਨੇ ਚੱਕਤੀ। ਤੀਜੀ ਬਿਲਕੁਲ ਪੁਲਿਸ ਸਟੇਸ਼ਨ ਦੇ ਸਾਹਮਣੇ ਸੀ। ਹੁਣ ਪੁਲਿਸ ਸਟੇਸ਼ਨ ਦੇ ਸਾਹਮਣੇ ਜਾਣਾ ਤੇ ਪੁਲਿਸ ਸਟੇਸ਼ਨ ਦੇ ਅੰਦਰ ਜਾਣ 'ਚ ਕੀ ਫਰਕ ਹੈ? ਮੈਂ ਤੇ ਇਕੱਲਾ ਉਤਰ ਕੇ ਜਾਣ ਨੂੰ ਰੈਡੀ ਸੀ, ਪਰ ਪੁਲਿਸ ਨੇ ਪਹਿਲਾਂ ਹੀ ਲਾਠੀ ਚਾਰਜ ਪਰ ਬੈਰੀਕੇਡਿੰਗ ਹਟਾਣਾ ਇਹ ਕਿੱਥੋਂ ਪੁਲਿਸ ਨੇ ਲਾਠੀ ਚਾਰਜ ਸ਼ੁਰੂ ਕੀਤਾ ਨਾ। ਪੁਲਿਸ ਨੇ ਲਾਠੀ ਚਾਰਜ ਕੀਤਾ। ਤੁਹਾਡੇ ਜੋ ਨਾਲ ਸਾਥੀ ਸੀ ਉਹ ਜ਼ਖਮੀ ਹੋਏ? ਸਿੰਘ ਜ਼ਖਮੀ ਹੋਏ, 21 ਸਿੰਘ ਜ਼ਖਮੀ ਹੋਏ। ਪੁਲਿਸ ਦੀ ਤਾਂ ਆਪਾਂ ਗੱਲ ਕਰੀ ਜਾਂਦੇ ਆ, ਤੁਸੀਂ ਵੀਡੀਓ ਦੇਖੋ, ਵੀਡੀਓ ਦੇ ਵਿੱਚ ਕਲੀਅਰਲੀ ਐਵੀਡੈਂਟ ਹੈ ਵੀ ਕਿਹਨੇ ਲਾਠੀ ਚਾਰਜ ਸ਼ੁਰੂ ਕੀਤਾ। ਇਹ ਤਾਂ ਸਵਾਲ ਹੀ ਨਹੀਂਗਾ ਵੀ ਲਾਠੀ ਚਾਰਜ ਕਿਸੇ ਨੇ ਕੀਤਾ ਜਾਂ ਨਹੀਂ ਕੀਤਾ। ਜਿਹੜੀ ਆਪਾਂ ਵੀਡੀਓ ਵੇਖ ਰਹੇ ਆ ਉਹਦੇ 'ਚ ਆਪਾਂ 8 ਸੈਕਿੰਡ ਦਾ ਲੂਪ ਘੁੰਮਿਆ ਜਾ ਰਿਹਾ। ਤੁਸੀਂ ਅੱਗੇ ਸੀ ਤੇ ਲਾਠੀ ਚਾਰਜ ਪੁਲਿਸ ਨੇ ਕਿਸ ਤੇ ਕੀਤਾ? ਜੋ ਪਿੱਛੇ ਤੁਹਾਡੇ ਸਿੰਘ ਸੀ? ਨਹੀਂ ਦੇਖੋ, ਜੋ ਬੈਰੀਕੇਡ ਮੇਰੇ ਤੋਂ ਅੱਗੇ ਵੀ ਕਾਫੀ ਸੰਗਤ ਸੀ, ਰਾਈਟ, ਠੀਕ ਹੈ। ਜਦੋਂ ਮਹਾਰਾਜ ਦੀ ਪਾਲਕੀ ਸੀ ਉਹ ਪਿੱਛੇ ਕਰ ਦਿੱਤੀ ਅਸੀਂ, ਫਿਰ ਅਸੀਂ ਆਪ ਅੱਗੇ ਚਲੇ ਗਏ। ਉਹਨੇ ਚਿਰ ਨੂੰ ਉਹ 7-8 ਸੈਕਿੰਡ ਦਾ ਐਪੀਸੋਡ ਆ, ਉਹਦੇ 'ਚ ਕੋਈ ਬਹੁਤ ਜ਼ਿਆਦਾ ਨਹੀਂ ਹੈਗਾ। 7-8 ਸੈਕਿੰਡਾਂ ਦੇ ਵਿੱਚ ਸਿੰਘਾਂ ਨੇ ਬੈਰੀਕੇਡ ਪਰੇ ਕਰ ਦਿੱਤੇ ਤੇ ਅਸੀਂ ਅੱਗੇ ਤੁਰ ਪਏ। ਮਹਾਰਾਜ ਦੀ ਪਾਲਕੀ ਨੂੰ ਅਸੀਂ ਸਾਈਡ ਤੇ ਕੀਤਾ ਤੇ ਉਸ ਤੋਂ ਬਾਅਦ ਥਾਣੇ 'ਚ ਜਗ੍ਹਾ ਬਣਾਈ, ਉੱਥੇ ਜਾ ਕੇ ਮਹਾਰਾਜ ਦੀ ਪਾਲਕੀ ਨੂੰ ਲੈ ਕੇ ਆਉਂਦਾ। ਉਹ 10-15 ਮਿੰਟ ਬਾਅਦ ਦੀ ਗੱਲ ਹੈ। ਸੋ ਇਹ ਜਿਹੜਾ ਕਿਹਾ ਜਾ ਰਿਹਾ ਵੀ ਪੁਲਿਸ ਤੇ ਹਮਲਾ ਕਰ ਦਿੱਤਾ, ਇਹ ਬਹੁਤ ਨੌਨਸੈਂਸ ਗੱਲ ਹੈ। ਰਿਟੈਲੀਏਸ਼ਨ 'ਚ ਜ਼ਰੂਰ ਇੱਧਰੋਂ ਉੱਧਰੋਂ ਸਾਰਾ ਕੁਝ ਚੱਲਿਆ, ਪਰ ਉਹ ਵੀ 8-10 ਸੈਕਿੰਡ ਵਾਸਤੇ ਚੱਲਿਆ। ਉਸ ਤੋਂ ਬਾਅਦ ਪੁਲਿਸ ਸਾਈਡ ਤੇ ਹਟ ਗਈ। ਪੁਲਿਸ ਜਦੋਂ ਸਾਈਡ ਤੇ ਹਟੀ, ਉਸ ਤੋਂ ਬਾਅਦ ਅਸੀਂ ਥਾਣੇ 'ਚ ਗਏ ਤੇ ਮਹਾਰਾਜ ਦੀ ਪਾਲਕੀ ਦੇ ਬਾਅਦ ਚਾਹੀਏ ਥਾਣੇ ਦੇ ਵਿੱਚ। ਤੁਸੀਂ ਕਹਿ ਰਹੇ ਹੋ ਪੁਲਿਸ ਨੇ ਲਾਠੀ ਚਾਰਜ ਕੀਤਾ, ਫਿਰ ਬੈਰੀਕੇਡਿੰਗ ਤੋੜ ਕੇ ਅੰਦਰ ਸਾਰੇ ਗਏ। ਬੈਰੀਕੇਡਿੰਗ ਹਟਾਉਣ ਵੇਲੇ ਸਿੰਘਾਂ ਦੇ ਉੱਤੇ ਲਾਠੀ ਚਾਰਜ ਹੋਇਆ। ਬੈਰੀਕੇਡਿੰਗ ਹਟਾਉਣਾ ਠੀਕ ਸੀ? ਅਗਰ ਪੁਲਿਸ ਇੰਨੀ ਭੀੜ ਆ ਰਹੀ ਹੈ ਥਾਣੇ ਦੇ ਅੰਦਰ, ਪੁਲਿਸ ਨੂੰ ਵੀ ਇਹ ਗੱਲ ਤਾਂ ਪਤਾ ਹੈ ਵੀ ਹਜ਼ਾਰਾਂ ਲੋਕ ਆ ਰਹੇ ਨੇ, ਤੇ ਬੈਰੀਕੇਡਿੰਗ ਜਦੋਂ ਥਾਣੇ ਦੇ ਸਾਹਮਣੇ ਕੀਤਾ ਜਾਂਦੇ, ਪਿੱਛੇ ਕੀਤਾ ਹੋਵੇ 4 ਕਿਲੋਮੀਟਰ, ਫਿਰ ਤਾਂ ਕੋਈ ਤੁੱਕ ਬਣਦੀ ਹੈ। ਥਾਣੇ ਦੇ ਅੱਗੇ ਤੁਸੀਂ ਕਿੱਥੇ ਖਿਲਾਰਨਾ ਚਾਹੁੰਦੇ ਸਾਨੂੰ? ਪਰ 1-2 ਸਿੰਘ ਜਾਂ ਤੁਸੀਂ ਜਿਵੇਂ ਲੀਡ ਕਰ ਰਹੇ ਹੋ, ਤੁਸੀਂ ਅੰਦਰ ਜਾ ਸਕਦੇ ਸੀ। ਅਸੀਂ ਤਾਂ ਜਾਣ ਦੀ ਕੋਸ਼ਿਸ਼ ਤਾਂ ਕਰਦੇ ਜੇ ਪੁਲਿਸ ਉੱਥੇ ਲਾਠੀ ਚਾਰਜ ਨਾ ਕਰਦੀ। ਅਸੀਂ ਤੇ ਸਿੰਘਾਂ ਨੂੰ ਕਿਹਾ ਵੀ ਰੁਕੋ, ਅਸੀਂ ਆ ਰਹੇ ਹਾਂ, ਤੇ ਉਹਨੇ ਚਿਰ ਨੂੰ ਤੇ ਪੁਲਿਸ ਨੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ। ਹੁਣ ਉੱਥੇ ਜਿੰਨੀ ਸੰਗਤ ਸੀ, ਸਾਡਾ ਉੱਥੇ ਪਹੁੰਚਣ ਨੂੰ 5 ਮਿੰਟ ਲੱਗੇ ਸਾਨੂੰ। ਇੰਨਾ ਸਫ਼ਰ ਕਰਨ ਲਈ, ਕੰਧ ਜਿੰਨਾ ਸਫ਼ਰ ਕਰਨ ਲਈ 3 ਮਿੰਟ ਲੱਗੇ। ਸੰਗਤ ਦਾ ਵੀ ਆਪਾਂ ਨੂੰ ਵੇਖਣਾ ਪੈਣਾ ਨਾ, ਉੱਥੇ ਵੀ ਸੰਗਤ ਕਿੰਨੀ ਸੀ ਉੱਥੇ। ਤੁਸੀਂ ਉਸ ਵੀਡੀਓ 'ਚ ਇੱਕ ਹੋਰ ਗੱਲ ਕਹਿ ਰਹੇ ਹੋ ਕਿ ਏਜੰਸੀਆਂ ਤੱਕ ਗੱਲਾਂ ਪਹੁੰਚਾ ਦਿੰਦੇ ਹੋ ਕਿ ਭੀੜ ਨਹੀਂ ਇਕੱਠੀ ਕਰ ਸਕਦੇ। ਕਈ ਕਹਿ ਰਹੇ ਤੁਸੀਂ ਆਪਣਾ ਇੱਕ ਪਾਵਰ ਸ਼ੋ ਉੱਥੇ ਵਿਖਾਉਣ ਦੀ। ਉਹਦੇ 'ਚ ਗੱਲ ਹੋ ਰਿਹਾ, ਉਹ ਟੋਟਲੀ ਜਿਹਨਾਂ ਬੰਦਿਆਂ ਨੂੰ ਉਹਦਾ ਖਬਰ ਦਾ ਨਹੀਂ ਪਤਾ। ਕੁਝ ਆਰਟੀਕਲਸ ਲਿਖੇ ਗਏ ਸੀ ਵੀ ਅੰਮ੍ਰਿਤਪਾਲ ਸਿੰਘ ਇਜ਼ ਆਈਸੋਲੇਟਡ ਐਂਡ ਡੈਸਪਰੇਟ। ਇਹ ਆਰਟੀਕਲ ਨਿਊਜ਼ ਏਜੰਸੀ ਨੇ ਰਿਪੋਰਟਸ ਕੀਤੀਆਂ ਸੀ, ਥੱਲੇੋਂ ਉੱਪਰ ਤੱਕ ਜਾਂਦੀ ਹੈ ਨਾ, ਏਜੰਸੀਆਂ ਇਦਾਂ ਹੀ ਕੰਮ ਕਰਦੀਆਂ। ਇਹਨਾਂ ਨੇ ਰਿਪੋਰਟ ਦਿੱਤੀ ਸੀ, ਇਸੇ ਕਰਕੇ ਇਹਨਾਂ ਨੇ FIR ਸਾਡੇ ਕਹਿਣ ਦੇ ਉੱਤੇ ਉਹਨੂੰ ਰਿਵਿਊ ਵੀ ਨਹੀਂ ਕੀਤਾ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਸਾਨੂੰ ਕੁਛ ਨਾ ਕੁਛ ਕੱਟ ਕਰਨਾ ਪਊਗਾ। ਇਹਨਾਂ ਨੇ ਉੱਤੇ ਰਿਪੋਰਟ ਦਿੱਤੀ ਵੀ ਕੱਟ-ਕੁੱਟ ਕੁਛ ਨਹੀਂ ਹੁੰਦਾ, ਤੁਸੀਂ ਏਦਾਂ ਕਰੋ ਵੀ FIR ਕੰਟੀਨਿਊ ਰੱਖੋ। ਉਸ ਕਰਕੇ ਜਦੋਂ ਅਸੀਂ ਕਾਲ ਦਿੱਤੀ, ਕਾਲ ਅਸੀਂ 1 ਦਿਨ ਪਹਿਲਾਂ ਦਿੱਤੀ ਹੈ, ਇਸ ਵੇਲੇ ਕਾਲ ਦਿੱਤੀ, ਅਗਲੇ ਦਿਨ ਸਵੇਰ ਤੱਕ ਕੱਟ ਸੀ। ਸੋ ਕੋਈ ਬਹੁਤ ਲੰਮੀ ਪਲੈਨਿੰਗ ਨਹੀਂ ਕੀਤੀ ਕਾਲ ਲਈ। ਹਜ਼ਾਰਾਂ ਦੀ ਗਿਣਤੀ ਸੰਗਤ ਉੱਥੇ ਪਹੁੰਚੀ ਹੈ। ਉਹ ਗੱਲ ਮੈਂ ਤਾਂ ਕਹੀ ਸੀ ਵੀ ਪਹਿਲਾਂ ਤੁਸੀਂ ਝੂਠੀ ਇਨਫੋਰਮੇਸ਼ਨ ਉੱਤੇ ਪਾਸ ਔਨ ਕਰਦੇ ਵੀ ਭਾਈ ਕੱਟ ਨਹੀਂ ਹੁੰਦਾ ਫਲਾਣਾ। ਕੱਟ ਕਰਨ ਦੇ ਅਸੀਂ ਹੱਕ 'ਚ ਨਹੀਂ ਹੁੰਦੇ। ਬਹੁਤੀਆਂ ਥਾਵਾਂ ਦੇ ਉੱਤੇ ਅਸੀਂ ਭੀੜ ਇਕੱਠੀ ਕਰਨ ਦੇ ਹੱਕ 'ਚ ਨਹੀਂ ਹੁੰਦੇ, ਕਿਉਂਕਿ ਸਾਨੂੰ ਇਹ ਲੱਗਦਾ ਵੀ ਇਹ 'ਚ ਪਬਲਿਕ ਨੂੰ ਵੀ ਇਨਕਨਵੀਨੀਅੰਸ ਹੁੰਦੀ ਹੈ। ਜੇ ਕੋਈ ਰੋਡ ਬੰਦ ਹੁੰਦਾ, ਕੁਛ ਹੁੰਦਾ, ਪਬਲਿਕ ਨੂੰ ਇਨਕਨਵੀਨੀਅੰਸ ਹੁੰਦੀ ਹੈ, ਜੋ ਅਸੀਂ ਨਹੀਂ ਚਾਹੁੰਦੇ ਕਰਨਾ। ਪਰ ਜਦੋਂ ਮਜਬੂਰੀ ਵਾਸਤੇ ਸਾਡੇ ਕੋਲ ਰਾਹ ਨਹੀਂ ਵੱਜਦਾ, ਫਿਰ ਕਰੀਏ ਕੀ? ਫਿਰ ਹੋਰ ਕੁਛ ਰਾਹ 'ਚ ਸਾਡੇ ਕੋਲ ਬਚਿਆ ਨਹੀਂ। ਫਿਰ ਇਸ ਕਰਕੇ ਉਸ ਦਿਨ ਇਹ ਚਾਹੁੰਦੇ ਸੀ ਸਾਡੀ ਤੜ ਚੈੱਕ ਕਰਨਾ ਵੀ ਤੁਸੀਂ ਦੱਸੋ ਤੁਸੀਂ ਕੀ ਕਰ ਸਕਦੇ ਜੋ ਹੈ। ਅਸੀਂ ਸੰਗਤ ਨੂੰ ਉੱਥੇ ਇਕੱਠਿਆ ਕੀਤਾ, ਅਸੀਂ ਦੱਸਿਆ, ਤੇ ਉਹ ਫਿਰ ਨਾਲ ਦੀ ਨਾਲ FIR ਵੀ ਰੱਦ ਹੋ ਗਈ। ਫਿਰ ਨਾਲ ਦੀ ਨਾਲ ਇਹਨਾਂ ਮੰਨ ਵੀ ਲਿਆ ਵੀ ਉਹ ਬੰਦਾ ਅਸੀਂ ਗਲਤ ਫੜਿਆ। ਇਸੇ ਤਰ੍ਹਾਂ ਫਿਰ ਨਾਲ ਦੇ ਨਾਲ ਮਸਲੇ ਹੱਲ ਹੋ ਜਾਇਆ ਕਰਨਗੇ। ਕੋਈ ਸਿੰਘ ਤੁਹਾਡੇ ਕੋਲ ਫਰਿਆਦ ਲੈ ਕੇ ਆਉਂਦਾ ਹੈ, ਜਦੋਂ ਹੋਣਗੇ ਉਦੋਂ ਤੇ ਹੋਣਗੇ, ਜਦੋਂ ਨਹੀਂ ਹੋਣਗੇ ਨਹੀਂ ਹੋਣਗੇ। ਤੁਹਾਡਾ ਕੋਈ ਬੰਦਾ, ਤੁਹਾਡਾ ਪਰਿਵਾਰਕ ਮੈਂਬਰ ਕੋਈ ਅੰਦਰ ਚਲ ਜੇ, ਤੁਸੀਂ ਆਪਣੀ ਸਾਰੀ ਵਾਹ ਲਾਓਗੇ ਹੀ ਨਾ ਕਿਸੇ ਤਰੀਕੇ ਨਾਲ ਮੈਨੂੰ ਛਡਾਉਣ ਦੀ। ਆਪਾਂ ਦੇਖਦੇ ਹੀ ਹਾਂ ਪ੍ਰੋਟੈਸਟ ਇਸੇ ਕਰਕੇ ਹੁੰਦੇ। ਜੇ ਹੋਣਗੇ ਠੀਕ ਹੈ, ਜੇ ਨਹੀਂ ਹੋਣਗੇ ਤਾਂ ਵੱਖਰਾ ਵਿਸ਼ਾ। ਪਰ ਜੇ ਬੰਦਾ ਕੋਸ਼ਿਸ਼ ਨਾ ਕਰੇ, ਕਿੱਡੀ ਮਾੜੀ ਗੱਲ ਹੈ। ਹੁਣ ਜਿਹੜੇ ਸਿੰਘ ਨਾਲ ਤੁਰੇ ਫਿਰਦੇ ਨੇ, ਇਹਨਾਂ ਨੂੰ ਘੱਟੋ ਘੱਟ ਇਹਨਾਂ ਭਰੋਸਾ ਹੋਣਾ ਚਾਹੀਦਾ ਵੀ ਸਾਡੇ ਪਿੱਛੇ ਹਰ ਕੋਸ਼ਿਸ਼ ਕੀਤੀ ਜਾਊਗੀ ਸੰਭਵ। ਸਾਨੂੰ ਇਨੋਸੈਂਟ ਹੁੰਦਿਆਂ ਬਾਹਰ ਕਢਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਊਗੀ। ਅਸੀਂ ਇੱਥੋਂ ਤੱਕ ਰਿਵਿਊ ਲਈ ਤਿਆਰ ਸੀ ਵੀ ਤੁਸੀਂ ਜੇ ਲੱਗਦਾ ਤੁਹਾਨੂੰ ਕਿਸੇ ਬੰਦੇ ਦੇ ਖਿਲਾਫ ਸਬੂਤ ਹੈ ਸਾਨੂੰ ਦੱਸੋ, ਅਸੀਂ ਆਪ ਦੇ ਦਿੰਦੇ ਬੰਦਾ ਤੁਹਾਨੂੰ। ਪਰ ਜੇ ਤੁਸੀਂ ਇੱਦਾਂ 25 ਬੰਦਿਆਂ ਨੂੰ ਅਣਪਛਾਤੇ ਕਹਿ ਕੇ ਚੱਕਣ ਦੀ ਕੋਸ਼ਿਸ਼ ਕਰੋਗੇ ਤੇ ਫਿਰ ਤੇ ਗਲਤ ਗੱਲ ਹੈ ਨਾ। ਪਰ ਤੁਹਾਨੂੰ ਹੈਰਾਨੀ ਨਹੀਂ ਹੋਈ ਤੁਹਾਡਾ ਨਾਮ FIR 'ਚ ਤੂਫਾਨ ਸਿੰਘ ਨੂੰ ਅਰੈਸਟ ਕਰਦੇ ਨੇ? ਅਣਪਛਾਤਿਆਂ ਕਰਕੇ ਉਹਨਾਂ ਨੇ ਕਿਸੇ ਨੂੰ ਵੀ ਕਰ ਸਕਦੇ, ਪਰ ਤੁਹਾਡਾ ਨਾਮ FIR 'ਚ ਪੁਲਿਸ ਨੇ ਤੁਹਾਡੇ ਹੱਥ ਨਹੀਂ ਪਾਇਆ। FIR ਦੇ ਵਿੱਚ ਕੋਈ ਬਹੁਤ ਸੋਲਿਡ ਬੇਸਿਸ ਤੇ FIR ਨਹੀਂ ਸੀ ਹੈ। ਮਤਲਬ ਮੈਨੂੰ ਜੇ ਅਰੈਸਟ ਕਰਨਾ ਹੁੰਦਾ ਤੇ ਆਉਂਦੇ ਤੇ ਮੈਂ ਤੇ ਆਪ ਕਹਿੰਦਾ ਉਹ ਤਾਂ ਫਸਟ ਹੈਂਡ ਇਨਫੋਰਮੇਸ਼ਨ ਹੁੰਦੀ ਹੈ ਜੋ ਵੀ ਕੋਈ ਇਲਜ਼ਾਮ ਲਗਾਉਂਦਾ ਹੈ। ਪਰ ਉਹਦੇ 'ਚ ਵੀ FIR ਲੌਂਚ ਨਹੀਂ ਕੀਤੀ ਜਾਂਦੀ ਹੈ ਨਾਂ ਦੇ ਉੱਤੇ। ਉਹਦੀ ਵੀ ਇੱਕ ਇਨੀਸ਼ੀਅਲ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਵੀ ਕੋਈ ਵੀ ਬੰਦਾ, ਖਾਸ ਕਰ ਜਦੋਂ ਕੋਈ ਬੰਦਾ ਪਬਲਿਕ ਫਿਗਰ ਹੈ, ਉਹਦੇ ਉੱਤੇ ਇਲਜ਼ਾਮ ਲੱਗਦਾ, ਉਹਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ। ਹੁਣ ਮੈਂ ਸਵੇਰੇ ਉੱਠ ਕੇ ਮੁੱਖ ਮੰਤਰੀ ਤੇ ਇਲਜ਼ਾਮ ਲਾ ਦਿਆਂ, ਮੁੱਖ ਮੰਤਰੀ ਦੇ ਨਾਂ ਤੇ FIR ਥੋੜੀ ਲੌਂਚ ਹੋ ਜੂਗੀ। ਜਾਂ ਕਿਸੇ MP MLA ਨੂੰ ਕਹਿ ਦਿਆਂ ਵੀ ਫਲਾਣੇ ਬੰਦੇ ਨੇ ਮੇਰੇ ਨਾਲ ਏਦਾਂ ਕੀਤਾ। ਜਿਹੜੀ ਫਸਟ ਇਨਫੋਰਮੇਸ਼ਨ ਰਿਪੋਰਟ ਹੈ ਉਹ ਲਿਖੀ ਜਾਂਦੀ ਹੈ,
ਪਰ ਜਦੋਂ ਉਹਨੂੰ FIR ਦਾ ਨੰਬਰ ਦਿੱਤਾ ਜਾਂਦਾ ਹੈ, ਸਾਰਾ ਕੁਝ ਹੁੰਦਾ ਹੈ, ਉਦੋਂ ਇੱਕ ਪ੍ਰੋਸੈਸ ਹੈ। MLR ਰਿਪੋਰਟ ਕਦੋਂ ਕੱਟੀ ਗਈ, ਉਹਦੀ ਡਾਕਟਰੀ ਜਾਂਚ ਹੋਈ, ਕੀ ਹਿਸਾਬ ਕਿਤਾਬ ਹੋਇਆ, ਮੇਰੇ ਉੱਥੇ ਪ੍ਰੈਜ਼ੈਂਸ ਦੇ ਕੀ ਸਬੂਤ ਹੈ। ਜਿਹੜਾ ਕੁਝ ਲਿਖੀ ਫਿਰਦੇ ਸਾਰਾ ਕੁਝ ਮੇਰਾ ਉੱਥੇ ਨਹੀਂ ਹੈਗਾ। ਮੇਰੇ ਫੋਨ ਨੰਬਰ ਉਹ ਗਲਤ ਲਿਖੀ ਫਿਰਦੇ, ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹਨੇ ਸਾਰੀ ਜਾਂਚ ਕੀਤੀ ਹੈ। ਮਤਲਬ ਕਾਲੀ ਦੇ ਵਿੱਚ ਜੋ ਕੁਝ ਕਾਲੀ ਅੱਗੇ ਟੋਏ ਹੁੰਦੇ, ਕਾਲੀ 'ਚ ਉਹਨਾਂ ਇਹ ਕਦਮ ਚੁੱਕਿਆ, ਉਹਨਾਂ ਨੂੰ ਨਹੀਂ ਚੁੱਕਣੇ ਚਾਹੀਦੇ। ਗੱਲ ਇੱਥੇ ਨਿਬੜੀ ਆ ਵੀ ਅੱਗੇ ਤੋਂ ਵੀ ਜੇ ਆਪਾਂ ਚਾਹੁੰਦੇ ਹਾਂ ਵੀ ਸਾਰਾ ਕੁਝ ਹੀ ਨਾਰਮਲ ਰਵੇ, ਤੇ ਮੈਂ ਨੈਗੋਸ਼ੀਏਸ਼ਨ ਲਈ ਹਮੇਸ਼ਾ ਓਪਨ ਰਿਹਾ। ਇਹਨਾਂ ਨੂੰ ਪੁੱਛੋ, ਜਿੱਦਣ ਤੱਕ ਅਸੀਂ ਜਾ ਰਹੇ ਸੀ ਉਦੋਂ ਤੱਕ ਨੈਗੋਸ਼ੀਏਸ਼ਨ ਚੱਲ ਰਹੀ ਸੀ ਸਾਈਡ ਤੇ, ਪਰ ਮੈਂ ਉਦਣ ਕਿਹਾ ਵੀ ਭਾਈ ਅੱਜ ਨਹੀਂ, ਅੱਜ ਅਸੀਂ ਆਪਣੇ ਸਿੰਘ ਨੂੰ, ਤੁਸੀਂ ਉਹਨੂੰ ਕੁੱਟਿਆ ਮਾਰਿਆ ਫੜ ਕੇ ਕਸਟਡੀ ਦੇ ਵਿੱਚ, ਉਹਨੂੰ ਘਰੋਂ ਕ੍ਰਿਮੀਨਲਸ ਵਾਂਗੂ ਚੁੱਕਿਆ, 100-150 ਬੰਦਾ ਪੁਲਿਸ ਦਾ ਗਿਆ, ਉਹਦਾ 8 ਦਿਨ ਦਾ ਜਵਾਕ ਹੈ, 8 ਦਿਨ ਪਹਿਲਾਂ ਉਹਦਾ ਮੁੰਡਾ ਹੋਇਆ ਸੀ। ਉਹਦੇ ਸਾਹਮਣੇ ਉਹਨੂੰ ਚੁੱਕ ਕੇ ਲਿਆਂਦਾ, ਉਹਦੀ ਘਰ ਵਾਲੀ ਦੇ ਸਾਹਮਣੇ ਉਹਨੂੰ ਜਲੀਲ ਕੀਤਾ, ਕਦੀ ਸੀਏ ਸਟਾਫ, ਕਦੀ ਕਿਤੇ, 2 ਬੰਦੇ ਚੱਕੇ, ਇੱਕ ਨੂੰ ਸ਼ਾਮ ਨੂੰ ਛੱਡਿਆ ਇਹਨਾਂ ਨੇ ਹੈ। ਹੁਣ ਇਹ ਜਿਹੜਾ ਸਾਰਾ ਕੁਝ ਹੈ, ਇਹਦੀ ਰਿਕਵਰੀ ਕੌਣ ਕਰੂਗਾ? ਸੋ ਤੁਸੀਂ ਸਾਡੇ ਤੋਂ ਉਮੀਦ ਕਰਦੇ ਹੋ, ਅਸੀਂ ਪੇਸ਼ੈਂਟ ਰੱਖੀਆਂ ਸੀ ਉੱਥੇ ਬੁੱਧ ਸਿੰਘ ਵਾਲੀ ਸਟੇਜ ਤੋਂ ਵੀ ਇਹ ਗੱਲ ਕਹੀ ਸੀ ਵੀ ਤੁਸੀਂ ਬੁੱਧਵਾਰ, ਅਸੀਂ ਸੋਮਵਾਰ ਕਿਹਾ, ਅਸੀਂ ਬੁੱਧਵਾਰ ਤੱਕ ਕਹਿੰਦੇ ਹਾਂ ਵੀ ਤੁਸੀਂ ਇਹ ਮਸਲਾ ਹੱਲ ਕਰੋ। ਪਰ ਉਹਨਾਂ ਨੂੰ ਮਸਲੇ ਹੱਲ ਕਰਨ ਦੀ ਬਜਾਏ ਉਹਨਾਂ ਨੇ ਇਸ ਮਸਲੇ ਨੂੰ ਅੱਗੇ ਪੋਲੀਟੀਕਲੀ ਹੋਰ ਮੀਡੀਆ ਟ੍ਰਾਇਲ ਦੇ ਰੂਪ 'ਚ ਦਿੱਤਾ। ਫਿਰ ਝੂਠੀ ਇਨਫੋਰਮੇਸ਼ਨ, ਉਹਦਾ ਪਰਿਵਾਰ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਵੀ 35 ਮੋਬਾਈਲਾਂ ਦੀ ਲੋਕੇਸ਼ਨ ਟ੍ਰੇਸ ਹੋਈ ਹੈ। ਔਰ ਤੁਸੀਂ ਦੱਸੋ ਵੀ ਜੇ ਪੁਲਿਸ ਇਨਵੈਸਟੀਗੇਸ਼ਨ ਸੀ ਕਿ ਪਬਲਿਕ ਇਨਵੈਸਟੀਗੇਸ਼ਨ ਸੀ? ਪੁਲਿਸ ਕਹਿੰਦੀ ਵੀ ਅਸੀਂ ਇਨਫੋਰਮੇਸ਼ਨ ਦਿੱਤੀ ਨਹੀਂ, ਫਿਰ ਇਹਦਾ ਮਤਲਬ ਪਰਿਵਾਰ ਝੂਠ ਬੋਲੀ ਜਾ ਰਿਹਾ ਉਹਦਾ ਬੈਠ ਕੇ। ਤੁਹਾਨੂੰ ਲੱਗਦਾ ਉਸ ਦਿਨ ਮਤਲਬ ਅਜਨਾਲਾ ਵਾਲੀ ਸਿਚੁਏਸ਼ਨ ਅਵੋਇਡ ਨਹੀਂ ਕੀਤੀ ਜਾ ਸਕਦੀ ਸੀ? ਤੁਸੀਂ ਇਹ ਕਹਿ ਰਹੇ ਹੋ ਸ਼ਾਂਤਮਈ ਕੁਝ ਨਹੀਂ ਹੋ ਸਕਦਾ ਸੀ? ਸਾਡੇ ਵੱਲੋਂ ਅਵੋਇਡ ਨਹੀਂ ਸੀ ਕੀਤੀ ਜਾ ਸਕਦੀ, ਪੁਲਿਸ ਵੱਲੋਂ ਕੀਤੀ ਜਾ ਸਕਦੀ ਸੀ। ਪੁਲਿਸ ਜਿਹੜੀ ਇਹ ਕਹਿ ਰਹੀ ਵੀ ਅਸੀਂ ਰਿਸਪੈਕਟ ਕੀਤੀ, ਕਿਹੜਾ ਉਹਨਾਂ ਵਿਸ਼ਾਈ ਕੀਤੀ? ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਆ ਰਹੇ, ਅਸੀਂ ਫੁੱਲਾਂ ਦੀ ਵਰਖਾ ਕਰਨੀ, ਬੈਰੀਕੇਡ ਲਾ ਕੇ ਕੌਣ ਮਹਾਰਾਜ ਦਾ ਸਵਾਗਤ ਕਰਦਾ? ਉਹਨਾਂ ਨੂੰ ਨਹੀਂ ਪਤਾ ਹੋਏਗਾ, ਪੁਲਿਸ ਨੂੰ ਕੀ ਪਤਾ ਹੋਏਗਾ ਕਿ ਪਾਲਕੀ ਜਦੋਂ ਪੁਲਿਸ ਦੀ ਇੰਟੈਲੀਜੈਂਸ ਇੱਥੋਂ ਜਦੋਂ ਤੁਰੇ ਅਰਦਾਸ ਕਰਕੇ, ਇੱਕ ਦਿਨ ਪਹਿਲਾਂ ਕਿਹਾ ਵੀ ਅਸੀਂ ਤੁਰਨਾ ਹੈ, ਪਰ 70 ਕਿਲੋਮੀਟਰ ਦੇ ਏਰੀਆ 'ਚ 1500 ਨਾਕੇ ਸੀ, ਪੁਲਿਸ ਤੇ ਸਾਈਡਾਂ ਤੇ ਖੜੀ ਸੀ, ਭਾਵੇਂ ਸਾਨੂੰ ਨਹੀਂ ਰੋਕਿਆ ਉਹਨਾਂ ਨੇ, ਪਰ ਪਤਾ ਤੇ ਲੱਗ ਰਿਹਾ ਸੀ ਵੀ ਕੌਣ ਆ ਰਿਹਾ। ਤੁਹਾਨੂੰ ਹੈਰਾਨੀ ਨਹੀਂ ਹੋਈ? ਤੁਸੀਂ ਉਸ ਦਿਨ ਕਹਿ ਰਹੇ ਸੀ ਕਿ ਤੁਹਾਡੇ ਬਹੁਤ ਸਾਰੇ ਸਿੰਘ ਜੋ ਨੇ, ਜੋ ਉਸ ਭੀੜ 'ਚ ਆਉਣਾ ਚਾਹੁੰਦੇ ਸੀ, ਉਸ ਤੁਹਾਡੇ ਥਾਣੇ ਆਉਣਾ ਚਾਹੁੰਦੇ ਸੀ, ਉਹਨਾਂ ਨੂੰ ਹਾਊਸ ਅਰੈਸਟ ਕਰ ਲਿਆ ਗਿਆ, ਡਿਟੇਨ ਕੀਤਾ ਗਿਆ। ਤੇ ਨਹੀਂ, ਉਹ ਚਾਹੁੰਦੇ ਸੀ ਵੀ ਮੈਂ ਉੱਥੇ ਪਹੁੰਚਾਂ ਪਰ ਸੰਗਤ ਨਾ ਪਹੁੰਚੇ। ਦੇਖੋ, ਇੱਕ ਹੁੰਦਾ ਹੈ ਨਾ ਵੀ ਅਗਲੇ ਬੰਦੇ ਨੂੰ ਕਹਿਣਾ ਵੀ ਨਹੀਂ ਤੇਰੇ ਪਿੱਛੇ ਸੰਗਤ ਨਹੀਂ ਆਈ। ਬਿਆਸ ਇਹਨਾਂ ਨੇ ਜਾਮ ਕੀਤਾ, ਹਰੀਕੇ ਹੈਡ ਜਾਮ ਕੀਤਾ, ਘੱਟੋ ਘੱਟ ਹਜ਼ਾਰਾਂ ਬੰਦੇ ਇਹਨਾਂ ਨੇ ਡਿਟੇਨ ਕੀਤੇ। ਸਾਡੇ ਕੋਲ ਤਾਂ ਮੈਨੂੰ ਕਹਿੰਦਾ 60-70 ਬੰਦੇ ਦੇ ਵੀਡੀਓਜ਼ ਮੌਜੂਦ ਆ, ਜਿਹਨਾਂ ਦੇ ਘਰ CCTV ਲੱਗੇ ਹੋਏ, ਜਿਹਨਾਂ ਘਰ ਪੁਲਿਸ ਬੈਠੀ। 60 ਬੰਦੇ ਥਾਣਾ ਬੀ ਡਿਵੀਜ਼ਨ ਅੰਮ੍ਰਿਤਸਰ 'ਚ ਇਹਨਾਂ ਅਰੈਸਟ ਕੀਤੇ, ਫਤਿਹਗੜ੍ਹ ਚੂੜੀਆਂ ਰੋਡ ਬੰਦ ਕੀਤਾ। ਇਹਨਾਂ ਨੇ ਹਰ ਜਨਾਲੇ ਨੂੰ ਜਾਂਦਾ 2 ਬੱਸਾਂ ਜ਼ਬਰਦਸਤੀ ਦਰਬਾਰ ਸਾਹਿਬ ਛੱਡ ਕੇ ਆਏ। ਉਹ ਕਹਿੰਦੇ ਅਸੀਂ ਜਨਾਲੇ ਜਾਣਾ, ਕਹਿੰਦੇ ਨੇ ਦਰਬਾਰ ਸਾਹਿਬ ਛੱਡ ਕੇ ਉਹਨਾਂ ਨੂੰ ਸਕਾਟ ਕਰਕੇ ਪੁਲਿਸ ਲਾ ਕੇ ਦਰਬਾਰ ਸਾਹਿਬ ਛੱਡਿਆ ਗਿਆ ਸੰਗਤ ਨੂੰ। ਸੋ ਇਹਦਾ ਮਤਲਬ ਇਹ ਹੈ ਵੀ ਉੱਥੇ ਜਿਹੜੀ ਸੰਗਤ ਪਹੁੰਚੀ 20-25% ਸੀ, 75% ਸੰਗਤ ਨੇ ਰੋਕਿਆ ਰਾਹ ਦੇ ਵਿੱਚ। ਘੱਟੋ ਘੱਟ ਸਾਡੀਆਂ 40-50 ਬੱਸਾਂ ਜਿਹੜੀਆਂ ਇਦਾਂ 5-7 ਬੱਸਾਂ ਤੇ ਇਹਨਾਂ ਨੇ ਖਾਲੀ ਕਰਾ ਕੇ ਥਾਣੇ ਲੈ ਗਏ, ਸੰਗਤ ਤੁਰ ਕੇ ਆਉਣੀ ਸ਼ੁਰੂ ਹੋ ਗਈ। ਸੋ ਇਹਦਾ ਮਤਲਬ ਇਹ ਹੈ ਵੀ ਇਹ ਚਾਹੁੰਦੇ ਸੀ ਵੀ ਮੈਂ ਉੱਥੇ ਪਹੁੰਚਾਂ, ਸੰਗਤ ਨਾ ਪਹੁੰਚੇ। ਜਿਹੜਾ ਇਹਨਾਂ ਦਾ ਪਲਾਨ ਸਕਸੈਸਫੁਲ ਨਹੀਂ ਹੋਇਆ ਹੈ। ਸਾਡੀ ਜਥੇਬੰਦੀ ਦੇ ਮੇਨ ਬੰਦੇ ਨੂੰ ਡਿਟੇਨ ਕੀਤਾ ਗਿਆ। ਸੋ ਜਿਹੜੀ ਇਹ ਗੱਲ ਹੈ ਸਾਰੀ, ਇਹ ਗੱਲ ਦੇ ਵਿੱਚੋਂ ਨਤੀਜਾ ਇਹ ਨਿਕਲਦਾ ਵੀ ਇਹ ਬੰਦੇ ਕੀ ਚਾਹੁੰਦੇ ਸੀ, ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਜਦੋਂ ਬਾਅਦ 'ਚ ਰੱਦ ਕੀਤੀ FIR, ਤੁਹਾਨੂੰ ਪਹਿਲਾਂ ਵੇਖਣਾ ਚਾਹੀਦਾ ਸੀ। ਘੱਟੋ ਘੱਟ ਤੁਸੀਂ ਉਹਦੇ 'ਚ ਰਿਵਿਊ ਕਮੇਟੀ ਬਿਠਾਉਂਦੇ। 15 ਦਿਨ ਦਾ ਪ੍ਰੋਸੈਸ ਹੈ ਜੀ, ਕਹਿੰਦੇ ਵੀ ਜੇ ਇਹਨੂੰ ਰਿਵਿਊ ਕਰਨਾ FIR ਨੂੰ, ਉਹਨੇ ਚਿਰ 'ਚ ਤੁਸੀਂ ਬੰਦੇ ਨੂੰ ਨਸ਼ਾ ਤੇ ਕਹਿ ਕੇ ਚੁੱਕੀ ਜਾਓਗੇ। ਤੁਸੀਂ ਆਪ ਹੀ ਕਿਹਾ ਕਿ ਪੁਲਿਸ ਜਿਹੜੀ ਪੋਲੀਟੀਕਲ ਪ੍ਰੈਸ਼ਰ 'ਚ ਕੰਮ ਕਰਦੀ ਹੈ, ਪਰ ਪੁਲਿਸ ਦੇ ਹੱਥ ਵਾਸ ਤਾਂ ਕੁਝ ਵੀ ਨਹੀਂ ਸੀ। ਪਰ ਪੁਲਿਸ ਦੇ ਹੱਥ ਵਾਸ ਘੱਟੋ ਘੱਟ ਇਹ ਤੇ ਹੁੰਦਾ ਨਾ ਵੀ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਆਣ ਕੇ ਪੁਲਿਸ ਨੂੰ ਬਹੁਤੀ ਗੱਲ ਕੀ ਕਹਿਣਗੇ ਵੀ ਤੁਹਾਡੀ ਬਦਲੀ ਕਰ ਦੇਣਗੇ। ਬੰਦੇ ਕੋਲ ਸੱਚ ਤੇ ਹੁੰਦਾ ਨਾ ਨਾਲ, ਸੱਚਾ ਬੰਦਾ ਜਿਹੜਾ ਵਾ, ਉਹ ਕਈ ਪੁਲਿਸ ਅਫਸਰ ਸੱਚੇ ਹੁੰਦੇ, ਨਹੀਂ ਕਰਦੇ ਇਹੋ ਜਿਹੀ ਪ੍ਰੈਸ਼ਰ 'ਚ ਆਣ ਕੇ ਵੀ ਕਾਰਵਾਈ। ਇਹਦਾ ਮਤਲਬ ਹੈ ਕੱਲ ਨੂੰ ਪੁਲਿਸ ਤੇ ਪੋਲੀਟੀਕਲ ਪ੍ਰੈਸ਼ਰ ਹੋਊਗਾ, ਕੁਝ ਵੀ ਕਰ ਦੇਣਗੇ। ਕੁਝ ਆਫ ਦਾ ਰਿਕਾਰਡ ਪੁਲਿਸ ਨੇ ਦੱਸਿਆ ਉਹ ਚੀਜ਼ਾਂ ਪ੍ਰੈਸ਼ਰ ਵਾਲੀਆਂ? ਕੁਝ ਵੀ ਨਹੀਂ ਦੱਸਿਆ। ਦੇਖੋ, ਆਫ ਦਾ ਰਿਕਾਰਡ FIR ਹੀ ਪੜ੍ਹ ਲਓ, ਤੁਹਾਨੂੰ ਸਾਰਾ ਸਮਝ ਆ ਜਾਊਗਾ। ਤੁਸੀਂ ਕਿਸੇ ਚੰਗੇ ਵਕੀਲ ਨੂੰ ਬਿਠਾ ਕੇ ਫਿਰ ਪੜ੍ਹਾ ਲਓ MLR ਰਿਪੋਰਟ ਕਦੋਂ ਕੱਟੀ ਗਈ, ਕਿਵੇਂ ਉਹਨੂੰ ਪ੍ਰਿੰਟ ਕੀਤਾ ਗਿਆ, ਕਿਵੇਂ ਪ੍ਰਿੰਟ ਕਰਨ ਤੋਂ ਬਾਅਦ 'ਚ ਲਿਖਣ ਦੀ ਬਜਾਏ ਪਹਿਲਾਂ FIR ਪ੍ਰਿੰਟ ਹੋਈ, ਫਿਰ ਉਹਦੇ ਸਾਈਨ ਲੈ ਗਏ ਬੰਦੇ ਦੇ, ਉਹਦੀ ਪ੍ਰੈਜ਼ੈਂਸ 'ਚ FIR ਨਹੀਂ ਲਿਖੀ ਗਈ। ਸੋ ਇਹ ਸਾਰਾ ਕੁਝ ਜੋ ਕੁਝ ਵਾਪਰਿਆ, ਇਹਦੇ ਪਿੱਛੇ ਜੋ ਕੁਝ ਹੋਇਆ ਇਹ ਪੁਲਿਸ ਨੂੰ ਵੀ ਪਤਾ ਹੈ। ਹੁਣ ਇਹ ਐਡਮਿਟ ਤੇ ਕੋਈ ਵੀ ਨਹੀਂ ਕਰਦਾ ਹੁੰਦਾ ਵੀ ਕਿੰਨੇ ਪੋਲੀਟੀਕਲ ਪ੍ਰੈਸ਼ਰ ਪਾਇਆ, ਨਾ ਅਸੀਂ ਨਾ ਲਈਏ, ਕਿਉਂਕਿ ਇਹਦੇ ਐਵੀਡੈਂਸ ਸਾਡੇ ਕੋਲ ਨਹੀਂ ਹੈਗੇ ਕਿ ਕਿੰਨੇ ਪੋਲੀਟੀਕਲ ਪ੍ਰੈਸ਼ਰ ਪਾਇਆ। ਐਵੇਂ ਕਿਸੇ ਦਾ ਨਾਂ ਲੈ ਦੀ ਚੰਗੀ ਗੱਲ ਨਹੀਂ। ਪਰ ਜੋ ਕੁਝ ਹੋਇਆ ਅਨਫੋਰਚੂਨੇਟ ਸੀ, ਉਹਦੇ 'ਚ ਇੰਜਰੀਜ਼ ਵੀ ਹੋਈਆਂ, ਬੰਦਿਆਂ ਨੂੰ ਵੀ ਹੋਈਆਂ, ਪੁਲਿਸ ਨੂੰ ਵੀ ਹੋਈਆਂ। ਸਾਰਾ ਕੁਝ ਅਵੋਇਡ ਕੀਤਾ ਜਾ ਸਕਦਾ ਸੀ ਜੇ ਝੂਠੀ FIR ਨਾ ਹੁੰਦੀ। ਜਦੋਂ ਵੀ ਆਪਾਂ ਕੋਈ ਗੱਲ ਕਰਦੇ ਹਾਂ, ਆਪਾਂ ਹਮੇਸ਼ਾ ਕੌਨਸੀਕੁਐਂਸਸ ਦੀ ਗੱਲ ਨਾ ਕਰਿਆ ਕਰੀਏ। ਆਪਾਂ ਇਹ ਗੱਲ ਕਰਿਆ ਕਰੀਏ ਵੀ ਉਹ ਕਿਹੜੇ ਨਤੀਜੇ ਵਜੋਂ ਇਹ ਸਾਰਾ ਕੁਝ ਵਾਪਰਿਆ ਤੇ ਕਿਵੇਂ ਇਹਨੂੰ ਅਵੋਇਡ ਕੀਤਾ ਜਾ ਸਕਦਾ ਸੀ। ਜੇ ਸਾਰਾ ਕੁਝ ਵਾਪਰਨ ਦਾ ਕਾਰਨ ਇਹ ਸੀ ਵੀ ਉੱਥੇ ਇੱਕ FIR ਹੋਈ, ਜਿਸ FIR ਨੂੰ ਟੋਟਲੀ ਅਵੋਇਡ ਕੀਤਾ ਜਾ ਸਕਦਾ ਸੀ, ਤੇ ਜੇ ਪੁਲਿਸ ਕਰ ਦਿੰਦੀ, ਤੇ ਮੈਨੂੰ ਲੱਗਦਾ ਵੀ ਜੇ ਅਸੀਂ ਬਿਨਾਂ ਉਹਨਾਂ ਦੇ FIR ਨਾ ਕਰਨ ਤੋਂ ਬਿਨਾਂ ਜਨਾਲੇ ਜਾ ਕੇ ਤੁਰੇ ਫਿਰਦੇ, ਤੇ ਫਿਰ ਤੇ ਅਸੀਂ ਵਾਕਿਆ ਦੋਸ਼ੀ ਹੁੰਦੇ। ਅਜਨਾਲੇ ਵਾਲੀ ਗੱਲ ਤੇ ਉਹੀ ਪਾਲਕੀ ਸਾਹਿਬ ਤੁਸੀਂ ਗੱਲ ਕੀਤੀ ਹੈ, ਲੋਕ ਕਹਿੰਦੇ ਕਿ ਤੁਸੀਂ ਢਾਲ ਕਿਉਂ ਬਣਾਇਆ, ਪੋਲੀਟੀਕਲ ਲੀਡਰਸ ਵੀ ਕਹਿ ਰਹੇ ਨੇ। ਤੁਸੀਂ ਦੇਖੋ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕਮੇਟੀ ਬਣਾ ਦਿੱਤੀ ਹੈ। ਅਗਰ ਉੱਥੇ
ਇਸ ਤਰ੍ਹਾਂ ਦੀ ਜਿਵੇਂ ਅਣਸੁਖਾਵੀ ਘਟਨਾ ਕੋਈ ਹੋ ਜਾਂਦੀ, ਬੇਅਦਬੀ ਹੋ ਜਾਂਦੀ, ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ? ਦੇਖੋ ਬੇਅਦਬੀ ਕਿਉਂ ਹੋ ਜਾਂਦੀ, ਅਸੀਂ ਪੂਰੀ ਵਹੀਰ ਲੈ ਕੇ ਚੱਲੇ ਆ ਹੈ, ਅਸੀਂ ਸਾਰਾ ਕੁਝ ਇੱਕ ਤੁਸੀਂ ਤਾਂ ਇਹ ਵੀ ਨਹੀਂ ਸੋਚ ਕੇ ਚੱਲੇ ਸੀ ਕਿ ਕੋਈ ਤੁਹਾਡੇ ਬੰਦੇ ਜਾਂ ਪੁਲਿਸ ਵਾਲੇ ਜ਼ਖਮੀ ਹੋਣਗੇ, ਤੁਸੀਂ ਇਸ ਇਰਾਦੇ ਨਾਲ ਤਾਂ ਨਹੀਂ ਚੱਲੇ ਸੀ? ਮੇਰੀ ਗੱਲ ਸੁਣੋ ਨਾ, ਉਹੀ ਮੈਂ ਗੱਲ ਕਹਿ ਰਿਹਾ। ਹੁਣ ਦੇਖੋ ਅਸੀਂ ਇਹ ਗੱਲ ਕਹੀ ਸੀ ਵੀ ਪੁਲਿਸ ਨਾਲ ਕੁਝ ਕਰਨਾ ਹੈ, ਅਸੀਂ ਤਾਂ ਕਿਹਾ ਸੀ ਅੰਮ੍ਰਿਤ ਸੰਚਾਰ ਕਰਾਉਣਾ। ਅੰਮ੍ਰਿਤ ਸੰਚਾਰ ਗੁਰੂ ਦੀ ਹਜ਼ੂਰੀ ਤੋਂ ਬਿਨਾਂ ਹੋ ਸਕਦਾ? ਅਸੀਂ ਕਿਹਾ ਵੀ ਖਾਲਸਾ ਵੀਰ ਲੈ ਕੇ ਇੱਥੋਂ ਤੁਰਾਂਗੇ ਇੱਕ ਦਿਨ ਪਹਿਲਾਂ, ਖਾਲਸਾ ਵੀਰ ਮਹਾਰਾਜ ਦੀ ਪਾਲਕੀ ਤੋਂ ਬਿਨਾਂ ਕਦੇ ਚੱਲ ਜੂਗੀ? ਸੰਤ ਕਰਤਾਰ ਸਿੰਘ ਭਿੰਡਰਾਲੇ ਨੇ ਐਮਰਜੈਂਸੀ ਦੇ ਖਿਲਾਫ 37 ਜਲੂਸ ਕੱਢੇ, ਨਗਰ ਕੀਰਤਨ 37 ਜਲੂਸ, 37ਵਾਂ ਦਿੱਲੀ ਗਿਆ, 36 ਪੰਜਾਬ 'ਚ ਸੀ। ਹੁਣ 36 ਜਲੂਸ ਮਹਾਰਾਜ ਦੀ ਹਜ਼ੂਰੀ 'ਚ ਤਾਂ ਐਮਰਜੈਂਸੀ ਦੇ ਉਲਟ ਉਹਨਾਂ ਨੇ ਕਹਿਣਾ ਕਿ ਗੁਰੂ ਸਾਹਿਬ ਨੂੰ ਢਾਲ ਬਣਾਇਆ। ਉਹ ਕਹਿੰਦੇ ਪ੍ਰੋਟੈਸਟ ਕਰਨ ਨਹੀਂ ਹੋ ਜਾਂਦੇ ਸੀ। ਪ੍ਰੋਟੈਸਟ ਦੇ ਵਿੱਚ ਸਾਰੇ ਥਾਂ ਗੁਰੂ ਪ੍ਰੋਟੈਸਟ ਹੀ ਹੁੰਦਾ, ਐਮਰਜੈਂਸੀ ਦੇ ਵਿੱਚ ਨਗਰ ਕੀਰਤਨ ਕੱਢਣਾ ਪ੍ਰੋਟੈਸਟ ਹੁੰਦਾ। ਉਹ ਕਹਿੰਦੇ ਨਗਰ ਕੀਰਤਨ ਤੇ ਪ੍ਰੋਟੈਸਟ ਉਹ ਦੋ ਅਲੱਗ ਚੀਜ਼ਾਂ ਸੀ। ਨਗਰ ਕੀਰਤਨ ਐਮਰਜੈਂਸੀ ਜਦੋਂ ਅਲਾਉਡ ਹੀ ਨਹੀਂਗਾ ਤੇ ਫਿਰ ਕੌਣ ਰਿਸਪੌਂਸਿਬਲ ਹੁੰਦਾ ਜੇ ਬੇਅਦਬੀ ਹੋ ਜਾਂਦੀ? ਇਹ ਤੇ ਸਿਰਫ ਬਹਾਨੇਬਾਜ਼ੀ ਹੈ। ਜਿਹੜੇ ਬੰਦੇ ਨੇ ਬੇਅਦਬੀ ਕਰਾਈ, ਜਿਨ੍ਹਾਂ ਦੇ 4 ਸ਼ੀਟਾਂ ਫਾਈਲ ਹੋ ਗਈਆਂ, ਉਹ ਬੰਦੇ ਗੱਲ ਕਹਿੰਦੇ ਫਿਰਦੇ ਬੇਅਦਬੀ ਕਰਾ ਦੋ ਤੁਸੀਂ। ਅਸੀਂ ਗੁਰੂ ਦਾ ਅਦਬ ਕਾਇਮ ਕਰਨ ਲਈ ਪਿੰਡਾਂ 'ਚ ਤੁਰੇ ਫਿਰਦੇ ਹਾਂ, ਸਾਡੇ ਤੇ ਇਲਜ਼ਾਮ ਲੱਗੂਗਾ ਕਿ ਮਰਿਆਦਾ ਕਾਇਮ ਹੋਈ ਉਸ ਦਿਨ? ਮਰਿਆਦਾ ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਹੈ, ਅਕਾਲ ਤਖਤ ਸਾਹਿਬ ਸਾਨੂੰ ਤਲਬ ਕਰ ਲਵੇ, ਅਸੀਂ ਜਾ ਕੇ ਤੁਸੀਂ ਪੇਸ਼ ਹੋਵੋਗੇ? ਅਸੀਂ ਆਨਸਰ ਬਣੇ ਅਕਾਲ ਤਖਤ ਸਾਹਿਬ ਤੋਂ। ਅਸੀਂ ਕਦੋਂ ਭਗੌੜੇ ਹੋਏ ਅਜੇ ਤੱਕ? ਸਾਨੂੰ ਦੱਸਣ ਵੀ ਕਿੱਥੇ ਆਉਣਾ, ਅਸੀਂ ਆਣ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਕਹਿ ਦਾਂਗੇ ਵੀ ਆਹ ਹਿਸਟੋਰੀਕਲ ਐਵੀਡੈਂਸਸ ਨੇ। ਹੁਣ ਤੁਸੀਂ ਮੈਨੂੰ ਦੱਸੋ, ਜੰਗ ਦੇ ਵਿੱਚ ਸਿੱਖ ਰੈਜੀਮੈਂਟ ਪ੍ਰਕਾਸ਼ ਕਰਦੀ ਏ, ਉੱਥੇ ਕੋਈ ਵੱਧ ਘੱਟ ਹੋ ਜਾਏ, ਉੱਥੇ ਬੰਬ ਡੇਪੇ, ਫਿਰ ਕੌਣ ਜ਼ਿੰਮੇਵਾਰ ਹੈ ਇਹਦਾ? ਜੰਗ ਵਰਗੇ ਮਾਹੌਲ ਦੇ ਵਿੱਚ ਕੋਈ ਬੰਬ ਸੁੱਟ ਦੇਵੇ, ਕੋਈ ਬੰਦਾ ਉਧਰ ਦੁਸ਼ਮਣ ਫੌਜ ਦਾ, ਜੰਗ ਤੇ ਹੋ ਰਹੀ ਹਿੰਦੁਸਤਾਨ ਜਾਂ ਚੀਨ ਦੀ, ਉੱਥੇ ਮਹਾਰਾਜ ਦਾ ਕੀ ਕੰਮ ਹੈ? ਮੈਂ ਪੋਲੀਟੀਕਲ ਬਿਆਨਬਾਜ਼ੀ ਨੂੰ ਇੱਕ ਪਾਸੇ ਰੱਖਦੀ ਹਾਂ, ਇਸ ਮਰਿਆਦਾ ਨੂੰ ਲੈ ਕੇ ਬਹੁਤ ਸਾਰੇ ਲੋਕ, ਕੁਝ ਧਾਰਮਿਕ ਸ਼ਖਸੀਅਤਾਂ, ਕੁਝ ਧਾਰਮਿਕ ਜਥੇਬੰਦੀਆਂ ਵੀ ਕੁਐਸਚਨ ਕਰ ਰਹੀਆਂ ਨੇ। ਇਸ ਲਈ ਪ੍ਰੈਸ਼ਰ ਚ ਹੀ ਸ਼ਾਇਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਮੇਟੀ ਬਣਾਉਣੀ ਪਈ। ਨਹੀਂ, ਕਮੇਟੀ ਉਹਨਾਂ ਨੇ ਬਣਾਈ, ਚੰਗੀ ਗੱਲ ਹੈ। ਜੇ ਉਹਨਾਂ ਕਮੇਟੀ ਬਣਾਤੀ ਹੈ, ਉਹਨਾਂ ਕਮੇਟੀ ਦੇ ਵਿੱਚ ਇਹ ਲਿਖਿਆ ਵੀ ਪ੍ਰੋਟੈਸਟ ਵਾਲੀ ਜਗ੍ਹਾ ਤੇ ਮਹਾਰਾਜ ਦਾ ਪ੍ਰਕਾਸ਼ ਹੋਣਾ ਚਾਹੀਦਾ ਕਿ ਨਹੀਂ ਚਾਹੀਦਾ, ਸਪੈਸੀਫਿਕਲੀ ਇਸ ਘਟਨਾ ਨੂੰ ਲੈ ਕੇ ਨਹੀਂ। ਹਾਂ, ਜ਼ਰੂਰ ਹੈ ਵੀ ਇਸ ਘਟਨਾ ਤੋਂ ਬਾਅਦ ਚ ਕਮੇਟੀ ਬਣੀ, ਉਹ ਵੱਖਰਾ ਵਿਸ਼ਾ ਹੈ। ਹੁਣ ਪ੍ਰਕਾਸ਼ ਮਹਾਰਾਜ ਦਾ ਜੀਰੇ ਵੀ ਸੀ, ਮਹਾਰਾਜ ਦਾ ਪ੍ਰਕਾਸ਼ ਬਾਈਬਲ ਵੀ ਹੈ, ਮਹਾਰਾਜ ਦਾ ਪ੍ਰਕਾਸ਼ ਚੰਡੀਗੜ੍ਹ ਮੋਰਚੇ ਤੇ ਵੀ, ਦਿੱਲੀ ਮੋਰਚੇ ਤੇ ਵੀ, ਕਈਆਂ ਥਾਵਾਂ ਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਸੀ। ਹੁਣ ਇਹ ਕਮੇਟੀ ਦੇ ਵਿੱਚ ਇਹ ਫੈਸਲਾ ਹੋਊਗਾ, ਹਿਸਟੋਰੀਕਲ ਐਵੀਡੈਂਸ ਨੂੰ ਵੇਖਿਆ ਜਾਊਗਾ, ਸਾਰਾ ਕੁਝ ਹੋਊਗਾ, ਕਮੇਟੀ ਬਣੀ ਹੈ ਉਹਦੇ ਚ ਸਾਰਾ ਕੁਝ ਹੋਊਗਾ। ਪਰ ਪ੍ਰੋਬਲਮ ਇਹ ਆ ਵੀ ਪੋਲੀਟੀਕਲ ਬੰਦਿਆਂ ਦਾ ਕੀ ਲੈਣਾ ਦੇਣਾ ਇਸ ਗੱਲ ਦੇ ਨਾਲ? ਉਹ ਬੰਦੇ ਪੋਲੀਟੀਕਲ ਬੰਦੇ ਜਿਹਨਾਂ ਬੰਦਿਆਂ ਨੇ ਮਹਾਰਾਜ ਦੇ ਸਰੂਪ ਜਿਹੜੇ ਸੀ ਉਹ ਵੇਚ ਦਿੱਤੇ, ਉਹਨਾਂ ਦੀ ਕੋਈ ਰਿਕਾਰਡ ਨਹੀਂ ਦਿੱਤੇ, ਉਹਨਾਂ ਦੇ ਮੋਰਚੇ ਲੱਗੇ ਪਏ, ਉਹ ਬੰਦੇ ਸਾਨੂੰ ਕਹਿਣਗੇ। ਬਾਕੀ ਜਿਹੜੇ ਬੰਦੇ ਮੇਰੇ ਖਿਲਾਫ ਬੋਲ ਰਹੇ ਨੇ, ਤੁਸੀਂ ਮੈਨੂੰ ਦੱਸੋ ਅੱਜ ਤੱਕ ਮੇਰੇ ਹੱਕ 'ਚ ਕਦੋਂ ਬੋਲੇ ਸੀ? ਜਿਹੜੇ ਬੰਦੇ ਪਹਿਲਾਂ ਮੇਰੇ ਵਿਰੋਧੀ ਰਹੇ ਆ, ਚਾਹੇ ਮੈਂ ਉਦੋਂ ਵਹੀਰ ਕੱਢੀ ਆ, ਉਦੋਂ ਵੀ ਇਹਨਾਂ ਨੇ ਕਿਹਾ ਇਹਨੇ ਲੋਕਾਂ ਦੇ ਪੁੱਤ ਮਰਾ ਦੇਣੇ ਨੇ ਹੈ। ਜੇ ਨਸ਼ਿਆਂ ਦੀ ਗੱਲ ਕੀਤੀ ਆ ਤੇ ਇਹਨਾਂ ਨੇ ਕਿਹਾ ਵੀ ਨਸ਼ੇ ਇਦਾਂ ਥੋੜੀ ਛੁੱਟਦੇ ਹੁੰਦੇ ਆ। ਜੇ ਸਿਰ ਮੰਗਣ ਦੀ ਗੱਲ ਕੀਤੀ ਆ, ਜਿਹੇ ਲੋਕਾਂ ਸਿਰ ਮੰਗਦਾ, ਸਿਰ ਤੇ ਮਹਾਰਾਜ ਨੇ ਮੰਗੇ। ਸੋ ਉਹ ਬੰਦੇ ਜਿਹੜੇ ਜੇ ਗੁਰਦੁਆਰੇ 'ਚ ਕੁਰਸੀਆਂ ਦਾ ਮਸਲਾ ਬਣਿਆ ਉਦੋਂ ਮੇਰੇ ਖਿਲਾਫ ਖੜ ਗਏ। ਸੋ ਜਿਹੜੇ ਬੰਦੇ ਹਮੇਸ਼ਾ ਹੀ ਮੇਰੇ ਖਿਲਾਫ ਖੜੇ ਆ, ਉਹਨਾਂ ਅੱਜ ਵੀ ਖੜੇ ਆ, ਕੱਲ ਵੀ ਖੜੇ ਰਹਿਣਾ। ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲੱਭ ਲੈਣਾ ਮੇਰੇ 'ਚ, ਮੇਰੇ 'ਤੇ ਕੋਈ ਨਾ ਕੋਈ ਨੁਕਸਾਨ ਲੱਭੀ ਫਿਰਨਾ ਹੈ। ਆਪਾਂ ਉਹਨਾਂ ਬੰਦਿਆਂ ਦੀ ਗੱਲ ਨਾ ਕਰੀਏ ਜਿਹੜੇ ਬੰਦੇ ਆਲਰੇਡੀ ਮੇਰੇ ਵਿਰੋਧੀ ਹੈ, ਉਹਨਾਂ ਨੇ ਤੇ ਬੋਲਣਾ ਹੀ ਬੋਲਣਾ। ਕੀ ਅਕਾਲੀ ਦਲ ਪਹਿਲਾਂ ਮੇਰੇ ਮੈਚ ਸੀ ਜਿਹੜਾ ਵਿਰੋਧ 'ਚ ਆ ਗਿਆ? ਕੀ ਕਾਂਗਰਸ ਮੇਰੀ ਮੈਚ ਸੀ ਪਹਿਲਾਂ? ਬਿੱਟੂ ਮੇਰੇ ਖਿਲਾਫ ਕਦੇ ਨਹੀਂ ਬੋਲਿਆ ਪਹਿਲਾਂ। ਜੇ ਰਵਨੀਤ ਬਿੱਟੂ ਜਾਂ ਹੋਰ ਜਿਹੜੇ ਬੰਦੇ ਆ ਸਾਰੇ, ਇਹ ਮੇਰੇ ਪਹਿਲਾਂ ਹੀ ਵਿਰੋਧੀ ਸੀ, ਉਹਨਾਂ ਨੂੰ ਨਵਾਂ ਵਿਰੋਧ ਕਰਨਾ ਹੀ ਕਰਨਾ ਉਹਨਾਂ ਨੇ। ਆਪਾਂ ਇਸ ਗੱਲ ਤੇ ਕਰੀਏ ਵੀ ਜਿਹੜੀ ਜਨਰਲ ਆਡੀਅנס ਹੈ, ਲੋਕਾਂ ਦੇ ਵਿੱਚ ਕੀ ਸੈਂਟੀਮੈਂਟ ਹੈ। ਅਸੀਂ ਉਸ ਤੋਂ ਅਗਲੇ ਦਿਨ ਵਹੀਰ ਲੈ ਕੇ ਤਰਨਤਾਰਨ ਗਏ, ਉੱਥੇ ਲੋਕਾਂ ਦਾ ਐਡਾ ਵੱਡਾ ਹਜੂਮ ਆਇਆ ਹੈ। ਉੱਥੇ ਹਜ਼ਾਰਾਂ ਲੋਕਾਂ ਨੇ ਉੱਥੇ ਆਣ ਕੇ ਜਿਹੜਾ ਵਾ ਇਸ ਗੱਲ ਦੀ ਵਧਾਈ ਵੀ ਦਿੱਤੀ ਹੈ, ਪੰਥ ਦੀ ਜਿੱਤ ਦੀ ਵੀ ਗੱਲ ਚੱਲੀ ਹੈ। ਉਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਗਏ, ਆਉਂਦਿਆਂ ਹੀ ਉੱਥੇ ਕਿਸੇ ਬੰਦੇ ਨੇ ਸਾਨੂੰ ਖਿਲਾਰ ਕੇ ਸਵਾਲ ਕੀਤਾ, ਤੁਸੀਂ ਗਲਤ ਕੀਤਾ ਕੰਮ। ਸਵਾਲ ਕੌਣ ਕਰ ਰਿਹਾ? ਜਿਹੜੇ ਪੋਲੀਟੀਕਲ ਲੋਕ ਨੇ, ਜਿਨ੍ਹਾਂ ਨੇ ਆਪ ਕੁਝ ਨਹੀਂ ਕੀਤਾ, ਜਿਹੜੇ ਰਿਡਿਊਸ ਹੋ ਗਏ, ਜਿਨ੍ਹਾਂ ਨੇ ਪੰਥ ਦੀ ਪੋਲਿਟਿਕਸ ਨੂੰ ਜ਼ੀਰੋ ਕਰ ਦਿੱਤਾ, ਜਾਂ ਕੁਝ ਐਸੀਆਂ ਸੰਸਥਾਵਾਂ, ਸਿੱਖ ਸੰਸਥਾਵਾਂ ਜਿਹੜੀਆਂ ਲੋਕਾਂ 'ਚੋਂ ਆਧਾਰ ਗਵਾ ਬੈਠੀਆਂ ਆਪਣਾ, ਤੇ ਜਿਨ੍ਹਾਂ ਦਾ ਸਿਰਫ ਕੰਮ ਹੈ ਪੋਲੀਟੀਕਲੀ ਤੌਰ ਤੇ ਸਰਵਾਈਵ ਕਰਨਾ, ਉਹ ਵੀ ਸਰਕਾਰਾਂ ਨੂੰ ਖੁਸ਼ ਕਰਕੇ। ਸੋ ਮੈਨੂੰ ਇਹ ਲੱਗਦਾ ਵੀ ਆਪਾਂ ਉਹਨਾਂ ਨੂੰ ਜਵਾਬ ਦੇ ਨਹੀਂ ਹੈਗੇ, ਆਪਾਂ ਸੰਗਤ ਨੂੰ ਜਵਾਬ ਦੇ ਹਾਂ, ਅਕਾਲ ਤਖਤ ਸਾਹਿਬ ਨੂੰ ਜਵਾਬ ਦੇ ਹਾਂ, ਭਾਵੇਂ ਅਸੀਂ ਉਹਦੇ ਪ੍ਰਬੰਧਾਂ ਨਾਲ ਸਹਿਮਤ ਨਾ ਵੀ ਹੋਈਏ। ਅਕਾਲ ਤਖਤ ਸਾਹਿਬ ਸਵੇਰੇ ਸਾਨੂੰ ਕਹਿਣ ਵੀ ਤੁਸੀਂ ਇੰਨੀ ਤਰੀਕ ਨੂੰ ਉੱਥੇ ਪਹੁੰਚੋ, ਅਸੀਂ ਪਹੁੰਚਾਂਗੇ, ਗੱਲ ਖਤਮ ਹੈ। ਅਸੀਂ ਆਪਣਾ ਆਰਗੂਮੈਂਟ ਰੱਖਾਂਗੇ। ਜੇ ਉਹਨਾਂ ਨੂੰ ਵਾਕਿਆ ਲੱਗੂਗਾ ਵੀ ਨਹੀਂ ਜੀ ਅਸੀਂ ਠੀਕ ਨਹੀਂ ਹੈ, ਸਜ਼ਾ ਲਾ ਦੇਣ ਸਾਨੂੰ ਜਿਹੜੀ ਲਾਉਣੀ ਹੈ। ਫਿਰ ਅਸੀਂ ਭਾਂਡੇ ਤੇ ਨਹੀਂ ਮੰਨਦੇ, ਕੋਰੜਾ ਲੈ ਕੇ ਜਾਵਾਂਗੇ, ਸਾਨੂੰ ਕੋਰੜੇ ਮਾਰਨ ਫੜ ਕੇ। ਭਾਂਡੇ ਮਾਂਜਣ ਵਾਲੀ ਸਜ਼ਾ ਤਾਂ ਨਹੀਂ ਅਸੀਂ ਲਵਾਉਣੀ ਉਹਨਾਂ ਕੋਲ। ਅਸੀਂ ਫਿਰ ਕਵਾਂਗੇ ਵੀ ਜੇ ਤੁਸੀਂ ਸਜ਼ਾ ਦੇਣੀ ਹੈ, ਜੇ ਸਾਨੂੰ ਗਲਤ ਸਾਬਤ ਕਰਦੇ ਜੋ ਸੰਗਤ ਦੇ ਵਿੱਚ, ਸੰਗਤ 'ਚ ਹੀ ਗੱਲ ਹੁੰਦੀ ਸਾਰੀ, ਜੇ ਅਸੀਂ ਵਾਕਈ ਗਲਤ ਸਾਬਤ ਹੋ ਗਏ ਤਾਂ ਸਜ਼ਾ ਦੇ ਹੱਕਦਾਰ ਹੋਵਾਂਗੇ ਅਸੀਂ। ਯਾਨੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਤੁਸੀਂ ਪ੍ਰਵਾਨ ਕਰੋਗੇ? ਅਸੀਂ ਮੰਨਾਂਗੇ, ਜਿੱਦਾਂ ਵੀ ਉਹ ਕਹਿਣਗੇ ਅਸੀਂ ਮੰਨ ਲਾਂਗੇ। ਪਰ ਇਹ ਵੀ ਹੈ ਨਾ, ਨਾਲ ਉਹਨਾਂ ਨੂੰ ਹਿਸਟੋਰੀਕਲੀ ਬੈਕ ਕਰਕੇ ਚੀਜ਼ਾਂ ਨੂੰ ਮਰਿਆਦਾ ਦੇ ਤੌਰ ਤੇ, ਸਿੱਖ ਰਿਆਤ ਮਰਿਆਦਾ ਵਾ, ਸਾਡੇ ਕੋਲ ਹੋਰ ਬਹੁਤ ਕੁਛ ਆ, ਉਹਦੇ ਹਵਾਲੇ ਦੇ ਕੇ ਸਾਰੀ ਗੱਲ ਕਰਨੀ ਪਊਗੀ। ਅਕਾਲ ਤਖਤ ਸਾਡਾ ਸੁਪਰੀਮ ਕੋਰਟ ਹੈ, ਤੇ ਸਾਨੂੰ ਸੁਪਰੀਮ ਕੋਰਟ ਦੀ ਆਵਾਜ਼ ਆਊਗੀ, ਚਲੇ ਜਾਵਾਂਗੇ ਉੱਥੇ। ਇਹ ਤੇ ਮਸਲਾ ਪੰਥ ਦੇ ਵਿੱਚ ਨਿਬੜ ਜੂਗਾ, ਉਹ ਕੋਈ ਮਸਲੇ ਵਾਲੀ ਗੱਲ ਨਹੀਂ। ਪਰ ਜਿਹੜੇ ਬੰਦੇ ਅਕਾਲ ਤਖਤ ਸਾਹਿਬ ਤੋਂ ਹੀ ਭਗੌੜੇ ਆ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਕਦੀ ਸੰਮਣਾ ਨੂੰ ਮੰਨਿਆ ਨਹੀਂ, ਹੁਕਮਾਂ ਨੂੰ ਨਹੀਂ ਮੰਨਿਆ, ਜਿਹਨਾਂ ਅਕਾਲ ਤਖਤ ਸਾਹਿਬ ਨੂੰ ਇਮਾਰਤ ਨੂੰ ਧੱਕਿਆ, ਉਹ ਬੰਦੇ ਕੌਣ ਹੁੰਦੇ ਇਸ ਗਲਤ ਕੁਐਸਚਨ ਕਰਨ ਵਾਲੇ? ਜਿਹਨਾਂ ਬੰਦੇ ਨੇ ਕਿਹਾ ਵੀ ਗੁਰੂ ਜਰੀਆ ਵਾ, ਫਲਾਣਿਆ ਢੀਂਗ ਆ, ਇਹ ਕਦੀ ਮਤਲਬ ਗ੍ਰੰਥ ਕੁਛ ਨਹੀਂ ਹੁੰਦਾ, ਗਿਆਨ ਹੁੰਦਾ ਸਾਰਾ ਕੁਝ, ਉਹਨਾਂ ਨੂੰ ਬੇਅਦਬੀ ਨਾਲ ਕੀ ਮਤਲਬ ਹੁੰਦਾ?
ਸੋ ਮੈਨੂੰ ਇਹ ਲੱਗਦਾ ਵੀ ਜਿਹੜਾ ਪ੍ਰੋਪਗੈਂਡਾ ਕਰਨ ਵਾਲਾ ਬੰਦਾ ਹੈ ਨਾ, ਉਹਨੇ ਕੋਈ ਨਾ ਕੋਈ ਬਹਾਨਾ ਲੱਭ ਲੈਣਾ, ਉਹਨੂੰ ਆਪਾਂ ਛੱਡ ਦਈਏ। ਕਈ ਲੋਕ ਇਹ ਵੀ ਕਹਿੰਦੇ ਨੇ ਕਿ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਥਾਣੇ, ਤੁਹਾਡੇ ਨਾਲ ਬਹੁਤ ਸਾਰੇ ਐਸੇ ਲੋਕ ਸੀ ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸੀ, ਉਹ ਬੇਨਕਾਬ ਕਿਉਂ ਨਹੀਂ ਆਏ ਥਾਣੇ ਜਦੋਂ ਉਹ ਪ੍ਰੋਟੈਸਟ ਕਰ ਰਹੇ ਸੀ? ਨਹੀਂ, ਮੈਨੂੰ ਐ ਲੱਗਦਾ ਵੀ ਇਹ ਇੱਕ ਪਰਸਨਲ ਚੋਇਸ ਹੁੰਦੀ ਬੰਦੇ ਦੀ। ਹਾਂਗਕਾਂਗ ਦੇ ਪ੍ਰੋਟੈਸਟ ਤੁਸੀਂ ਦੇਖੇ ਹੋਣੇ ਆ। ਚਾਈਨਾ ਕੀ ਕਰਦਾ ਸੀ ਵੀ ਕੈਮਰਿਆਂ ਤੋਂ ਡਾਇਰੈਕਟ ਕਰਕੇ ਉਹਨਾਂ ਬੰਦੇ ਨੂੰ ਟਾਰਗੇਟ ਕਰਦਾ ਸੀ, ਤੇ ਹਾਂਗਕਾਂਗ ਦੇ ਵਿੱਚ ਪ੍ਰੋਟੈਸਟ ਜਿੰਨੇ ਹੋਏ ਉਹ 'ਚ ਲੋਕਾਂ ਨੇ ਮਾਸਕ ਪਹਿਨੇ ਸ਼ੁਰੂ ਕਰ ਦਿੱਤੇ। ਕਿਉਂਕਿ ਸਪਰੈਸ਼ਨ ਤੋਂ ਬਚਣਾ ਹੁੰਦਾ ਸਟੇਟ ਦੇ। ਸੋ ਹੁਣ ਮੈਨੂੰ ਲੱਗਦਾ ਜੇ ਤੁਸੀਂ ਵੀਡੀਓ ਵੇਖ ਕੇ ਕਾਰਵਾਈ ਕਰਨਗੇ ਵੀ ਅੱਜ ਤੋਂ ਬਾਅਦ ਸਾਰੇ ਪ੍ਰੋਟੈਸਟ ਮੂੰਹ ਬਣ ਕੇ ਜਾਇਆ ਕਰਨਗੇ। ਦਿੱਲੀ ਵੀ ਇਹ ਕੁਝ ਹੋਇਆ, ਨੌਜਵਾਨਾਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦੇ ਫੇਸ ਵੇਖ ਕੇ। ਜੇ ਫੇਸ ਦਿਖੂਗਾ ਨਾ ਟਾਰਗੇਟ ਕਿਹਨੂੰ ਕਰਨਗੇ? ਸੋ ਮੈਨੂੰ ਇਹ ਲੱਗਦਾ ਵੀ ਇੱਕ ਨਵਾਂ ਆਈਡੀਆ ਗਵਰਨਮੈਂਟ ਲੋਕਾਂ ਨੂੰ ਦੇ ਰਹੀ ਹੈ ਵੀ ਤੁਸੀਂ ਪੀਸਫੁਲ ਪ੍ਰੋਟੈਸਟ ਨਹੀਂ ਕਰ ਸਕਦੇ, ਤੁਸੀਂ ਜੇ ਪ੍ਰੋਟੈਸਟ ਵੀ ਕਰਨ ਜਾਓਗੇ ਤੁਹਾਨੂੰ ਅਸੀਂ ਟਾਰਗੇਟ ਕਰਾਂਗੇ। ਉਹਦਾ ਕਾਰਨ ਇਹ ਆ ਵੀ ਲੋਕਾਂ ਨੂੰ ਆਪਣੀ ਪਛਾਣ ਲਗਾਉਣੀ ਪੈ ਜੇ। ਸੋ ਇਹ ਤਾਂ ਮੈਨੂੰ ਲੱਗਦਾ ਗਵਰਨਮੈਂਟ ਆਪ ਆਈਡੀਆ ਦੇ ਰਹੀ ਹੈ ਵੀ ਤੁਸੀਂ ਆਪਣੇ ਮੂੰਹ ਢੱਕਿਆ ਕਰੋ, ਨਹੀਂ ਤੁਹਾਡੇ ਤੇ ਕਾਰਵਾਈ ਕਰਾਂਗੇ। ਅਸੀਂ ਮਕਸਦ ਦੀ ਗੱਲ ਕਰਦੇ ਹਾਂ। ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿਸ ਮਕਸਦ ਨਾਲ ਤੁਸੀਂ ਦੁਬਈ ਤੋਂ ਇੱਥੇ ਪੰਜਾਬ ਆਏ ਹੋ। ਉਸ ਮਕਸਦ 'ਚ ਤੁਸੀਂ ਕਿੰਨੇ ਪੂਰੇ ਹੋਏ ਹੋ? ਦੇਖੋ, ਮਕਸਦ ਸਾਡਾ ਕੋਈ ਇਦਾਂ ਦਾ ਨਹੀਂ ਹੈਗਾ ਵੀ ਜਿਹਦਾ ਕੋਈ ਪੈਰਾਮੀਟਰ ਹੋਵੇ। ਨੌਜਵਾਨੀ ਨਸ਼ਾ ਛਡਾਉਣ ਦਾ ਕੋਈ ਪੈਰਾਮੀਟਰ ਨਹੀਂ ਹੁੰਦਾ, ਸਾਰੀ ਤਾਂ ਨੌਜਵਾਨੀ ਨਸ਼ੇ ਤੇ ਲੱਗੀ ਪਈ ਹੈ। ਸੋ ਇਹ ਕੋਈ ਛੋਟੀ ਜਿਹੀ ਗੱਲ ਦਿਹਾੜੀ ਖਾਣ ਦੀ ਤਾਂ ਖੇਡ ਨਹੀਂ ਹੈਗੀ ਵੀ ਆਪਾਂ ਇਹਨੂੰ ਅਚੀਵ ਕਰ ਲਈਏ। ਜੇ ਕੌਮ ਦੇ ਪੰਥ ਦੀ ਆਜ਼ਾਦ ਹਸਤੀ ਦੀ ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਹਾਂ ਤੇ ਉਹ ਵੀ ਕੋਈ ਏਡੀ ਛੇਤੀ ਅਚੀਵ ਕਰਨ ਵਾਲੀ ਗੱਲ ਨਹੀਂ ਹੈਗੀ। ਫਿਰ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਦੀ ਗੱਲ, ਇਹ ਕੰਟੀਨਿਊਟੀ ਚੱਲਣੀ ਚਾਹੀਦੀ ਹੈ। ਰਹਿਤ ਜਿਹੜੀ ਆ ਉਹ ਲੰਮੇ ਸਮੇਂ ਦਾ ਵਿਸ਼ਾ ਹੈ। ਸੋ ਮੈਨੂੰ ਇਹ ਲੱਗਦਾ ਵੀ ਅਸੀਂ ਮਾਰਗ ਤੇ ਜ਼ਰੂਰ ਹੈਗੇ ਹਾਂ। ਕਿੰਨੇ ਕਾਮਯਾਬ ਹੋਏ ਤਾਂ ਸਮੇਂ ਨੇ ਦੱਸਣਾ। ਅਸੀਂ ਤਾਂ ਕਹਾਂਗੇ ਅਸੀਂ ਬੜੇ ਕਾਮਯਾਬ ਹਾਂ, ਕੋਈ ਬੰਦਾ ਮੂੰਹ ਕਹਿੰਦਾ ਵੀ ਨਹੀਂ ਅਸੀਂ ਕਾਮਯਾਬ ਨਹੀਂ ਹੋਏ। ਹਾਂ, ਇੰਨਾ ਜ਼ਰੂਰ ਹੈ ਵੀ ਸਾਡੀ ਜਿਹੜੀ ਕੁਛ ਧਿਰਾਂ ਵੱਲੋਂ, ਸਥਾਪਿਤ ਧਿਰਾਂ ਵੱਲੋਂ ਵਿਰੋਧਤਾ ਵਧਣ ਦਾ ਅਰਥ ਹੈ ਵੀ ਅਸੀਂ ਕਾਮਯਾਬੀ ਵੱਲ ਵੱਧ ਰਹੇ ਹਾਂ। ਕਿਉਂਕਿ ਬੰਦਿਆਂ ਦਾ ਵਿਰੋਧ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਕਰਦੇ ਨਹੀਂ, ਸਥਾਪਿਤ ਧਿਰਾਂ ਜਿਹੜੀਆਂ ਜਿਨ੍ਹਾਂ ਨੂੰ ਉਹ ਡਰ ਹੋਵੇ ਆਪਣੀ ਐਗਜ਼ਿਸਟੈਂਸ ਦਾ। ਸੋ ਉਹਨਾਂ ਨੂੰ ਇਹ ਡਰ ਪੈ ਗਿਆ ਵੀ ਹਾਲਾਂਕਿ ਅਸੀਂ ਪੋਲੀਟੀਕਲ ਖੇਡ 'ਚ ਕਦੇ ਵੀ ਨਹੀਂ ਜਾਣਾ, ਪਰ ਉਹਨਾਂ ਨੂੰ ਫਿਰ ਵੀ ਡਰ ਹੈ ਸਾਡਾ ਵੀ ਇਹ ਸਾਡੀ ਸਪੇਸ ਜਿਹੜੀ ਆ ਖਾਣਗੇ ਜ਼ਰੂਰ। ਤੇ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਜਿਵੇਂ ਤੁਸੀਂ ਪੋਲੀਟੀਕਲ ਸਿਸਟਮ 'ਚ ਆ ਕੇ ਹੀ ਸੁਧਾਰ ਕਰ ਸਕਦੇ ਹੋ, ਤੁਸੀਂ ਜੋ ਤੁਹਾਡੀਆਂ ਮੰਗਾਂ ਨੇ, ਜੋ ਤੁਹਾਡੇ ਮਕਸਦ ਨੇ, ਤੁਹਾਨੂੰ ਇੱਕ ਸਿਸਟਮ 'ਚੋਂ ਹੋਣਾ ਚਾਹੀਦਾ। ਸਿਸਟਮ ਤੋਂ ਬਾਹਰ ਰਹਿ ਕੇ ਤੁਹਾਡੇ ਕੋਲ ਕੋਈ ਪਾਵਰ ਨਹੀਂ ਹੈ। ਇੱਕ ਪਾਵਰਲੈਸ ਬੰਦਾ ਕੀ ਕਰ ਸਕਦਾ ਹੈ? ਦੇਖੋ, ਪਾਵਰ ਸਿਸਟਮ ਦੇ ਵਿੱਚ ਰਹਿ ਕੇ ਵੀ ਹੁੰਦੀ, ਬਾਹਰ ਰਹਿ ਕੇ ਵੀ ਹੁੰਦੀ ਹੈ। ਪਾਵਰ ਜਿਹੜੀ ਹੈ ਨਾ, ਪਾਵਰ ਦੀ ਡੈਫੀਨੇਸ਼ਨ ਸਗੋਂ ਸਿਸਟਮ ਦੇ ਅੰਦਰ ਕਿਸੇ ਵੇਲੇ ਘੱਟ ਹੋ ਜਾਂਦੀ, ਪਾਵਰ ਬਾਹਰ ਵੱਧ ਜਾਂਦੀ। ਕਿਉਂਕਿ ਜਦੋਂ ਸਿਸਟਮ ਇੰਨਾ ਕਰਪਟ ਹੋ ਜੇ, ਉਹਦੇ ਅੰਦਰ ਬੈਠਾ ਬੰਦਾ ਲਿਮਿਟੇਸ਼ਨ 'ਚ ਹੁੰਦਾ। ਆਮ ਤੌਰ ਤੇ ਜਦੋਂ ਬਹੁਤ ਹਾਲਾਤ ਸੁਧਾਰਨੇ ਹੋਣ ਤੇ ਬੰਦਾ ਸਿਸਟਮ ਤੋਂ ਬਾਹਰ, ਸਿਸਟਮ ਦੇ ਲੋਕ ਵੀ ਸਿਸਟਮ ਤੋਂ ਬਾਹਰ ਜਾ ਕੇ ਕੰਮ ਕਰਦੇ। ਸੋ ਮੈਨੂੰ ਇਹ ਲੱਗਦਾ ਵੀ ਜਿਹੜੀ ਪਾਵਰ ਹੈ, ਪਾਵਰ ਜਿਹੜੀ ਹੈ, ਤੁਹਾਨੂੰ ਜੇ ਸੋਸ਼ਲ ਸਟਰਕਚਰ ਨੂੰ ਬਦਲਣ ਦੀ ਗੱਲ ਹੈ ਤੇ ਜਿਹੜਾ ਸੋਸ਼ਲ ਸਟਰਕਚਰ ਸਿਸਟਮ ਵੀ ਨਾਲ ਕਰਪਟ ਹੋਇਆ ਹੋਵੇ ਤੇ ਸੋਸ਼ਲ ਸਟਰਕਚਰ ਵੀ, ਉਦੋਂ ਤੁਹਾਨੂੰ ਉਹਦੇ ਬਾਹਰ ਰਹਿ ਕੇ ਕੰਮ ਕਰਨ 'ਚ ਜ਼ਿਆਦਾ ਬੈਨੀਫਿਟ ਹੈ। ਕਿਉਂਕਿ ਜਿਹੜਾ ਸਿਸਟਮ ਹੈ ਉਹਦੇ ਵਿੱਚ ਰਹਿ ਕੇ ਤੁਸੀਂ ਬਾਈਨਰੀ 'ਚ ਵੱਜ ਜਾਂਦੇ ਜੋ, ਬਾਹਰ ਰਹਿ ਕੇ ਤੁਸੀਂ ਉਹਦੇ ਲਾਸ ਤੇ ਉਹਦੇ ਪ੍ਰੋਫਿਟਸ ਤੋਂ ਬਚੇ ਰਹਿੰਦੇ ਜੋ। ਹੁਣ ਸਿਸਟਮ 'ਚ ਰਹਿ ਕੇ ਤੁਸੀਂ ਹੰਕਾਰੀ ਵੀ ਹੋ ਜਾਓਗੇ ਵੀ ਤੁਹਾਡੇ ਕੋਲ ਅਹੁਦਾ ਆ ਗਿਆ, ਕੁਰਸੀ ਦਾ ਲਾਲਚੀ ਵੀ ਅਜੇ ਤੁਹਾਨੂੰ। ਬਾਹਰ ਰਹਿ ਕੇ ਚੀਜ਼ਾਂ ਤੋਂ ਬਚਿਆ ਰਹਿੰਦਾ ਬੰਦਾ। ਬਾਹਰ ਰਹਿ ਕੇ ਹੰਕਾਰ ਨਹੀਂ ਹੁੰਦਾ? ਨਹੀਂ, ਹੰਕਾਰ ਕਾਹਦਾ ਕਰਨਾ ਜੀ? ਸਤਿਗੁਰ ਸੱਚੇ ਪਾਤਸ਼ਾਹ ਨੇ ਮਤਲਬ ਜੋ ਸੇਵਾ ਬਖਸ਼ੀ ਹੈ, ਅਸੀਂ ਕਿਹੜਾ ਵੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣਾ ਵੀ ਸਾਨੂੰ ਕੋਈ ਹੰਕਾਰ ਹੋ ਜਾਏਗੀ ਵੀ ਹੁਣ ਸਾਡੇ ਥੱਲੇ ਇੰਨੇ ਪੁਲਿਸ ਵਾਲੇ ਨੇ। ਸੰਗਤ ਦੀ ਸੇਵਾ, ਸੰਗਤ ਸੇਵਾ ਕਰਦੀ ਹੈ, ਅਸੀਂ ਸੰਗਤ ਦੀ ਸੇਵਾ ਕਰਦੇ ਹਾਂ। ਇਹ ਤੇ ਹੰਕਾਰ ਜਿਹੜਾ ਬੰਦਾ ਕਰੂਗਾ ਉਹ ਤੇ ਮਰਿਆ ਜਾਊ ਕਿਸੇ ਦਿਨ। ਕਈ ਇਲਜ਼ਾਮ ਇਹ ਵੀ ਲੱਗਦੇ ਨੇ ISI ਤੁਹਾਨੂੰ ਫੰਡਿੰਗ ਕਰ ਰਿਹਾ ਹੈ, ਪਲਾਂਟਿਟ ਹੈ ਅੰਮ੍ਰਿਤਪਾਲ ਸਿੰਘ ਇੱਕ ਪਲਾਨ ਦੇ ਨਾਲ ਚੱਲ ਰਿਹਾ ਹੈ। ਇਹ ਕਿਹਦੇ ਤੇ ਨਹੀਂ ਲੱਗਿਆ? ਏਜੰਸੀਜ਼ ਦਾ ਬੰਦਾ ਨਹੀਂ, ਇਹ ਨਾ ਅਸਲ 'ਚ ਪਹਿਲਾਂ ਤਾਂ ਉਹਨੂੰ ਤੈਅ ਕਰਨਾ ਵੀ ਕਿਹੜੀ ਏਜੰਸੀ। ਇੱਕ ਏਜੰਸੀ ਤੇ ਪਿੰਨ ਪੁਆਇੰਟ ਕਰਨ ਵੀ ਆੜ ਹੀ ਕਰ ਰਹੀ ਹੈ। ਸਾਰੇ ਬੰਦੇ ਰਲ ਕੇ ਮੀਟਿੰਗ ਕਰ ਲੈਣ, ਸਲਾਹ ਕਰ ਲੈਣ, ਫਿਰ ਮੈਨੂੰ ਦੱਸਣ ਵੀ ਕਿਹੜੀ ਏਜੰਸੀ। ਮੈਂ ਵੀ ਉਹਨਾਂ ਨਾਲ ਸੰਪਰਕ ਕਰਾਂ ਵੀ ਸਾਨੂੰ ਤੁਸੀਂ ਕਰਤੇ ਨਹੀਂ ਰਹੇ ਪਰ ਕਰਿਆ ਕਰੋ, ਤਾਂ ਜੋ ਸਾਡੇ ਤੇ ਇਲਜ਼ਾਮ ਜਿਹੜੇ ਨੇ ਉਹ ਸਹੀ ਸਾਬਤ ਹੋ ਜਾਣ। ਤੇ ਦੂਜੀ ਗੱਲ ਇਹ ਆ ਵੀ ਦੀਪ ਸਿੱਧੂ ਤੇ ਇਲਜ਼ਾਮ ਲੱਗਾ BJP ਦਾ ਬੰਦਾ, ਇਹਨਾਂ ਨੇ ਲਾਏ ਨੇ ਕਿਸਾਨੀ ਮੋਰਚੇ ਦੇ ਵਿੱਚ। ਪਰ ਚਲੋ ਉਹਨਾਂ ਦੀ BJP ਨਾਲ ਇੱਕ ਟਾਈਮ ਤੇ ਐਸੋਸੀਏਸ਼ਨ ਰਹੀ ਹੈ, ਉਹਨਾਂ ਨੇ ਕਿਹਾ ਉਹ ਤਾਂ ਪਿਕਚਰ ਸੀ, ਮਤਲਬ ਉਹ ਤਾਂ ਫੇਕ ਨਹੀਂ ਸੀ। ਵੀ ਇਹਨਾਂ ਨੇ ਕਿਹਾ ਸੀ ਵੀ ਉਹਨੂੰ BJP ਨੇ ਹੀ ਕਿਹਾ ਵੀ ਤੂੰ ਲਾਲ ਕਿਲੇ ਦੇ ਨਿਸ਼ਾਨ ਸਾਹਿਬ ਚੜਾ। ਮਤਲਬ ਇਹ ਸੰਤਾਂ ਨੂੰ ਕਾਂਗਰਸ ਦਾ ਬੰਦਾ ਦੱਸਦੇ ਰਹੇ, ਅਜੇ ਵੀ ਦੱਸੀ ਜਾਂਦੇ ਕਈ। ਸੋ ਇਹ ਜਿਹੜਾ ਇਲਜ਼ਾਮ ਹੈ, ਇਹ ਇਲਜ਼ਾਮਬਾਜ਼ੀ ਦਾ ਦੌਰ ਖਤਮ ਨਹੀਂ ਹੋਣਾ। ਕਿਉਂਕਿ ਜਿਹੜੇ ਬੰਦਿਆਂ ਨੂੰ ਗੁਰੂ ਦੀ ਕਲਾ ਤੇ ਭਰੋਸਾ ਨਹੀਂ, ਉਹਨਾਂ ਨੂੰ ਇਹ ਲੱਗਦਾ ਵੀ ਜੇ ਅਸੀਂ ਨਹੀਂ ਆ ਕੁਝ ਕਰ ਸਕਦੇ ਤੇ ਫਲਾਣਾ ਬੰਦਾ ਜੇ ਕੋਈ ਬੋਲ ਰਿਹਾ ਤੇ ਪਿੱਛੇ ਕੋ ਬੋਲਦਾ। ਹੈਰਾਨਗੀ ਤਾਂ ਹੋਏਗੀ 6 ਮਹੀਨੇ 'ਚ ਅੰਮ੍ਰਿਤਪਾਲ ਸਿੰਘ ਦੇ ਨਾਲ ਇੱਕ ਭੀੜ ਤਾਂ ਜੁਟ ਰਹੀ ਹੈ ਜਨਾਲਾ 'ਚ। ਜਿਵੇਂ ਤੁਸੀਂ ਇੱਕ ਪਾਵਰ ਸ਼ੋ ਕੀਤਾ ਜੋ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ, ਇਵਨ ਨੈਸ਼ਨਲ ਮੀਡੀਆ ਤੱਕ ਪੁੱਛ ਰਹੇ ਨੇ ਅੰਮ੍ਰਿਤਪਾਲ ਕੌਣ ਹੈ, ਕਿਵੇਂ ਇੰਨਾ ਜ਼ਿਆਦਾ ਸਾਹਿਬ ਹੱਥ ਵੜੇ ਆਈਆਂ ਜਿਸ ਭਾਵੇ ਤੇ ਸਦੇ ਉਹ ਕੀੜੀ ਨੂੰ ਪਾਤਸ਼ਾਹ ਥਾਪ ਸਕਦਾ। ਜੇ ਆਪਾਂ ਉਹਦੀ ਕਲਾ ਤੇ ਯਕੀਨ ਰੱਖੀਏ ਤੇ ਫਿਰ ਹੈਰਾਨੀ ਨਹੀਂ ਹੋਣੀ ਚਾਹੀਦੀ ਨਾ, ਫਿਰ ਤੇ ਸ਼ੁਕਰਾਨਾ ਕਰ ਸਕਦੇ ਆਪਾਂ ਉਹਦਾ। ਜੇ ਅਸੀਂ ਕੋਈ ਮੰਨ ਲਈਏ ਵੀ ਮੈਂ ਕੋਈ ਮਿਹਨਤ ਕੀਤੀ ਹੈ ਤੇ ਫਿਰ ਮੇਰੇ 'ਚ ਵੀ ਹੰਕਾਰ ਵਾਲੀ ਗੱਲ ਹੋ ਜੂ। ਮੈਂ ਤਾਂ ਕਹਿੰਦਾ ਵੀ ਇਹ ਸਾਹਿਬ ਨੇ ਜਿਹਨੂੰ ਜਿਹੜੀ ਸੇਵਾ ਲੈਣੀ ਉਹਦੇ ਕੋਲ ਉਹੀ ਲੈਣੀ ਹੈ। ਇੱਦਾਂ ਦਾ ਫਿਰ ਦੁਨੀਆ ਦੇ ਉੱਤੇ ਕੋਈ ਵੀ ਬੰਦਾ ਡਰਾਸਟਿਕਲੀ ਪੋਪੂਲਰ ਨਹੀਂ ਹੋ ਸਕਦਾ। ਜੇ ਆਪਾਂ ਫਾਰਮੂਲੇ ਲੈ ਕੇ ਚੱਲੀਏ ਫਿਰ ਡਰਾਸਟਿਕਲੀ ਜਿਹੜੇ ਚੇਂਜਸ ਹੁੰਦੇ ਨੇ ਸੋਸਾਇਟੀ 'ਚ ਕਦੇ ਵੀ ਨਹੀਂ ਆ ਸਕਦੇ।
ਤੁਸੀਂ ਡਿਸਕਸ਼ਨ ਦੀ ਗੱਲ ਕੀਤੀ ਸੀ, ਤੁਸੀਂ ਉਦੋਂ ਲੋਕਾਂ ਨੂੰ ਕਿਹਾ ਸੀ, ਇੱਕ ਓਪਨ ਚੈਲੰਜ ਦਿੱਤਾ ਸੀ ਕਿ ਖਾਲਿਸਤਾਨ ਦੇ ਮੁੱਦੇ ਤੇ ਮੈਂ ਡਿਸਕਸ਼ਨ ਕਰਨ ਲਈ ਤਿਆਰ ਹਾਂ, ਕੋਈ ਵੀ ਆ ਜਾਏ। ਬਾਲੀਵੁੱਡ ਐਕਟਰੈਸ ਕੰਗਨਾ ਰਣੌਤ ਨੇ ਕਿਹਾ ਕਿ ਮੈਂ ਡਿਸਕਸ਼ਨ ਕਰਨਾ ਚਾਹੁੰਦੀ ਹਾਂ, ਪਰ ਮੈਨੂੰ ਗੋਲੀ ਨਾ ਮਾਰਨ ਇਹ ਜੋ ਖਾਲਿਸਤਾਨੀ ਨੇ, ਮੈਂ ਗੱਲ ਕਰਾਂਗੀ। ਪਰ ਤੁਸੀਂ ਕਿਹਾ ਕਿ ਨਹੀਂ। ਮੈਂ ਉਹਦੇ ਚ ਇੰਟੈਲੈਕਚੁਅਲ ਸ਼ਬਦ ਵਰਤਿਆ ਸੀ। ਹੁਣ ਜੇ ਉਦੋਂ ਗੱਲ ਸੀ ਵੀ 47 ਚ ਸਾਡੇ ਵਾਅਦੇ ਹੋਏ ਸੀ ਨਹਿਰੂ ਹੋਣਾ ਨਾ ਗਾਂਧੀ ਹੋਣਾ ਨਾ, ਜੇ ਤੇ ਨਰਗਸ ਤੇ ਮਧੂਬਾਲਾ ਨਾ ਹੋਏ ਹੁੰਦੇ ਤੇ ਫਿਰ ਤੇ ਇਹਨਾਂ ਨੇ ਕਰਦੇ ਬਾਲੀਵੁੱਡ ਐਕਟਰੈਸਸ ਨਾਲ, ਜਾਂ ਉਹਨਾਂ ਦਾ ਇੰਟੈਲੈਕਚੁਅਲ ਗ੍ਰਾਫ ਕੀ ਹੈ। ਗੱਲ ਇਹ ਆ ਵੀ ਅਸੀਂ ਡਿਸਕਸ਼ਨ ਕਰਨੀ ਹੈ, ਰੌਲਾ ਰੱਪਾ ਥੋੜੀ ਪਾਉਣਾ। ਪਰ ਤੁਹਾਨੂੰ ਨਹੀਂ ਲੱਗਦਾ ਕਿ ਓਪਨ ਹੋਣਾ ਚਾਹੀਦਾ ਹੈ? ਜਿਵੇਂ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਬਹੁਤ ਸਾਰੇ ਲੋਕ ਮਿਲਣ ਆਉਂਦੇ ਸੀ। ਨਹੀਂ, ਮੈਂ ਇਹਨਾਂ ਨੂੰ ਕਿਹਾ ਵੀ ਸ਼ੀ ਕੈਨ ਕਮ ਹੇਅਰ, ਸੇਫਟੀ ਦਾ ਕੋਈ ਇਸ਼ੂ ਨਹੀਂ ਹੈਗਾ, ਤੁਸੀਂ ਇੱਥੇ ਹੋ ਜਦੋਂ ਕਿਹੜਾ ਸੇਫਟੀ ਇਸ਼ੂ ਹੈ ਇੱਥੇ? ਕੋਈ ਕਿਸੇ ਨੂੰ ਗੋਲੀ ਮਾਰਦੇ, ਕੋਈ ਸਾਰਾ ਨੈਸ਼ਨਲ ਮੀਡੀਆ ਤੇ ਤੁਰੇ ਫਿਰਦਾ, ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ। ਹਾਂ, ਉਹਨੇ ਜਿਹੜਾ ਲਾਸਟ ਤੇ ਗੱਲ ਹੀ ਕਰ ਦਿੱਤੀ ਮੈਨੂੰ ਕੋਈ ਗੋਲੀ ਨਾ ਮਾਰੇ, ਉਹ ਤਾਂ ਡਿਸਕਸ਼ਨ ਕਰਨਾ ਨਹੀਂ, ਉਹਦਾ ਅਰਥ ਹੈ ਵੀ ਸਾਨੂੰ ਡੀਫੇਮ ਕਰਨਾ ਵੀ ਇਹ ਬੰਦੇ ਨੂੰ ਗੋਲੀ ਮਾਰ ਦਿੰਦੇ, ਇਦਾਂ ਦੀ ਕੋਈ ਗੱਲ ਨਹੀਂ। ਜੇ ਉਹ ਆਉਣਾ ਚਾਹੁੰਦੀ ਹੈ ਮੋਸਟ ਵੈਲਕਮ ਹੈ, ਪਰ ਮੈਨੂੰ ਲੱਗਦਾ ਵੀ ਉਹਨੂੰ ਡਿਸਕਸ਼ਨ ਤੇ ਇੰਟੈਲੈਕਚੁਅਲ ਡਿਸਕਸ਼ਨ ਜਿਹੜੀ ਹੈ ਤੇ ਡਿਬੇਟ ਡਬੂਟ ਦੇ ਫਰਕ ਜਾਣ ਕੇ ਫੇਰ ਆਉਣਾ ਚਾਹੀਦਾ, ਕਿਉਂਕਿ ਸਮਾਂ ਜਿਹੜਾ ਆਪਣੇ ਕੋਲ ਵੀ ਇੰਨਾ ਨਹੀਂ ਵੀ ਆਪਾਂ ਵਿਅਰਥ ਗਵਾਈ ਜਾਈਏ, ਘੰਟਿਆਂ ਬੱਧੀ ਕਿਸੇ ਨਾਲ ਗੱਲਬਾਤ ਕਰੀਏ ਤੇ ਉਹਦਾ ਨਤੀਜਾ ਇਹ ਨਿਕਲੇ ਵੀ ਉਹ ਜਾ ਕੇ ਉਹਦਾ ਰੌਲਾ ਪਾ ਦੇਵੇ ਵੀ ਮੈਨੂੰ ਦੇਖੋ ਜੀ ਨਾ ਆਹ ਕਹਿਤਾ ਉਹ ਕਹਿਤਾ। ਸੋ ਮੈਨੂੰ ਲੱਗਦਾ ਵੀ ਡਰਾਮੈਟਿਕ ਲੋਕ ਹੈ ਜਿਹੜੇ, ਜਿਨ੍ਹਾਂ ਦਾ ਕੰਮ ਡਰਾਮਾ ਹੈ, ਜਿਨ੍ਹਾਂ ਦਾ ਕੰਮ ਐਕਟਿੰਗ ਕਰਨਾ ਹੈ, ਉਹਨਾਂ ਤੋਂ ਸਾਨੂੰ ਵੀ ਥੋੜਾ ਜਿਹਾ ਲੱਗਦਾ ਨਾ ਵੀ ਕੀ ਤਾਂ ਕੀ ਬੋਲ ਕੇ ਬਣਾ ਦੇਣ ਕੱਲ ਨੂੰ। ਜਿਹੜੇ ਕੋਈ ਸੀਰੀਅਸ ਬੰਦੇ ਨੇ ਆਉਂਦੇ ਨੇ, ਡਿਸਕਸ਼ਨ ਕਰਦੇ ਨੇ, ਮੀਡੀਆ ਸੀਰੀਅਸ ਹੁੰਦਾ ਹੈ, ਪ੍ਰਿੰਟ ਮੀਡੀਆ ਦੂਜੇ ਮੀਡੀਆ ਵਾਲੇ ਸੀਰੀਅਸ ਲੋਕ ਆਉਂਦੇ ਨੇ, ਆਪਣੀ ਗੱਲਬਾਤ ਚੱਲਦੀ ਹੈ। ਸੋ ਅਸੀਂ, ਮੈਨੂੰ ਤਾਂ ਨਹੀਂ ਲੱਗਦਾ ਵੀ ਅੱਜ ਤੱਕ ਮੈਂ ਤੁਹਾਨੂੰ ਕਦੀ ਕਿਹਾ ਵੀ ਤੁਸੀਂ ਮੈਨੂੰ ਆਹ ਗੱਲ ਨਾ ਕਰਿਓ ਜਾਂ ਮੇਰੇ ਨਾਲ ਗੱਲ ਕਰਿਓ, ਜਾਂ ਕਿਸੇ ਮੀਡੀਆ ਵਾਲਾ ਕੋਈ ਉੱਠ ਕੇ ਕਲੇਮ ਕਰੇ ਵੀ ਸਾਨੂੰ ਬੰਦੇ ਨੇ ਕਿਹਾ ਸੀ ਵੀ ਆਹ ਸਵਾਲ ਨਹੀਂ ਮੈਂ ਜਵਾਬ ਦੇਣਾ। ਪਰ ਓਪਨ ਡਿਸਕਸ਼ਨ ਜਾਂ ਕਿਸੇ ਵੱਲੋਂ ਵੀ ਇੱਕ ਇਨਵੀਟੇਸ਼ਨ ਆਉਂਦਾ, ਮੈਨੂੰ ਲੱਗਦਾ ਕਿ ਉਸ ਤੋਂ ਡਿਨਾਈ ਸਾਨੂੰ ਕਰਨਾ ਹੀ ਨਹੀਂ ਕਰਨਾ ਚਾਹੀਦਾ। ਮੈਂ ਉਹਦੇ 'ਚ ਇੱਕ ਆਰਗੂਮੈਂਟ ਜ਼ਰੂਰ ਰੱਖਿਆ ਸੀ ਵੀ ਭਾਈ ਇਹ ਡਿਸਕਸ਼ਨ ਜਿਹੜੀ ਆ ਬੜੀ ਸੀਰੀਅਸ ਹੈ, ਇਹਦੀ ਸੀਰੀਅਸਨੈਸ ਨੂੰ ਸਮਝਿਆ ਜਾਵੇ, ਇਹਨੂੰ ਮਜ਼ਾਕ ਨਾ ਸਮਝਿਆ ਜਾਵੇ। ਜੇ ਆਪਾਂ ਸੀਰੀਅਸਨੈਸ ਨੂੰ ਨਹੀਂ ਸਮਝਦੇ ਤੇ ਫਿਰ ਤੇ ਉਹੀ ਪ੍ਰੋਬਲਮ 'ਚ ਆਪਾਂ ਫਸੇ ਹਾਂ ਤੇ ਫਿਰ ਫਸੇ ਰਵਾਂਗੇ। ਫਿਰ ਉਹ ਕੰਗਨਾ ਰਣੌਤ ਨੇ ਕੋਈ ਪਾਲਿਸੀ ਮੇਕਿੰਗ ਥੋੜੀ ਕਰਨੀ ਹੈ, ਉਹ ਤੇ ਮੈਨੂੰ ਲੱਗਦਾ ਵੀ ਐਂਟਰਟੇਨਮੈਂਟ ਦਾ ਮਸਲਾ ਹੈ ਸਾਰਾ, ਵੀ ਟਵੀਟ ਕਰ ਦਿੱਤੇ, ਐਂਟਰਟੇਨ ਕਰਤਾ ਲੋਕਾਂ ਨੂੰ, ਰੌਲਾ ਪਾ ਲਿਆ। ਤੁਹਾਨੂੰ ਲੱਗਦਾ ਸੰਜੀਦਾ ਤਰੀਕੇ ਨਾਲ ਉਹਨਾਂ ਨੇ ਇਨਵੀਟੇਸ਼ਨ ਨਹੀਂ ਹੈਗਾ ਉਹਨਾਂ ਕੋਲ ਸੰਜੀਦਾ ਤਰੀਕਾ। ਜੇ ਆਉਣਾ ਚਾਹਣ ਜੀ ਸਦਕੇ ਵੈਲਕਮ ਹੈ, ਆਪਾਂ ਕਿਸੇ ਨੂੰ ਰੋਕਦੇ ਨਹੀਂ ਆਉਣ ਤੋਂ। ਪੰਜਾਬ ਦੇ ਮਾਹੌਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਭਗਵੰਤ ਮਾਨ ਦੀ ਸਰਕਾਰ, ਕੇਂਦਰ 'ਚ ਮੋਦੀ ਸਰਕਾਰ, ਕਿਸ ਤਰ੍ਹਾਂ ਤੁਹਾਨੂੰ ਨੌਜਵਾਨ ਕੀ ਆ ਕੇ ਕਹਿੰਦੇ ਨੇ? ਸਰਕਾਰਾਂ ਇਰੈਲੇਵੈਂਟ ਹੈ ਪੰਜਾਬ ਦੇ ਲਈ, ਕੋਈ ਸਰਕਾਰ ਹੋਵੇ ਪੰਜਾਬ ਦਾ ਮਾਹੌਲ ਉਵੇਂ ਦਾ ਹੀ ਰਿਹਾ। ਪੰਜਾਬ ਦੇ ਵਿੱਚ ਨੌਜਵਾਨ 'ਚ ਬੇਚੈਨੀ ਵੱਧਦੀ ਜਾ ਰਹੀ ਹੈ। ਸਰਕਾਰਾਂ ਇਸ ਮਸਲੇ ਤੇ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਸਿੱਖਾਂ ਨਾਲ ਧੱਕਾ ਲਗਾਤਾਰ ਹੋ ਰਿਹਾ ਤੇ ਵੱਧਦਾ ਹੀ ਜਾ ਰਿਹਾ। ਸਰਕਾਰਾਂ ਦਾ ਕੋਈ ਧਿਆਨ ਨਹੀਂ, ਸਰਕਾਰਾਂ ਆ ਜਾ ਕੇ ਸਿੱਖਾਂ ਤੇ ਬਲੇਮ ਦਿੰਦੀਆਂ ਵੀ ਤੁਸੀਂ ਗਲਤ ਜੋ। ਸੋ ਉਹਦਾ ਨਤੀਜਾ ਕੀ ਨਿਕਲਦਾ ਹੈ ਤੇ ਮੈਨੂੰ ਨਹੀਂ ਪਤਾ, ਪਰ ਮੌਜੂਦਾ ਸਰਕਾਰ ਹੋਵੇ ਜਾਂ ਸਰਕਾਰ ਬਦਲੇ, ਸਾਡੇ ਤੇ ਕੋਈ ਫਰਕ ਨਹੀਂ ਪਿਆ। ਪਾਲਿਸੀਜ਼ ਬਣਾਉਣ ਵਾਲੇ ਬੰਦੇ ਸੇਮ ਰਹਿੰਦੇ ਨੇ, ਡੀਪ ਸਟੇਟ ਆਪਣਾ ਕੰਮ ਕਰੀ ਜਾ ਰਹੀ ਹੈ, ਸਾਡੇ ਨਾਲ ਜੋ ਧੱਕੇ ਹੋ ਰਹੇ ਨੇ ਉਹ ਹੋ ਹੀ ਜਾ ਰਹੇ ਨੇ। ਸੋ ਇਹ ਗੱਲ ਬਹੁਤ ਹੀ ਰੈਲੇਵੈਂਟ ਨਹੀਂ। ਹੋਰ ਵੀ ਕੋਈ ਅਜੇ ਮੈਨੂੰ ਲੱਗਦਾ ਇੱਦਾਂ ਹੀ ਹੋਊ ਕਿ ਪੰਜਾਬ ਦੀ ਸਰਕਾਰ ਕੋਲ ਕੋਈ ਪਾਵਰ ਨਹੀਂ ਗੀ, ਸੈਂਟਰਲਾਈਜ਼ ਹੋ ਗਈ ਹੈ ਪਾਵਰ ਬਹੁਤ ਜ਼ਿਆਦਾ, ਔਰ ਪਾਵਰ ਜਿਹੜੀ ਇੰਨੀ ਸੈਂਟਰਲਾਈਜ਼ ਹੋ ਗਈ ਹੈ, ਇਹਦੇ ਕੌਨਸੀਕੁਐਂਸਿਸ ਹੀ ਆ ਵੀ ਪੰਜਾਬ ਦੇ ਸੀਐਮ ਜਿਹੜੇ ਉਹ ਹੈਲਪਲੈਸ ਹੁੰਦੇ ਆ, ਨਾ ਕੋਈ ਪਾਲਿਸੀ ਬਣਾ ਸਕਦੇ ਆ, ਉਹਨਾਂ ਨੂੰ ਫਿਰ ਵਾਅਦੇ ਕਰਕੇ ਆਪ ਮੁਕਰਨਾ ਪੈ ਜਾਂਦਾ। ਕਈ ਕਹਿੰਦੇ ਨੇ ਪੰਜਾਬ ਦੇ ਸੀਐਮ ਕਾਫੀ ਹੈਲਪਲੈਸ ਵਿਖਾਈ ਦੇ ਰਹੇ ਨੇ, ਤੁਹਾਡੇ ਖਿਲਾਫ ਐਕਸ਼ਨ ਨਹੀਂ ਲੈ ਰਹੇ। ਨਹੀਂ, ਮੇਰੇ ਖਿਆਲ ਨਾਲ ਮੇਰੇ ਖਿਲਾਫ ਐਕਸ਼ਨ ਲੈਣ ਲਈ ਇੱਕ ਸੋਲਿਡ ਗਰਾਊਂਡ ਹੋਣੀ ਚਾਹੀਦੀ ਹੈ। ਉਹ ਕਹਿੰਦੇ ਉਸ ਦਿਨ ਜਿਸ ਤਰ੍ਹਾਂ ਹਰ ਪਾਸੇ ਉਹਨਾਂ ਤਸਵੀਰਾਂ ਦੀ ਚਰਚਾ ਹੋ ਰਹੀ ਹੈ, ਅਜਨਾਲਾ 'ਚ ਜੋ ਹੋਇਆ। ਮੀਡੀਆ ਟ੍ਰਾਇਲ ਇੱਕ ਹੋਰ ਚੀਜ਼ ਹੁੰਦੀ ਹੈ, ਗਰਾਊਂਡ ਰਿਐਲਿਟੀ ਬਹੁਤ ਵੱਖਰੀ ਹੁੰਦੀ। ਮੀਡੀਆ ਟ੍ਰਾਇਲ ਜਿਹੜਾ ਹੈ ਨਾ, ਉਹਦੇ 'ਚ ਤੇ ਹਰ ਬੰਦੇ ਨੂੰ ਮੈਨੂੰ ਟੈਰਰਿਸਟ ਕਹਿ ਰਹੇ ਨੇ। ਹੁਣ ਤੁਸੀਂ ਦੱਸੋ, ਤੁਸੀਂ ਟੈਰਰਿਸਟ ਦੇ ਲਾਗੇ ਬੈਠੇ ਜੋ, ਮੀਡੀਆ ਨੂੰ ਟੈਰਰਿਸਟ ਕਹਿੰਦਾ, ਕਈ ਮੀਡੀਆ ਕਹਿ ਰਹੇ ਨੇ। ਸੋ ਮੀਡੀਆ ਟ੍ਰਾਇਲ ਜਿਹੜਾ ਵਾ ਉਹਨੇ ਕੰਟਰੀ ਦਾ ਅੱਗੇ ਬੜਾ ਨੁਕਸਾਨ ਕੀਤਾ। ਸੋ ਮੈਨੂੰ ਇਹ ਲੱਗਦਾ ਵੀ ਮੀਡੀਆ ਟ੍ਰਾਇਲ ਤੋਂ ਕਿਸੇ ਵੀ ਗਵਰਨਮੈਂਟ ਜਾਂ ਪੋਲੀਟੀਕਲ ਬੰਦੇ ਨੂੰ ਡਿਸੀਜਨ ਨਹੀਂ ਲੈਣਾ ਚਾਹੀਦਾ, ਤੇ ਬਹੁਤ ਲੋਕ ਲੈਂਦੇ ਵੀ ਨਹੀਂ। ਮੀਡੀਆ ਟ੍ਰਾਇਲ ਲੰਘ ਜਾਂਦਾ ਹੁੰਦਾ ਸਾਰਾ ਕੁਝ, ਪਰ ਆਪਾਂ ਨੂੰ ਇਹ ਸਮਝਣਾ ਚਾਹੀਦਾ ਵੀ ਇਹਦੀ ਸੀਰੀਅਸਨੈਸ ਕੀ ਹੈ। ਇਸ ਵੈਕਿਊਮ 'ਚ, ਜਿਸ ਵੈਕਿਊਮ ਦੇ ਵਿੱਚ ਮੈਂ ਹਾਂ, ਜਿਸ ਵੈਕਿਊਮ ਨੂੰ ਮੈਂ ਫਿਲ ਕਰ ਰਿਹਾ, ਉਸ ਵੈਕਿਊਮ ਨੂੰ ਕਿਹਨੇ, ਉਹ ਵੈਕਿਊਮ ਕਦੇ ਵੀ ਫਿਲ ਹੁੰਦਾ ਹੀ ਹੁੰਦਾ। ਉਹਨੂੰ ਕੋਈ ਸਹੀ ਬੰਦਾ ਕਰੇ, ਗਲਤ ਕਰੇ, ਉਹ ਵੱਖਰਾ ਵਿਸ਼ਾ ਹੈ। ਹੁਣ ਤੁਸੀਂ ਤੋਂ ਮੈਂ ਤਾਂ ਡਿਸਕਸ਼ਨ ਦੀ ਬਹੁਤ ਓਪਨ ਹਾਂ, ਮੈਂ ਤੇ ਨੌਜਵਾਨਾਂ ਦੇ ਵਿਚਕਾਰ ਤੇ ਸਟੇਟ ਦੇ ਵਿਚਕਾਰ ਖੜਾ ਡਿਸਕਸ਼ਨ ਕਰਨ ਵਾਸਤੇ ਹਾਂ। ਇਹਨੂੰ ਬਾਅਦ 'ਚ ਕੋਈ ਮੇਰੀ ਜਗ੍ਹਾ 'ਤੇ ਮੈਂ ਚੱਲ ਜੂੰਗਾ ਤੇ ਕੋਈ ਹੋਰ ਆਊਗਾ ਤੇ ਉਹ ਕੀ ਕਰੂਗਾ ਕੋਈ ਬੰਦਾ ਇੱਥੇ। ਸੋ ਇਹ ਸੋਚਣਾ ਵੀ ਬੰਦੇ, ਇੰਡੀਵਿਜੂਅਲ ਬੰਦੇ ਦੇ ਜਾਣ ਨਾਲ ਕੋਈ ਪ੍ਰੋਬਲਮ ਜਾਂਦੀ, ਇੱਦਾਂ ਨਹੀਂ ਹੁੰਦਾ। ਆਈਡੀਆ ਖੜੇ ਰਹਿੰਦੇ ਹੁੰਦੇ ਆ, ਆਈਡੀਆਜ਼ ਕਦੀ ਨਹੀਂ ਮਰਦੇ। ਆਈਡੀਆਜ਼ ਦੀ ਜਿਹੜੀ ਵਾਰਫੇਅਰ ਹੈ ਉਹ ਚੱਲਦੀ ਰਹਿੰਦੀ ਹੈ। ਚਿਹਰੇ ਬਦਲ ਜਾਂਦੇ ਨੇ, ਕੋਈ ਪਹਿਲਾਂ ਕੋਈ ਸੀ, ਅੱਜ ਕੋਈ ਆ। ਸਿੱਖ ਵਰਸਸ ਜਿਹੜਾ ਸਟੇਟ ਦਾ ਮਸਲਾ ਹੈ, ਇਹਦੇ ਵਿੱਚ ਚਿਹਰੇ ਹੀ ਬਦਲਦੇ ਆ। ਪਰ ਕਈ ਇਹ ਬਹੁਤ ਸਟਰੋਂਗਲੀ ਕਹਿ ਰਹੇ ਨੇ ਕਿ ਸਰਕਾਰ ਲਾਚਾਰ ਹੋ ਗਈ, ਪੁਲਿਸ ਨੂੰ ਲਾਚਾਰ ਕਰ ਦਿੱਤਾ, ਅੰਮ੍ਰਿਤਪਾਲ ਸਿੰਘ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਉਹ ਬੰਦੇ ਚਾਹੁੰਦੇ ਆ ਵੀ ਸਿੱਖਾਂ ਦਾ ਘਾਣ ਹੋਵੇ, ਉਹਨਾਂ ਪਰਿਵਾਰਾਂ ਚਾਹੁੰਦੇ ਜਿਨ੍ਹਾਂ ਨੇ ਸਿੱਖਾਂ ਦਾ ਘਾਣ ਕੀਤਾ, ਜਿਨ੍ਹਾਂ ਦੀ ਹਿਸਟਰੀ ਹੈ ਸਿੱਖਾਂ ਦਾ ਘਾਣ ਕਰਨ ਦੀ, ਹਜ਼ਾਰਾਂ ਨੌਜਵਾਨਾਂ ਨੂੰ ਕਤਲ ਕਰਦੇ। ਕਹਿੰਦੇ ਇੰਜ ਦੀ ਪਿਕਚਰ ਐਕਸੈਪਟੇਬਲ ਨਹੀਂ ਹੈ। ਕੋਈ ਵੀ ਥਾਣੇ ਜਾ ਕੇ ਆਪਣੇ ਸਾਥੀ ਨੂੰ ਛੁਡਵਾ ਲੇਗਾ, ਇਸ ਤਰ੍ਹਾਂ ਜੋ ਪਾਵਰ ਸ਼ੋ। ਥਾਣੇ ਦੇ ਵਿੱਚ ਹਵਾਲਾ ਚੋਂ ਤਾਂ ਨਹੀਂ ਕੱਢਿਆ ਸਾਥੀ ਨੇ,
ਸਾਥੀ ਨੂੰ ਛੱਡਣ ਦੇ ਆਰਡਰ ਕੋਰਟ ਨੇ ਦਿੱਤੇ ਆ, ਜੱਜ ਦੇ ਕਿਹੜਾ ਵੀ ਅਸੀਂ ਮੋਢੇ ਤੇ ਬਲੂਮ ਕਹਿੰਦੇ ਕਰ ਪ੍ਰੈਸ਼ਰ ਇੰਨਾ ਤੁਸੀਂ ਬਣਾ ਦਿੱਤਾ। ਪ੍ਰੈਸ਼ਰ ਤੇ ਦੇਖੋ ਸਾਰੇ ਹੀ ਬਣਾਉਂਦੇ ਨੇ। ਹੁਣ ਜਦੋਂ ਪ੍ਰੈਸ਼ਰ ਬਣਾਉਣ ਦੀ ਗੱਲ ਹੈ ਤੇ ਇਹੋ ਤਰ੍ਹਾਂ ਕਹਿੰਦੀਆਂ ਵੀ ਅਮਰਪਾਲ ਸਿੰਘ ਦੇ ਖਿਲਾਫ ਕਾਰਵਾਈ ਕਰੋ, ਅਸੀਂ ਸੜਕਾਂ ਤੇ ਜਾਵਾਂਗੇ, ਉਹ ਪ੍ਰੈਸ਼ਰ ਬਣਾਉਣ ਦੀ ਗੱਲ ਹੈ। ਉਹ ਪ੍ਰੈਸ਼ਰ ਦੀ ਸਾਰੀ ਗੱਲ ਹੁੰਦੀ ਹੈ। ਜੇ ਪ੍ਰੈਸ਼ਰ ਗਲਤ ਚੀਜ਼ ਨੂੰ ਥੋੜੀ ਅਪਰੂਵ ਕਰਾਇਆ ਜਾ ਸਕਦਾ ਪ੍ਰੈਸ਼ਰ ਬਣਾ ਕੇ, ਸਹੀ ਗੱਲ ਹੋਊਗੀ। ਜੇ ਸਹੀ ਗੱਲ ਅਸੀਂ ਪ੍ਰੈਸ਼ਰ ਪਾ ਕੇ ਮਨਵਾਈਏ ਤਾਂ ਗਲਤ ਕੀ ਹੈ? ਸਗੋਂ ਇਹਨਾਂ ਨੂੰ ਖੁਸ਼ ਹੋਣਾ ਚਾਹੀਦਾ ਵੀ ਕਿ ਇਨੋਸੈਂਟ ਬੰਦਾ ਛੇਤੀ ਜੇਲ੍ਹ ਚ ਬਾਹਰ ਆ ਗਿਆ। ਅਗਰ ਅਜਨਾਲਾ ਕਾਂਡ ਤੇ ਪੰਜਾਬ ਪੁਲਿਸ, ਭਗਵੰਤ ਮਾਨ ਸਰਕਾਰ FIR ਦਰਜ ਕਰਦੀ ਹੈ ਤੁਹਾਡੇ ਖਿਲਾਫ, ਤੇ ਫਿਰ ਕੋਈ ਨਹੀਂ, ਉਹ ਸਮੇਂ ਤੇ ਫਿਰ ਸਮਾਂ ਵੇਖਾਂਗੇ। ਅਸੀਂ ਸਮੇਂ ਤੇ ਗੱਲ ਕਰਾਂਗੇ ਨਾ। ਪਹਿਲਾਂ ਜੇ ਉਹਨਾਂ ਨੇ ਕੀਤਾ ਨਹੀਂ, ਅਸੀਂ ਪਹਿਲਾਂ ਹੀ ਬਿਆਨਬਾਜ਼ੀ ਕਰੀ ਜਾਈਏ, ਬਿਆਨਬਾਜ਼ੀ 'ਚ ਅਸੀਂ ਵੀ ਯਕੀਨ ਨਹੀਂ ਕਰਦੇ। ਸਮੇਂ ਤੇ ਜੋ ਸਮਾਂ ਆਊਗਾ ਵੇਖੀ ਜਾਊਗੀ ਕਰਨਾ। ਐਵੇਂ ਬਿਆਨਬਾਜ਼ੀ 'ਚ ਪੈ ਕੇ ਕੋਈ ਫਾਇਦਾ ਨਹੀਂ ਹੁੰਦਾ ਗੱਲ ਕਰਨ ਦਾ। ਪਰ ਇਸ ਤਰ੍ਹਾਂ ਦਾ ਪ੍ਰੈਸ਼ਰ ਤਾਂ ਬਣ ਰਿਹਾ, ਇਸ ਤਰ੍ਹਾਂ ਦਾ ਮਾਹੌਲ ਤਾਂ ਬਣ ਰਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਇਹਨਾਂ ਕੀਤਾ ਅਜਨਾਲਾ ਥਾਣੇ 'ਚ ਪਹੁੰਚ ਕੇ। ਮੀਡੀਆ ਟ੍ਰਾਇਲ ਹੋਰ ਚੀਜ਼ ਹੁੰਦੀ ਹੈ, ਗਰਾਊਂਡ ਰਿਐਲਿਟੀ ਹੋਰ ਹੁੰਦੀ ਹੈ। ਸੋ ਇਸ ਕਰਕੇ ਜਦੋਂ ਇਹੋ ਜਿਹੀ ਘਟਨਾ ਵਾਪਰੂਗੀ ਜਾਂ ਜਿਹੜੀ ਵੀਡੀਓ ਐਵੀਡੈਂਸ ਉਹ ਕਹਿੰਦੇ ਨੇ ਅਸੀਂ ਵੇਖ ਕੇ ਕਰਾਂਗੇ, ਕਿਹਨਾਂ ਤੇ ਕਾਰਵਾਈ ਕਰਨੀ, ਕੀ ਹਿਸਾਬ ਹੋਊਗਾ, ਉਹ ਸਾਰੀ ਗੱਲ ਬਾਅਦ 'ਚ ਵੇਖੀ ਜਾਊਗੀ। ਇੱਕ ਮਾਹੌਲ ਦੀ ਗੱਲ ਹੋ ਰਹੀ ਹੈ ਕਿ ਪੰਜਾਬ ਨੂੰ ਉਸੇ ਪੁਰਾਣੇ ਦੌਰ 'ਚ ਧਕੇਲਿਆ ਜਾ ਰਿਹਾ ਹੈ, ਤੇ ਤੁਸੀਂ ਹਿਸਟਰੀ ਦੇ ਬਹੁਤ ਗੱਲ ਕਰਦੇ ਹੋ, ਐਗਜ਼ਾਮਪਲਸ ਦਿੰਦੇ ਹੋ, ਤੇ ਹਿਸਟਰੀ ਇਹ ਵੀ ਹੈ 1978 ਤੋਂ ਬਾਅਦ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ। ਉਹਦੇ 'ਚ ਉਹਦਾ ਰਿਸਪੌਂਸੀਬਲ ਆਪਾਂ ਉਹਨੂੰ ਬਣਾਈਏ ਜਿਹਨਾਂ 1978 ਦੇ ਵਿੱਚ ਨਿਰੰਕਾਰੀਆਂ ਨੂੰ ਖੁੱਲੀ ਛੁੱਟੀ ਦਿੱਤੀ, ਗੁਰੂ ਦੀ ਨਕਲ ਕਰਨ ਦੀ, ਗੁਰੂ ਦੇ ਬਰਾਬਰ ਉੱਚੀਆਂ ਗੱਦੀਆਂ ਲਾਉਣ ਦੀ। ਪਰ ਨੁਕਸਾਨ ਕਿਹਦਾ ਹੋਇਆ? ਨੁਕਸਾਨ ਤੇ ਸਿੱਖਾਂ ਦਾ ਹੀ ਹੋਇਆ ਉਹਦੇ 'ਚ। ਪਰ ਨੁਕਸਾਨ ਦੀ ਜ਼ਿੰਮੇਵਾਰੀ ਹੁਣ ਤੁਹਾਡਾ ਨੁਕਸਾਨ ਜੈਨੂਅਨ ਰੀਜ਼ਨਸ ਕਰਕੇ ਤੁਹਾਡੇ ਖਿਲਾਫ ਕੋਈ ਕਰੇ ਤੇ ਉਹਦੀ ਜ਼ਿੰਮੇਵਾਰੀ ਕਿਹਨੂੰ? ਨੁਕਸਾਨ ਕਰਨ ਵਾਲੇ। ਤੁਹਾਡੇ ਘਰ ਕੋਈ ਚੋਰ, ਲੁਟੇਰਾ, ਕਾਤਲ ਆ ਜਾਵੇ, ਉਹ ਆਣ ਕੇ ਨੁਕਸਾਨ ਕਰਦੇ ਤੇ ਆਪਾਂ ਕਵਾਂਗੇ ਵੀ ਨਹੀਂ ਜੀ ਨੁਕਸਾਨ ਤਾਂ ਹੋਇਆ ਵੀ ਅਸੀਂ ਬੂਹਾ ਮਾੜਾ ਲਾਇਆ ਸੀ ਘਰ ਨੂੰ। ਇਦਾਂ ਨਹੀਂ ਹੁੰਦਾ। ਇੰਟੈਂਸ਼ਨ ਕੀ ਹੈ ਸਟੇਟ ਦਾ? ਅੱਜ ਸਰਸੇ ਵਾਲੇ ਨੂੰ ਫ੍ਰੀ ਛੱਡਿਆ ਜਾਂਦਾ, ਸਰਸੇ ਵਾਲਾ ਇੱਥੇ ਪ੍ਰੋਗਰਾਮ ਕਰਦਾ ਫਿਰਦਾ, ਕੀ ਇੰਟੈਂਸ਼ਨ ਹੈ ਸਟੇਟ ਦਾ? ਗੁਰੂ ਦੀ ਬੇਅਦਬੀ ਹੁੰਦੀ ਹੈ, ਸਟੇਟ ਕੀ ਕਰਦੀ ਹੈ ਉੱਥੇ? ਦੋਸ਼ੀਆਂ ਨੂੰ ਪਾਗਲ ਕਹਿ ਕੇ ਛੱਡ ਦਿੰਦੀ ਹੈ। ਫਿਰ ਨੌਜਵਾਨ ਉਹਨਾਂ ਦਾ ਕੋਈ ਸੌਦਾ ਲਾ ਦਿੰਦਾ, ਫਿਰ ਇਹ ਕਹਿੰਦੇ ਵੀ ਜਿਹੜਾ ਵਾ ਸਿੱਖਾਂ ਦੇ ਖਿਲਾਫ ਬੋਲਣ ਵਾਲੇ ਬੰਦੇ ਜਿਹੜੇ ਨੇ ਉਹ ਖੁੱਲ੍ਹੇਆਮ ਧਮਕੀਆਂ ਦਿੰਦੇ ਨੇ ਸਿੱਖਾਂ ਨੂੰ ਜੈਨੋਸਾਈਡ ਕਰਨ ਦੀਆਂ। ਮਤਲਬ ਸਟੇਟ ਦਾ ਇੰਟੈਂਸ਼ਨ ਕੀ ਹੈ? ਜਿਹੜਾ ਨੁਕਸਾਨ ਹੁੰਦਾ ਹੈ ਉਹ ਤੇ ਬਾਅਦ ਦਾ ਵਿਸ਼ਾ ਹੈ। ਇਹਨੂੰ ਇਨਵੈਸਟੀਗੇਟ ਕੌਣ ਕਰ ਰਿਹਾ? ਜਿਹੜੀ ਇਹ ਦੋ ਤਰਫਾ ਯੁੱਧ ਹੈ ਇਹਦੀ ਸ਼ੁਰੂਆਤ ਕੌਣ ਕਰ ਰਿਹਾ? ਇਹ ਵੀ ਤਾਂ ਵੇਖਣਾ ਪਊਗਾ ਨਾ ਆਪਾਂ ਨੂੰ, ਕਿਹਦਾ ਨੁਕਸਾਨ ਜ਼ਿਆਦਾ ਕਿਹਦਾ ਘੱਟ ਹੈ। ਤੇ ਵਿਸ਼ਾ ਹੀ ਬਹੁਤ ਵੱਖਰਾ ਹੈ। ਵਿਸ਼ਾ ਇਹ ਹੈ, ਮਸਲੇ ਦੀ ਗੱਲ ਇਹ ਹੈ ਵੀ ਆਪਾਂ ਜਦੋਂ ਕਿਸੇ ਵੀ ਲੜਾਈ, ਕਿਸੇ ਵੀ ਯੁੱਧ ਦੀ ਗੱਲ ਕਰਦੇ ਹਾਂ, ਆਪਾਂ ਉਹ ਵੇਖਦੇ ਹਾਂ ਵੀ ਉਹਨੂੰ ਸ਼ੁਰੂ ਕਰਨ ਵਾਲਾ ਉਹਦੇ ਰੀਜ਼ਨਸ ਕੀ ਸੀ। ਬਾਅਦ 'ਚ ਬੈਠ ਕੇ ਤੇ ਇਹੋ ਐਨਾਲਿਸਿਸ ਹੁੰਦਾ ਹੈ। ਉਦੋਂ ਵੀ 1978 ਦਾ ਕਾਂਡ ਜਿਹੜਾ ਹੋਇਆ ਉਹਦੇ 'ਚ ਕਿਹੜੇ ਬੰਦੇ ਇਨਵੋਲਵ ਸੀ, ਉਹਨਾਂ ਨੇ ਕਿਉਂ ਕੀਤਾ ਹੈ? ਗੁਰੂ ਦੀ ਨਕਲ ਕਰਨ ਦੀ ਜ਼ਰੂਰਤ ਜਿਹੜੀ ਸੀ ਦਰਬਾਰ ਸਾਹਿਬ ਦੇ ਨੇੜੇ ਆਣ ਕੇ ਕੀਤੀ ਗਈ। ਉਹ ਤੋਂ ਬਾਅਦ ਸਿੱਖਾਂ ਦੀ 13 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਨਿਰੰਕਾਰੀ ਕਾਂਡ ਦੇ ਵਿੱਚ। ਇਹ ਸਾਰਾ ਕੁਝ ਨਾ ਵਾਪਰਦਾ, ਨਾ ਇਹ ਸਭ ਕੁਝ ਹੁੰਦਾ। ਹੁਣ ਇਹ ਕੰਟਰੋਲ ਕਿਹਦੇ ਸੀ? ਗਵਰਨਮੈਂਟ ਦੇ ਕੰਟਰੋਲ ਸੀ ਨਹੀਂ ਵੀ ਜਿਹੜਾ ਬੰਦਾ ਸਿੱਖੀ ਦੇ ਫੇਥ ਨੂੰ ਸਿੱਧਾ ਚੈਲੰਜ ਕਰ ਰਿਹਾ ਹੈ, ਗੁਰੂਆਂ ਨੂੰ ਨੀਵਾਂ ਦਿਖਾ ਰਿਹਾ, ਉਹਨੂੰ ਅਸੀਂ ਕੰਟਰੋਲ ਕਰਨਾ। ਰਿਲੀਜੀਅਸ ਫਰੀडम ਨਾਂ ਦੀ ਕੋਈ ਚੀਜ਼ ਹੁੰਦੀ ਕਿ ਨਹੀਂ ਹੁੰਦੀ? ਪਰ ਹੁਣ ਬੰਦੀ ਸਿੰਘ ਵੀ ਕਈ ਕਹਿੰਦੇ ਨੇ ਕਿ ਰੋਜ਼ਗਾਰ, ਸਿੱਖਿਆ, ਇਹਨਾਂ ਚੀਜ਼ਾਂ ਤੇ ਸਟ੍ਰੈਸ ਦੇਣਾ ਚਾਹੀਦਾ। ਹਥਿਆਰ ਚੁੱਕਣ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ। ਤੇ ਅੰਮ੍ਰਿਤਪਾਲ ਸਿੰਘ ਜੋ ਹੈ ਉਹ ਮੇਰੀ ਗੱਲ ਸੁਣੋ, ਸਿਰ ਦੇਣ ਦੀ ਗੱਲ ਕਰਦੇ ਨੇ, ਕੁਰਬਾਨੀ ਦੀ ਗੱਲ ਕਰਦੇ ਨੇ। ਸਿਰ ਦੇਣ ਦੀ ਗੱਲ ਗੁਰੂ ਗੋਬਿੰਦ ਸਿੰਘ ਨੇ ਕੀਤੀ ਹੈ। ਜੇ ਕੋਈ ਬੰਦਾ ਉਹਨਾਂ ਤੋਂ ਉੱਪਰ ਹੋ ਕੇ ਗੱਲ ਕਰਦਾ ਤੇ ਫਿਰ ਮੈਂ ਉਹਦੇ ਨਾਲ ਐਗਰੀ ਨਹੀਂ ਕਰਦਾ। ਜਿਹੜਾ ਬੰਦਾ ਬੰਦੀ ਸਿੰਘ ਹੈ ਉਹਨੂੰ ਮੁਬਾਰਕ ਹੈ ਵੀ ਉਹ ਆਪਣੀ ਪਰਸਨਲ ਥਾਟਸ ਕੋਈ ਵੀ ਦੇ ਦੇਣ। ਪਰ ਜੇ ਇਦਾਂ ਦੀ ਗੱਲ ਸੀ ਫਿਰ ਉਹਨਾਂ ਨੇ ਵੀ ਇੱਕ ਮੌਕੇ ਤੇ ਸੰਘਰਸ਼ ਇਸ ਲਈ ਤੇ ਨਹੀਂ ਨਾ ਕੀਤਾ ਵੀ ਰੁਜ਼ਗਾਰ ਲਈ ਜਾਂ ਕਿਸੇ ਲਈ ਕੀਤਾ। ਉਹ ਕਹਿੰਦੇ ਸ਼ਾਇਦ ਆਪਾਂ ਉਹ ਸੰਘਰਸ਼ ਤੋਂ ਨਿਕਲ ਕੇ ਹੀ ਇਸ ਤਰ੍ਹਾਂ ਦੀ ਇਹ ਸੇਧ ਕਰਦੇ। ਇਹ ਜੇ ਫਿਰ ਆਪਾਂ ਇਹ ਮੰਨ ਲਈਏ ਵੀ ਉਹ ਪਰਸਨਲ ਮੋਟਿਵਸ ਦੇ ਤੌਰ ਤੇ ਆਪਣੀ ਆਈਡੀਓਲੋਜੀ ਨੂੰ ਛੱਡ ਚੁੱਕੇ ਆ, ਇਹੋ ਕਹਿਣਾ ਚਾਹੂਗਾ ਆਪਾਂ। ਜਿਹੜੀ ਆਈਡੀਓਲੋਜੀ ਲਈ ਇੱਕ ਮੌਕੇ ਤੇ ਉਹਨਾਂ ਸੰਘਰਸ਼ ਕੀਤਾ ਸੀ ਉਹ ਛੱਡ ਚੁੱਕਿਆ। ਔਰ ਇੱਕ ਬੰਦੀ ਸਿੰਘ ਦੇ ਕਹਿਣ ਨਾਲ ਸਾਰਿਆਂ ਤੇ ਕਿਉਂ ਆਪਾਂ ਕਹਿ ਦਈਏ? ਇੱਕ ਹੀ ਬੰਦੀ ਸਿੰਘ ਨੇ ਇਹ ਗੱਲ ਕੀਤੀ ਹੋ ਸਕਦੀ ਹੈ, ਬਾਕੀਆਂ ਨੇ ਤਾਂ ਕਿਹਾ ਵੀ ਅਸੀਂ ਕੰਪਰੋਮਾਈਜ਼ ਕਰਨ ਨੂੰ ਤਿਆਰ ਹੀ ਨਹੀਂ। ਆਪਣੀ ਪੋਲੀਟੀਕਲ ਆਈਡੀਓਲੋਜੀ ਦੇ ਨਾਲ ਅਸੀਂ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ। ਅਸੀਂ ਰਿਲੀਜੀਅਸ ਆਇਡੈਂਟੀਟੀ ਤੇ ਕੰਪਰੋਮਾਈਜ਼ ਨਹੀਂ ਕਰਨਾ, ਭਾਵੇਂ ਸਾਨੂੰ ਸਾਰੀ ਉਮਰ ਜੇਲ੍ਹ 'ਚ ਕੱਟਣੀ ਪਵੇ। ਉਹਨੇ ਵੀ ਬਿਆਨ ਦਿੱਤੇ ਹੋਏ ਨੇ। ਸੋ ਆਪਾਂ ਇਹ ਨਹੀਂ ਵੀ ਇੱਕ ਬੰਦੇ ਦੇ ਕਿਸੇ ਬਿਆਨ ਦੇ ਉੱਤੇ ਆਪਾਂ ਚੱਲ ਪਈਏ। ਆਪਾਂ ਨੂੰ ਪੋਲੀਟੀਕਲ ਮੈਚਿਓਰਿਟੀ ਵੀ ਵੇਖਣੀ ਪੈਂਦੀ ਹੈ। ਆਪਾਂ ਨੂੰ ਵੇਖਣਾ ਪੈਂਦਾ ਵੀ ਜਿਹੜਾ ਆਈਡੀਆ ਦੇ ਪਿੱਛੇ ਅਸੀਂ ਲੱਖਾਂ ਸਿਰ ਲਾਏ ਆ, ਉਸ ਆਈਡੀਆ ਨੂੰ ਇੱਦਾਂ ਫਿਰ ਧਰਮ ਵੀ ਛੱਡ ਦਿੰਦੇ ਆਪਾਂ ਸਵੇਰੇ। ਫਿਰ ਤੇ ਧਰਮ ਦੀ ਖਾਤਰ ਵੀ ਸਿਰ ਦੇਣੇ ਪਏ ਸਿੱਖਾਂ ਨੂੰ ਮੁਗਲਾਂ ਦੇ ਪੀਰੀਅਡ ਦੇ ਵਿੱਚ, ਅੱਜ ਵੀ ਦੇਣੇ ਪੈ ਰਹੇ ਨੇ ਧਰਮ ਦੇ ਸੰਘਰਸ਼ ਲਈ। ਫਿਰ ਛੱਡ ਕੇ ਸਿੱਖੀ ਤੇ ਆਪਾਂ ਹੋਰ ਕੁਝ ਧਾਰਨ ਕਰ ਲਈਏ ਜਿਹੜਾ ਸੌਖਾ ਰਵੇ, ਸਟੇਟ ਨੂੰ ਵੀ ਸੌਖਾ ਹੋ ਜਾਏ, ਨਾ ਸਾਨੂੰ ਕੋਈ ਮਾਰੇ ਨਾ ਕੋਈ ਕੁੱਟੇ। ਕੱਲ ਨੂੰ ਤਾਂ ਕੋਈ ਇਹ ਵੀ ਕਹਿ ਸਕਦਾ ਕੋਈ ਬੰਦਾ ਇਹ ਵੀ ਕਹਿ ਸਕਦਾ ਵੀ ਤੁਸੀਂ ਦੇਖੋ ਜੀ ਸਾਰੇ ਮੂਰਤੀ ਵੀ ਪੂਜਾ ਕਰਨੀ ਸ਼ੁਰੂ ਕਰ ਦਿਓ, ਫਲਾਣ ਕਰਨੇ ਸ਼ੁਰੂ ਕਰ ਦਿਓ, ਸਾਰਾ ਕੁਝ ਨਾਰਮਲ ਹੋ ਜਾਏ। ਸਟੇਟ ਅਕਸਰ ਚਾਹੁੰਦੀ ਤੇ ਇਹੋ ਹੀ ਹੈ ਨਾ ਵੀ ਸਿੱਖ ਜਿਹੜਾ ਵਾ ਸਿੱਖੀ ਛੱਡ ਦੇਣ। ਤਾਂ ਮੈਨੂੰ ਐਂ ਲੱਗਦਾ ਵੀ ਜਿਹੜਾ ਬੰਦਾ ਇੱਕ ਇੰਡੀਵਿਜੂਅਲ ਬੰਦਾ ਆਪਣੀ ਰਾਏ ਕੌਮ ਤੇ ਨਹੀਂ ਥੋਪ ਸਕਦਾ। ਜੇ ਕੋਈ ਕੌਮੀ ਪੱਖ 'ਚ ਗੱਲ ਜਾਂਦੀ ਹੈ, ਜੇ ਗੁਰੂ ਦੇ ਸਿਧਾਂਤ ਤੋਂ ਉਲਟ ਗੱਲ ਜਾਂਦੀ ਫਿਰ ਤਾਂ ਗੱਲ ਠੀਕ ਹੈ। ਜੇ ਤੁਸੀਂ ਗੁਰੂ ਦੇ ਸਿਧਾਂਤ ਦੇ ਆਸ਼ੇ ਮੁਤਾਬਕ ਗੱਲ ਕਰਦੇ ਜੋ ਸਿਰ ਗੁਰੂ ਨੇ ਮੰਗਿਆ, ਅਸੀਂ ਕਿਹਾ ਨੌਜਵਾਨਾਂ ਨੂੰ ਗੁਰੂ ਨੂੰ ਸਿਰ ਦੇਣੇ ਆ, ਤੇ ਫਿਰ ਇਹ ਗਲਤ ਗੱਲ ਕਰੀਏ। ਤੁਹਾਨੂੰ ਇਹ 'ਚੋਂ ਕੁਝ ਗੱਲਾਂ ਤੇ ਲੱਗਦਾ ਕਿ ਪੁਰਾਣੇ ਦੌਰ ਵੱਲ ਪੰਜਾਬ ਨੂੰ ਧਕੇਲਿਆ ਜਾ ਰਿਹਾ ਹੈ? ਦੌਰ ਵੱਲ ਪੰਜਾਬ ਨੂੰ ਧਕੇਲੂਗਾ ਤੇ ਹਕੂਮਤ ਧਕੇਲੂਗੀ, ਅਸੀਂ ਨਹੀਂ ਧਕੇਲਣਾ ਚਾਹੁੰਦੇ। ਅਸੀਂ ਜਿਹੜਾ ਅੱਜ ਦਾ ਦੌਰ ਹੈ ਇਹਨੂੰ ਕਿੰਨਾ ਕੁ ਇੰਜੋਏ ਕਰਨੇ ਕਿਤੇ।
ਰੋਜ਼ ਸਾਡੇ ਨੌਜਵਾਨ ਨਸ਼ੇ ਨਾਲ ਚਿੱਟੇ ਨਾਲ ਮਰ ਰਿਹਾ, ਜੇ ਤੂੰ ਇੰਜੋਏ ਕਰਦੇ ਆ ਆਪਾਂ ਤੇ ਫਿਰ ਤੇ ਠੀਕ ਹੈ। ਜੇ ਰੋਜ਼ ਅਸੀਂ ਲਾਸ਼ਾਂ ਹੀ ਫੂਕਣੀਆਂ, ਪਹਿਲਾਂ ਵੀ ਫੂਕਦੇ ਸੀ, ਹੁਣ ਵੀ ਫੂਕੀ ਜਾਂਦੇ ਆ, ਤੇ ਜਿਹਨੂੰ ਲੱਗਦਾ ਵੀ ਇਹ ਦੌਰ ਸ਼ਾਂਤ ਹੈ ਕਿਉਂਕਿ ਇੱਥੇ ਸਿੰਥੈਟਿਕ ਡਰੱਗ ਨਾਲ ਮੌਤਾਂ ਹੋ ਰਹੀਆਂ, ਗੋਲੀ ਨਾਲ ਨਹੀਂ ਹੋ ਰਹੀਆਂ, ਤੇ ਉਹਦੀ ਪ੍ਰੋਬਲਮ ਹੈ ਅੰਡਰਸਟੈਂਡਿੰਗ ਦੀ ਬਹੁਤ ਵੱਡੀ। ਤੇ ਸਿੱਖ ਜਥੇਬੰਦੀਆਂ, ਸਿੱਖ ਕੌਮ ਇਕਜੁੱਟ ਕਿਉਂ ਨਹੀਂ ਹੋ ਪਾ ਰਹੀ ਅਗਰ ਤੁਹਾਡੀ ਸੋਚ ਦੇ ਨਾਲ? ਫਿਰ ਮੋਢੇ ਨਾਲ ਮੋਢਾ ਕਿਉਂ ਨਹੀਂ ਜੋੜ? ਕਦੇ ਵੀ ਨਹੀਂ ਹੁੰਦਾ ਕਿਸੇ ਵੀ ਕੌਮ ਦੇ ਵਿੱਚ ਇਸ ਪੱਧਰ ਦੀ ਏਕਤਾ ਨਹੀਂ ਹੁੰਦੀ ਕਿ ਸਾਰੇ ਸਹਿਮਤ ਹੋ ਜਾਣ। ਪਰ ਇਸ ਗੱਲ ਤੇ ਸਾਰੀਆਂ ਜਥੇਬੰਦੀਆਂ ਸਹਿਮਤ ਆ ਵੀ ਸਿੱਖਾਂ ਦੇ ਗਲ ਗੁਲਾਮੀ ਹੈਗੀ ਹੈ ਨਾ। ਗੁਲਾਮੀ ਨੂੰ ਦੂਰ ਕਰਨ ਦੇ ਤਰੀਕਿਆਂ ਤੇ ਡਿਸਪਿਊਟ ਹੋ ਸਕਦਾ ਵੀ ਅਸੀਂ ਕਿਵੇਂ ਸੰਘਰਸ਼ ਕਰਨਾ, ਉਹਨਾਂ ਕਿਵੇਂ ਕਰਨਾ, ਪਰ ਇਸ ਗੱਲ ਦੇ ਉੱਤੇ ਸਾਰੇ ਬੰਦੇ ਜੇ ਸਹਿਮਤ ਹੈ ਵੀ ਸਿੱਖਾਂ ਤੇ ਗੁਲਾਮੀ ਹੈ, ਫਿਰ ਮੀਡੀਆ ਪਹਿਲਾਂ ਇਹ ਗੱਲ ਸਟੈਬਲਿਸ਼ ਕਰ ਲਵੇ ਵੀ ਸਿੱਖਾਂ ਤੇ ਗੁਲਾਮੀ ਹੈਗੀ ਆ, ਉਹ ਗੱਲ ਨੂੰ ਐਗਰੀ ਕਰ ਲਵੇ, ਤੇ ਫਿਰ ਆਪਾਂ ਅਗਲੀ ਗੱਲ ਤੇ ਅਸੀਂ ਜਥੇਬੰਦੀਆਂ ਨਾਲ ਬੈਠ ਜਾਾਂਗੇ ਵੀ ਦੱਸੋ ਕਿਹੜਾ ਤਰੀਕਾ ਅਪਣਾਉਣਾ ਚਾਹੀਦਾ। ਉਹ ਤਾਂ ਸਾਡਾ ਇੰਟਰਨਲ ਇਸ਼ੂ ਹੈ। ਉਹ ਜਦੋਂ ਮਿਸਲਾਂ ਦੇ ਤੌਰ ਦੇ ਉੱਤੇ ਇਸ ਗੱਲ ਨੂੰ ਤਾਂ ਸਾਰੇ ਮੰਨਦੇ ਸੀ ਵੀ ਅਬਦਾਲੀ ਸਾਡਾ ਵਿਰੋਧੀ ਹੈ, ਕੋਈ ਉਹਦੇ ਖਿਲਾਫ ਕਿਵੇਂ ਲੜਨਾ ਚਾਹੁੰਦਾ ਹੈ, ਕੋਈ ਕਿਵੇਂ ਲੜਨਾ ਚਾਹੁੰਦਾ। ਅੱਜ ਵੀ ਜੇ ਸਾਰੇ ਬੰਦੇ ਗੁਲਾਮੀ ਤੇ ਐਗਰੀ ਕਰਦੇ ਨੇ, ਤੇ ਪਹਿਲਾਂ ਮੈਨੂੰ ਲੱਗਦਾ ਵੀ ਸਾਰਾ ਐਪੀਸੋਡ ਆਪਾਂ ਇਸ ਗੱਲ ਤੇ ਕਰੀਏ ਵੀ ਸਿੱਖ ਗੁਲਾਮ ਨੇ। ਜਦੋਂ ਗੁਲਾਮੀ ਸਟੈਬਲਿਸ਼ ਹੋ ਜੂਗੀ, ਫਿਰ ਲੜਾਈ ਦੇ ਜਿਹੜੇ ਤਰੀਕੇਕਾਰ ਨੇ ਉਹ ਤੇ ਅਸੀਂ ਬੈਠ ਕੇ ਜਥੇਬੰਦੀਆਂ ਨਾਲ ਤੈਅ ਕਰ ਲਾਂਗੇ ਬਾਅਦ ਚ। ਤੁਹਾਡੇ ਅੱਗੇ ਕੀ ਚੁਣੌਤੀਆਂ ਨੇ? ਅੱਗੇ ਸਾਡੇ ਅੱਗੇ ਤੇ ਦੇਖੋ ਨਸ਼ਾ ਤੇ ਨੌਜਵਾਨੀ ਜਿਹੜੇ ਚ ਪਤਤਪੁਣਾ ਹੈ, ਅਧਰਮ ਹੈ, ਜਿਹੜੇ ਆ ਡੇਰਾਵਾਦ ਵੱਧ ਰਿਹਾ ਪੰਜਾਬ ਦੇ ਵਿੱਚ, ਪੰਜਾਬ ਨੂੰ ਜਿਹੜਾ ਚੈਲੰਜ ਕੀਤਾ ਜਾ ਰਿਹਾ, ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ, ਪੰਜਾਬ ਦੇ ਅਨੇਕ ਮਸਲੇ ਨੇ, ਪਾਣੀਆਂ ਤੋਂ ਲੈ ਕੇ ਦੂਜੇ ਤੀਜੇ ਸਾਰੀਆਂ ਚੁਣੌਤੀਆਂ ਸਾਡੇ ਅੱਗੇ ਨੇ। ਸੋ ਨੌਜਵਾਨੀ ਜਿਹੜੀ ਹੈ ਚੁਣੌਤੀਆਂ ਨਾਲ ਸੰਘਰਸ਼ ਕਰੂਗੀ। ਕਈ ਇਹ ਵੀ ਕਹਿੰਦੇ ਨੇ ਕਿ 1.25 ਸਾਲ ਪਹਿਲਾਂ ਤੁਸੀਂ ਕੇਸ ਰੱਖੇ ਤੇ ਹੁਣ ਤੁਹਾਨੂੰ ਸਿੱਖ ਕੌਮ ਦਾ ਜਰਨੈਲ ਕਿਹਾ ਜਾ ਰਿਹਾ, ਇਸ ਚੀਜ਼ ਨੂੰ ਅਸੀਂ ਕਿਵੇਂ ਐਕਸੈਪਟ ਕਰ ਲਈਏ? ਨਹੀਂ, ਉਹ ਤੇ ਦੇਖੋ ਜਿਹੜੀ ਸਿੱਖੀ ਦੀ ਜਿਹੜੀ ਹੈਗੀ ਆ ਟਰਾਂਸਫਰਮੇਸ਼ਨ ਦੀ ਤਰੀਕਾਕਾਰ ਹੈ, ਉਹ ਆਤਮਿਕ ਤੌਰ ਤੇ ਟਰਾਂਸਫਰਮੇਸ਼ਨ ਹੋਣੀ ਹੈ, ਤੇ ਕੇਸ ਤੇ ਹੁਣ ਕਦੀ ਨਹੀਂ ਕਦਾਈ ਬੰਦੇ ਨੇ ਰੱਖਣੇ ਹੀ ਹੁੰਦੇ ਆ। ਸੋ ਇਹ ਮੈਂ ਤੇ ਆਪਣੇ ਆਪ ਨੂੰ ਕੋਈ ਜਰਨੈਲ ਹੋਣ ਦਾ ਦਾਅਵਾ ਨਹੀਂ ਕੀਤਾ। ਆਪਣੇ ਆਪ ਦਾਅਵੇ ਉਹ ਕਰਦੇ ਹੁੰਦੇ ਜਿਹੜੇ ਮਤਲਬ ਪਰ ਤੁਹਾਡੇ ਸਾਥੀ ਕਰਦੇ ਨੇ, ਤੁਸੀਂ ਐਕਸੈਪਟ ਕਰਦੇ ਹੋ? ਚਲੋ ਜੋ ਸਾਥੀਆਂ ਨੇ ਕਰਨਾ ਹੈ ਜਾਂ ਕਿਸੇ ਨੇ ਕਰਨਾ ਹੈ, ਪਰ ਮੈਨੂੰ ਇਹ ਲੱਗਦਾ ਵੀ ਇਹ ਕ੍ਰਾਈਟੇਰੀਆ ਵੀ 1 ਸਾਲ ਪਹਿਲਾਂ ਮੈਂ ਕੀ ਕਰਦਾ ਰਿਹਾ ਮੈਟਰ ਨਹੀਂ ਕਰਦਾ। ਫਿਰ ਤੇ ਨੌਜਵਾਨ ਜਿਹੜੇ ਅੱਜ ਡਰੱਗ ਐਡਿਕਟ ਆ, ਇਹ ਸਾਰੀ ਜ਼ਿੰਦਗੀ ਕੁਛ ਕਰ ਨਹੀਂ ਸਕਦੇ ਕਿਉਂਕਿ ਇੱਕ ਸਮੇਂ ਤੇ ਐਡਿਕਟ ਰਹੇ ਆ। ਸੋ ਮੈਨੂੰ ਇਹ ਲੱਗਦਾ ਵੀ ਬੰਦਾ ਜਦੋਂ ਬਦਲ ਜਾਂਦਾ ਉਹਨੂੰ ਉਦੋਂ ਵੈਲਕਮ ਕਰਨਾ ਚਾਹੀਦਾ। ਬੰਦੇ ਦਾ ਅਤੀਤ ਲੈ ਕੇ ਬੈਠੇ ਰਹਿਣਾ ਵੀ ਉਹਨੇ ਕੇਸ ਨਹੀਂ ਸੀ, ਹੁਣ ਜਿਵੇਂ ਇਸ ਤਰੀਕੇ ਨਾਲ ਤਾਂ ਕੇਸ ਰੱਖੇ ਨਹੀਂ ਜਾ ਸਕਦੇ ਕਿਉਂਕਿ ਆਪਾਂ ਬੰਦਿਆਂ ਨੂੰ ਡਿਸਕ੍ਰਿਮੀਨੇਟ ਕਰਾਂਗੇ, ਤੂੰ ਪਹਿਲਾਂ ਨਹੀਂ ਰੱਖੇ। ਬਚਪਨ ਤੋਂ ਤੇ ਕੋਈ ਬੰਦਾ ਵੀ ਨਹੀਂ ਜੰਮਦਾ, ਬੰਦੇ ਐਕਸਪੀਰੀਅੰਸ ਚੋਂ ਵੀ ਬਦਲਦੇ ਨੇ ਨਾ। ਸੋ ਮੈਨੂੰ ਇਹ ਲੱਗਦਾ ਵੀ ਇਹ ਬੜੀ ਵਧੀਆ ਗੱਲ ਹੈ ਵੀ ਸਿੱਖਾਂ ਦੇ ਵਿੱਚ ਵੀ ਜਿਹੜਾ ਬੰਦਾ ਵੀ ਪੰਥ ਦੇ ਮਾਰਗ ਤੇ ਤੁਰਦਾ ਹੈ, ਡਿਸਪਾਈਟ ਵੀ ਉਹ ਕਦੋਂ ਪੰਥ 'ਚ ਆਇਆ ਕਦੋਂ ਨਹੀਂ ਆਇਆ, ਉਹਨੂੰ ਐਕਸੈਪਟ ਕੀਤਾ ਜਾਂਦਾ। ਇਹ ਚੰਗਾ ਮੇਰੇ ਖਿਆਲ ਨਾਲ ਪ੍ਰੈਕਟਿਸ ਹੈ। ਤੇ ਸਿੱਖ ਕੌਮ ਦਾ ਜਰਨੈਲ ਜੋ ਤੁਹਾਡੇ ਸਾਥੀ ਤੁਹਾਨੂੰ ਉਪਾਧੀ ਦੇ ਰਹੇ ਨੇ, ਉਸ ਨੂੰ ਤੁਸੀਂ ਐਕਸੈਪਟ ਕਰਦੇ ਹੋ? ਨਹੀਂ, ਮੈਂ ਇਦਾਂ ਕੋਈ ਐਕਸੈਪਟ ਨਹੀਂ ਕਰੂੰਗਾ, ਆਪ ਕੋਈ ਉਪਾਧੀਆਂ ਨਹੀਂ ਐਕਸੈਪਟ ਕਰਦੀ। ਮੈਂ ਇਹ ਥੋੜੀ ਵੀ ਉਹਦੀ ਗੱਲ ਹੁਣ ਚਿੱਟੇ ਵੇਚਣ ਵਾਲਿਆਂ ਨੂੰ ਮਾਝੇ ਦਾ ਜਰਨੈਲ ਬਣ ਕੇ ਬਹਿ ਜਾਵਾਂ। ਮੇਰਾ ਇਹ ਵੀ ਸਤਿਗੁਰ ਸੱਚੇ ਪਾਤਸ਼ਾਹ ਜੇ ਪੰਥ ਦਾ ਦਾਸ ਹੀ ਸਾਨੂੰ ਕਹਿਣ ਦਾ ਮੌਕਾ ਮਿਲ ਜਾਏ ਤੇ ਉਹ ਬੜੀ ਵਧੀਆ। ਆਪਾਂ ਜਰਨੈਲ ਜਰਨੂਲ ਬਣ ਕੇ ਕੀ ਕਰਨਾ? ਜੇ ਸੇਵਾ ਹੋ ਸਕੇ ਪੰਥ ਦੀ ਜਿੰਨੀ ਉਨੀ ਬਿਹਤਰ ਹੈ। ਜਰਨੈਲ ਕੋਈ ਨਹੀਂ, ਬਹੁਤ ਹੋ ਜਾਂਦੇ। ਜਿਹਨੂੰ ਸਤਿਗੁਰ ਨੇ ਬਣਾਉਣਾ ਉਹਨੂੰ ਬਣਾ ਦੇਣਾ। ਆਪ ਦਾਅਵੇ ਕਰਕੇ ਭਾਵੇਂ ਮਹਾਰਾਜ ਖਵਾਈ ਜਾਈਏ ਤੇ ਮਹਾਰਾਜ ਜਿਹੜਾ ਕੰਮ ਤੇ ਹੋਵੇ ਕੋਈ। ਮੈਂ ਚੈਲੰਜਸ ਦੀ ਗੱਲ ਕੀਤੀ ਕਿ ਬਹੁਤ ਸਾਰੇ ਚੈਲੰਜਸ ਹੈ ਤੁਹਾਡੇ ਰਸਤੇ 'ਚ। ਮੈਂ ਪਿਛਲੀ ਵਾਰ ਵੀ ਗੱਲ ਕੀਤੀ, ਤੁਹਾਡਾ ਪਰਿਵਾਰ ਕੁਝ ਨਹੀਂ ਕਹਿੰਦਾ ਇਹਨਾਂ ਚੀਜ਼ਾਂ ਤੇ, ਜਿਹੜੇ ਰਾਹ ਤੇ ਤੁਸੀਂ ਤੁਰੇ ਹੋ। ਇੱਕ ਸਮਾਂ ਆਉਂਦਾ ਉਸ ਤੋਂ ਬਾਅਦ ਚ ਮਨੁੱਖ ਆਪਣੇ ਫੈਸਲੇ ਲੈਣ ਲੱਗ ਪੈਂਦਾ। ਤੁਹਾਡਾ ਹੁਣੇ ਰੀਸੈਂਟ ਵਿਆਹ ਹੋਇਆ ਹੈ, ਤੁਹਾਡੀ ਪਤਨੀ ਵੱਲੋਂ ਕਿਸੇ ਤਰ੍ਹਾਂ ਦੇ ਕੋਈ ਇਸ ਨੂੰ ਲੈ ਕੇ ਕਦੀ ਕੋਈ ਕੁਐਸਚਨ ਉਹਨਾਂ ਨੇ ਰੇਜ਼ ਕੀਤੇ? ਉਹਨੂੰ ਪਹਿਲਾਂ ਵੀ ਪਤਾ ਸੀ ਵੀ ਆਪਾਂ ਕਿਹੜੇ ਮਾਰਗ ਤੇ ਆ। ਮੈਨੂੰ ਲੱਗਦਾ ਵੀ ਬਹੁਤੀਆਂ ਨਾ ਤੇ ਇਨਵੋਲਵਮੈਂਟ ਹੈ ਕਿਸੇ ਦੀ ਇਸ ਮਸਲੇ ਦੇ ਵਿੱਚ। ਔਰ ਕਈ ਵਾਰ ਕੀ ਹੁੰਦਾ ਨਾ ਵੀ ਬੰਦੇ ਪੰਥਕ ਲਈ ਦੋਨੇ ਜਣੇ ਇਨਵੋਲਵ ਹੁੰਦੇ ਆ, ਇੱਧਰ ਇਦਾਂ ਦਾ ਕੇਸ ਨਹੀਂ। ਸੋ ਮੈਨੂੰ ਲੱਗਦਾ ਵੀ ਮੈਂ ਪੰਥਕ ਹੀ ਹਾਂ ਤੇ ਉਹਨਾਂ ਦੀ ਪੰਥ 'ਚ ਕੋਈ ਬਹੁਤੀ ਜ਼ਿਆਦਾ ਰੁਚੀ ਨਾ ਹੋਣ ਕਰਕੇ ਸਾਡਾ ਇਹੋ ਜਿਹਾ ਕੋਈ ਕੰਟਰਡਿਕਸ਼ਨ ਨਹੀਂ ਹੈਗਾ ਵੀ ਮੈਂ ਕੀ ਕਰਦਾ ਕੀ ਨਹੀਂ ਕਰਦਾ। ਬਾਕੀ ਛੋਟੇ ਮੋਟੇ ਜਿਹੜੇ ਹੁੰਦੇ ਉਹ ਤੇ ਹੁੰਦੇ ਹੀ ਰਹਿਣੇ ਆ ਸਾਰਿਆਂ ਦੇ, ਪਰ ਮੈਨੂੰ ਇਹ ਲੱਗਦਾ ਵੀ ਉਹਦੇ ਲਈ ਸਾਡੇ 'ਚ ਕੋਈ ਰੁਕਾਵਟ ਨਹੀਂ ਹੈਗੀ। ਇਸ ਅਜਨਾਲਾ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਕਿਸੇ ਤਰ੍ਹਾਂ ਦੀ? ਨਹੀਂ, ਪਰਿਵਾਰ ਮੇਰਾ ਇਸ ਗੱਲਾਂ ਦੇ ਵਿੱਚ ਨਹੀਂ ਪੈਂਦਾ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਅਜਨਾਲਾ ਘਟਨਾ ਤੋਂ ਬਾਅਦ ਕੰਟਰੋਵਰਸੀ ਇਹਨਾਂ ਦੀ ਕਾਫੀ ਵਧੀ, ਲੋਕਾਂ ਦੇ ਮਨ 'ਚ ਕਈ ਸਵਾਲ ਸੀ। ਸੋ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਸਵਾਲਾਂ ਦੇ ਜਵਾਬ ਇਹਨਾਂ ਤੋਂ ਲੈਣ ਦੀ। ਬਾਕੀ ਤੁਸੀਂ ਇਸ ਇੰਟਰਵਿਊ ਬਾਰੇ ਕੀ ਕੁਝ ਕਹਿਣਾ ਚਾਹੋਗੇ, ਕਮੈਂਟ ਕਰਕੇ ਜ਼ਰੂਰ ਦੱਸੋ। ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਪੰਜਾਬ ਤੱਕ। ਸਤਿ ਸ਼੍ਰੀ ਅਕਾਲ।